ਇਹੋ ਜਿਹੇ ਕਲਟ ਫਿਗਰ ਤੋਂ ਅੰਦਰ ਦੀ ਜਿਹੜੇ ਪਾਰਟੀ ਦੇ ਪੋਲੀਟੀਸ਼ੀਅਨਸ ਹੁੰਦੇ ਆ ਉਹ ਵੀ ਇਨਸਿਕਿਉਰ ਹੋ ਜਾਂਦੇ ਆ। ਤਾਂ ਲੱਗਦਾ ਖਤਰਾ ਪੈਦਾ ਹੋਏਗਾ ਇੱਥੇ। ਖਤਰਾ ਤਾਂ ਹੈ ਜੀ। ਸੀਨੀਅਰ ਲੀਡਰਸ਼ਿਪ ਨੇ ਕਿਹਾ ਗੈਂਗਸਟਰ ਲਿਆਂਦਾ ਕਹਿੰਦੇ ਸਿਆਸਤ 'ਤੇ। ਉਹਨੂੰ ਗੈਂਗਸਟਰ ਹੁਣ ਕਿਸ ਵੇ ਨਾਲ ਕਹਿ ਰਹੇ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ। ਫਿਰ ਜੇ ਗੈਂਗਸਟਰ ਸੀ ਤੁਸੀਂ ਫੜਿਆ ਕਿਉਂ ਨਹੀਂ 4.5 ਸਾਲ? ਮੈਂ ਉਹੀ ਗੱਲ ਪੁੱਛਦਾ ਨਾ, ਚਲੋ ਮੈਨੂੰ ਲੱਗਦਾ ਮੇਰੇ ਗੀਤਾਂ ਕਰਕੇ ਮੈਨੂੰ ਕਹਿੰਦੇ ਨੇ ਉਹ ਗੈਂਗਸਟਰ ਹੈ। ਕੈਪਟਨ ਸਾਹਿਬ ਨਾਲ ਲੱਗਦਾ ਸਾਲ ਕੁ ਹੋ ਗਿਆ, 50-60 ਕਲਾਕਾਰ ਸੱਦੇ ਹੋਣਗੇ, ਬੜੇ ਕਲਾਕਾਰ, ਸਾਰੀ ਇੰਡਸਟਰੀ ਹੋਈ ਸੀ ਉੱਥੇ, ਮੈਂ ਨਹੀਂ ਸੀ ਇਕੱਲਾ, ਹੈ ਨਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਿਹੜਾ ਸ਼ਬਦ ਕੀਰਤਨ ਕਰਦੇ ਨੇ। ਉਹ ਵੀ ਤਾਂ ਉਹੋ ਜਿਹੇ ਗਾਣੇ ਗਾਉਂਦੇ ਨੇ ਜਿਹੋ ਜਿਹੇ ਮੈਂ ਗਾਉਣਾ। ਫਿਰ ਤੁਸੀਂ ਗੈਂਗਸਟਰਾਂ ਨਾਲ ਫੋਟੋਆਂ ਕਿਉਂ ਪਾਉਂਦੇ ਹੋ? ਡੈਡਲੀ ਕੰਬੀਨੇਸ਼ਨ ਬਣ ਗਿਆ ਕਾਂਗਰਸ ਦੇ ਵਿੱਚ। ਕਿਵੇਂ? ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ, ਦੂਜੇ ਪਾਸੇ ਤੁਸੀਂ ਹੋ। ਮੈਂ ਜਗਜੀਤ ਸਿੰਘ, ਪਿੰਡ ਘਰਿੰਡਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਜੀ। ਜੋ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਵਿੱਚ ਮੇਰੇ ਛੋਟੇ ਭਰਾ ਦੀ ਡੈਥ ਹੋ ਗਈ ਸੀ ਜੀ। ਮੇਰਾ ਐਕਸੀਡੈਂਟ ਹੋ ਗਿਆ ਸੀ। ਜਾਨ ਨਾਲ ਹੀ ਪਰਿਵਾਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਜੀ। 10 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ। ਇਸ ਕਰਕੇ ਅਸੀਂ ਦੋਵੇਂ ਭਰਾ ਮਾਂ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਹਾਂ ਜੀ। ਕਿ ਸਰਕਾਰ ਪੰਜਾਬ ਦੇ ਵਿੱਚ ਕਿਸਾਨ ਹਿਤੈਸ਼ੀ ਹੈ, ਮਜ਼ਦੂਰ ਹਿਤੈਸ਼ੀ ਹੈ, ਹਰ ਵਰਗ ਦੇ ਨਾਲ ਅਸੀਂ ਮਿਲ ਕੇ ਚੱਲਦੇ ਹਾਂ। ਤੇ ਜਿਹੜੇ ਕਿਸਾਨ ਮੈਂ ਪਹਿਲਾਂ ਐਲਾਨ ਕਰ ਚੁੱਕਿਆ, ਇਹਦੇ ਵਿੱਚ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਹੈ। ਇਹ ਕੋਈ ਮੈਂ ਅੱਜ ਨਹੀਂ ਕਹਿ ਰਿਹਾ, ਮੈਂ ਪਹਿਲੇ ਦਿਨ ਤੋਂ ਕਹਿ ਰਿਹਾ। ਤੇ ਅਸੀਂ ਦੇ ਵੀ ਰਹੇ ਨੌਕਰੀਆਂ, ਅਸੀਂ ਸਾਰਿਆਂ ਨੂੰ ਉਹਨਾਂ ਨੂੰ ਇੱਕ ਪਰਿਵਾਰ ਨੂੰ ਨੌਕਰੀ ਦੇ ਰਹੇ ਦਵਾਂਗੇ। ਤੇ ਨਾਲ ਇੱਕ ਮੈਮੋਰੀਅਲ ਇਸ ਸੰਘਰਸ਼ ਦੇ ਨਾਮ ਤੇ ਚੰਨੀ ਸਾਹਿਬ ਆ, ਉਹਨਾਂ ਨੂੰ ਮੈਨੂੰ ਨੌਕਰੀ ਮਿਲੀ ਆ ਜੀ, ਐਗਰੀਕਲਚਰ ਡਿਪਾਰਟਮੈਂਟ ਦੀ ਜੀ। ਉਹਦੇ ਨਾਲ ਚਲੋ ਜੀ ਹੁਣ ਘਰ ਦਾ ਗੁਜ਼ਾਰਾ ਥੋੜਾ ਕੁ ਸੈੱਟ ਹੋ ਜਾਏਗਾ। ਅਸੀਂ ਤੇ ਸੋਚਿਆ ਚਲੋ ਕੀ ਬਣੂਗਾ ਹੁਣ ਜਾਣ ਤੋਂ ਬਾਅਦ, ਇਹਦੇ ਨਾਲ ਘਰ ਦਾ ਗੁਜ਼ਾਰਾ ਤੇ ਹੋ ਜਾਏਗਾ। ਪਰ ਜੋ ਭਰਾ ਹੁੰਦਾ, ਤੁਹਾਨੂੰ ਪਤਾ ਭਰਾ ਦੇ ਬਾਹਾਂ ਹੁੰਦੀਆਂ, ਜਿੱਥੇ ਭਰਾ ਨੇ ਖੜਨਾ ਸੀ ਉੱਥੇ ਵੇਖੋ ਹੁਣ ਮੈਂ ਇਕੱਲਾ ਰਹਿ ਗਿਆ ਜੀ। ਪਿਓ ਲੱਗੇ ਨੇ ਮੇਰਾ ਸਿਰ ਤੇ। ਪੰਜਾਬ ਸਰਕਾਰ ਹਰ ਹਾਲ ਕਿਸਾਨਾਂ ਦੇ ਨਾਲ। ਘਬਰਾਉਣਾ ਕਾਹਦੇ ਖਾਤਰ ਹੈ ਯਾਰ? ਕੀ ਬੰਦੇ ਆ, ਜ਼ਿੰਦਗੀ ਦੁਨੀਆ ਤੇ ਆਏ ਆ, ਕੁਛ ਕਰਨ ਖਾਤਰ ਆਏ ਆ। ਕਾਹਦੀ ਘਬਰਾਹਟ ਹੈ? ਕਿਹਦੀ ਘਬਰਾਹਟ ਹੈ? ਕੌਣ ਬੰਦੇ ਤੋਂ ਤਕੜਾ ਇੱਥੇ? ਇਨਸਾਨ ਹੀ ਸਾਰਾ ਕੁਛ ਹੈ ਇੱਥੇ। ਕੋਈ ਇੱਥੇ ਕੋਈ ਚਮਤਕਾਰੀ ਬਾਬੇ ਤਾਂ ਹੈ ਨਹੀਂ ਹੋਰ ਵੀ ਉਹ ਕੋਈ ਐ ਮਾਰ ਕੇ ਤੁਹਾਨੂੰ ਗਾਇਬ ਕਰ ਦੇਣਗੇ ਦੁਨੀਆ ਤੋਂ। ਇਨਸਾਨ ਹੈ, ਕਿਸਮਤ ਲਿਖਾ ਕੇ ਆਏ ਆ। ਪਰਮਾਤਮਾ ਨੇ ਹਿੰਮਤ ਦਿੱਤੀ ਹੈ ਫੈਸਲੇ ਲੈਣ ਦੀ, ਤਾਂ ਫੈਸਲੇ ਲਏ ਨੇ ਤੇ ਅਟੱਲ ਵੀ ਰਹਾਂਗੇ ਉਹਨਾਂ 'ਤੇ। ਇਹ 'ਚ ਕੀ ਗੱਲ ਹੈ? ਜਦੋਂ ਤੁਸੀਂ ਜੁਆਇਨ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਸਟੇਟਸ ਪਾਏ, ਕਈਆਂ ਨੇ ਇਹ ਵੀ ਕਿਹਾ, ਬਿਆਨ ਵੀ ਦਿੱਤੇ ਕਿ ਹੱਥ 'ਚ 47 ਫੜਾ ਕੇ ਪੰਜਾਲੀ ਪਾਲੀ, ਕੁਛ ਇਸ ਤਰੀਕੇ ਦੇ ਬਿਆਨ ਵਗੈਰਾ ਵੀ ਆਉਣੇ ਸ਼ੁਰੂ ਹੋਏ। ਕੋਈ ਇੱਥੇ ਹੁਣ ਮੇਰੇ ਨਾਲ ਹੋਰ 20 ਭਰਾ ਬੈਠੇ, ਉਹਨਾਂ ਨੇ ਕਦੇ ਸੋਸ਼ਲ ਮੀਡੀਆ 'ਤੇ ਕਿਸੇ ਨੇ ਗਾਲ ਵੀ ਨਹੀਂ ਕੱਢੀ ਹੋਣੀ। ਉਹ ਫਲਾਣੇ ਅਗਲਾ ਕਹਿੰਦਾ ਤੇਰੇ ਤੋਂ ਕੀ ਲੈਣਾ, ਮੈਂ ਰੌਲਾ ਤਾਂ ਉਹਦੇ ਨਾਲ ਹੈ। ਇਹਨੂੰ ਕੁਛ ਕਹਾਂਗੇ ਤਾਂ ਕੁਛ ਨਾ ਕੁਛ ਨਿਕਲੂ। ਸਾਰੇ ਕਹਿ ਰਹੇ ਸੀ ਕਹਿੰਦੇ ਫੋਲੋਅਰਸ ਘੱਟ ਗਏ, ਮੈਂ ਕਿਹਾ ਘਟੇ। ਅਤੇ ਉਹਨੂੰ ਕਈ ਬੰਦੇ ਸੱਜਣ ਮਿੱਤਰ ਬਾਈ ਤੂੰ ਵਧਾ ਲੈ ਰਾਤੋਂ ਰਾਤ। ਮੈਂ ਕਾਹਦੇ ਖਾਤਰ ਵਧਾਵਾਂ? ਵਧੀਆ ਘੱਟ ਗਏ, ਜਿਹੜੇ ਜਿਹਨੇ ਜਾਣਾ ਸੀ ਚੱਲ ਗਏ। ਸਿੱਧੂ ਮੂਸੇਵਾਲਾ ਨੂੰ ਵੋਟਾਂ ਕਾਂਗਰਸ ਕਰਕੇ ਪੈਣਗੀਆਂ ਜਾਂ ਆਪਣੇ ਸੰਘਰਸ਼ ਕਰਕੇ ਪੈਣਗੀਆਂ, ਆਪਣੇ ਨਾਮ ਕਰਕੇ ਪੈਣਗੀਆਂ? ਤੁਹਾਨੂੰ ਕੀ ਲੱਗਦਾ? ਅੱਛਾ, ਤੁਹਾਨੂੰ ਚਰਨਜੀਤ ਸਿੰਘ ਚੰਨੀ ਬੜੇ ਪਸੰਦ ਨੇ, ਜਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਆ। ਤੁਸੀਂ ਇੱਕ ਇੰਟਰਵਿਊ ਦੇ ਦੌਰਾਨ ਗੱਲ ਹੈ, ਆਪਾਂ ਨੂੰ ਹੁਣ ਕਿਸੇ ਦੇ ਮਨ 'ਚ ਤਾਂ ਆਪਾਂ ਕਦੇ ਕਿਸੇ ਦੇ ਵੜ ਨਹੀਂ ਸਕਦੇ। ਆਪਣੇ ਕੋਲ ਤਾਂ ਕੋਈ ਕੀ ਹੈ, ਮੈਨੂੰ ਜੋ ਬੰਦੇ 'ਚ ਚੰਗੀ ਚੀਜ਼ ਲੱਗਦੀ ਵੀ ਉਹ ਹੰਬਲ ਹੈ, ਸਾਰਿਆਂ ਨੂੰ ਮਿਲਦਾ ਹੈ। ਰਾਈਟ ਲਿਸਟ ਬੁਲਾਉਂਦਾ ਤਾਂ ਹੈ, ਪਹਿਲਾਂ ਕਿਹਨੇ ਬੁਲਾਇਆ ਆ ਕੇ? ਕਿੰਨੇ ਮੁੱਖ ਮੰਤਰੀ ਆਏ, ਕੌਣ ਬੁਲਾਉਂਦਾ ਆ ਕੇ? ਕਿਸੇ ਨੂੰ ਕੋਈ ਨਹੀਂ ਬੁਲਾਉਂਦਾ। ਤੁਸੀਂ ਇੱਕ ਸਟੇਜ ਸ਼ੋਅ 'ਤੇ ਕਹਿ ਰਹੇ ਸੀਗੇ ਕਿ ਹਰ ਬੰਦੇ ਦੀ ਇੱਕ ਐਕਸਪਾਇਰੀ ਡੇਟ ਫਿਕਸ ਹੈਗੀ ਆ ਇਸ ਲਾਈਨ ਦੇ ਵਿੱਚ। ਹਾਂਜੀ ਹਾਂਜੀ। ਕਿਤੇ ਐਂ ਤਾਂ ਨਹੀਂ ਸਿੱਧੂ ਸਾਹਿਬ ਕਿ ਤੁਹਾਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਇਹੋ ਜਿਹਾ ਦੌਰ ਵੀ ਆਏਗਾ ਜਿੱਥੇ ਮੇਰੇ ਤੋਂ ਅੱਗੇ ਕੋਈ ਹੋਰ ਆਏਗਾ ਜਿਹਨੂੰ ਲੋਕ ਪਸੰਦ ਕਰਨਗੇ, ਅਤੇ ਪੋਲੀਟਿਕਸ ਇੱਕ ਇਹੋ ਜਿਹੀ ਸੇਫ ਸਾਈਡ ਹੈਗੀ ਜਿੱਥੇ ਬੈਠ ਕੇ ਅਸੀਂ ਨਾਮ ਵੀ ਕਮਾਈ ਚੱਲਾਂਗੇ, ਕੰਮ ਵੀ ਕਰੀ ਚੱਲਾਂਗੇ, ਅਤੇ ਆਪਣਾ ਜਿਹੜਾ ਵਕਤ ਹੈਗਾ ਉਹ ਵੀ ਹੰਢਾ ਲਾਂਗੇ। ਕਿ ਜੋ ਤੁਹਾਡੀ ਪਰਸਨੈਲਿਟੀ ਹੈ, ਜੋ ਤੁਹਾਡੇ ਕਰੈਕਟਰਿਸਟਿਕਸ ਨੇ, ਉਸ ਆਈਡੀਓਲੋਜੀ ਦੇ ਨਾਲ ਤਾਲਮੇਲ ਬਿਠਾ ਲੈਣਗੇ? ਉਹ ਐਡਾ ਛੋਟਾ ਕਿਸ ਦਾ ਮਾਇਨਾ ਨਹੀਂ ਹੁੰਦਾ। ਮੇਰਾ ਐਡਾ ਛੋਟਾ ਮਾਈਂਡ ਸੈੱਟ ਨਹੀਂ, ਜਾਂ ਮੈਂ ਐਡਾ ਕਮਜ਼ੋਰ ਦਿਲ ਆਦਮੀ ਨਹੀਂ ਹੈਗਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਭੱਜੂੰਗਾ। ਕਿ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਜਿੱਥੇ ਜ਼ਮੀਰ ਦੀ ਗੱਲ ਆਏਗੀ। ਪਰ ਸਿਆਸਤ ਬਿਲਕੁਲ ਡਿਫਰੈਂਟ ਹੈ। ਸਿਆਸਤ ਦੇ ਵਿੱਚ ਜਦੋਂ ਤੁਸੀਂ ਪੈਰ ਰੱਖਦੇ ਹੋ
ਤੁਹਾਨੂੰ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਪੈਂਦਾ ਹੈ, ਕਈ ਵਾਰੀ ਦੋਸਤੀ ਨੂੰ ਵੀ ਇਸ ਤਰੀਕੇ ਦੇ ਨਾਲ ਸ਼ੋਅ ਕਰਨਾ ਪੈਂਦਾ ਕਿ ਸਾਹਮਣੇ ਵਾਲਾ ਸਾਡਾ ਦੁਸ਼ਮਣ ਹੈ। ਇੰਨੇ ਮੋਢੇ ਕਮਜ਼ੋਰ ਨਹੀਂ ਹੈਗੇ ਮੈਂ ਭਾਰ ਨਾ ਚੱਕ ਸਕਾਂ। ਮੈਨੂੰ ਲੱਗਦਾ ਮੈਂ ਕਾਬਲਾਂ ਤਾਂ ਹੀ ਇਹਨਾਂ ਭਾਰ ਮੇਰੇ ਮੋਢਿਆਂ ਤੇ ਆਇਆ। ਸੁਰਜੀਤ ਪਾਤਰ ਸਾਹਿਬ ਫਰਮਾਉਂਦੇ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫਲੇ ਆਉਂਦੇ ਇਸ ਸੱਚ ਦੇ ਗਵਾਹ ਬਣਦੇ, ਇਹ ਤਪਦੀ ਰੇਤ ਦੱਸਦੀ ਏ ਕਿ ਸਫ਼ਰ ਠੀਕ ਹੈ ਮੇਰਾ, ਇਹ ਤਪਦੀ ਰੇਤ ਦੱਸਦੀ ਏ ਕਿ ਰਸਤਾ ਠੀਕ ਹੈ ਮੇਰਾ, ਸੜਦੇ ਪੈਰ ਠਰਦੇ ਦਿਲ ਇਸ ਸੱਚ ਦੇ ਗਵਾਹ ਬਣਦੇ। ਤੁਸੀਂ ਰੋਜ਼ਾਨਾ ਸਪੋਕਸਮੈਨ ਦੇ ਨਾਲ ਜੁੜ ਚੁੱਕੇ ਹੋ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਹਮੇਸ਼ਾ ਦੀ ਤਰ੍ਹਾਂ ਇਸਤਕਬਾਲ ਕਰਦਾ। ਯੂਪੀ ਦੀ ਸਿਆਸਤ ਦਾ ਵੱਡਾ ਨਾਮ ਅਖਿਲੇਸ਼ ਯਾਦਵ। ਅਖਿਲੇਸ਼ ਯਾਦਵ ਨੇ ਇੱਕ ਵਾਰ ਮੰਚ ਤੋਂ ਇਹ ਕਿਹਾ ਸੀਗਾ, ਦਾ ਵਨ ਹੂ ਇਜ਼ ਐਟ ਦਾ ਟੌਪ ਇਜ਼ ਆਲਵੇਜ਼ ਅਲੋਨ। ਪੰਜਾਬ ਦੀ ਸਿਆਸਤ ਭਖਦੀ ਪਈ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਮੋੜ ਆ ਰਹੇ ਨੇ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 59-11 ਇਹ ਉਹ ਸ਼ਖਸ ਹੈ ਜਿਸਨੇ ਰੁਤਬਾ ਹਾਸਲ ਕੀਤਾ ਹੈ, ਲੇਕਿਨ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ। ਬਹੁਤ ਕੁਝ ਹਾਸਲ ਕਰਨ ਦੇ ਲਈ ਉਸ ਤੋਂ ਪਹਿਲਾਂ ਸੈਕਰੀਫਾਈਸਿਸ ਕਰਨੇ ਪੈਂਦੇ ਆ, ਕੁਰਬਾਨੀਆਂ ਦੇਣੀਆਂ ਪੈਂਦੀਆਂ, ਕੰਪਰੋਮਾਈਜ਼ਸ ਕਰਨੇ ਪੈਂਦੇ ਆ, ਤਾਂ ਕਿਤੇ ਜਾ ਕੇ ਮਿਸਾਲ ਕਾਇਮ ਹੁੰਦੀ ਹੈ। ਪਿੰਡ ਮੂਸਾ ਆਏ ਆ, ਸਿੱਧੂ ਮੂਸੇਵਾਲਾ ਸਾਡੇ ਨਾਲ ਨੇ। ਮੂਸੇਵਾਲਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਸੋਚਿਆ ਸੀਗਾ ਕਿ ਚਿੱਟਾ ਕੁੜਤਾ ਪਜਾਮਾ ਧਾਰਨ ਕਰ ਲਿਆ ਹੋਣਾ। ਨਹੀਂ ਹਾਲੇ ਨਹੀਂ। ਚਿੱਟਾ ਕੁੜਤਾ ਪਜਾਮਾ ਤਾਂ ਸਾਰੀ ਪਾਈ ਫਿਰਦੇ ਆ, ਥੋੜਾ ਜਿਹਾ ਚੇਂਜ ਕੀਤਾ। ਹਾਂ, ਹਰ ਤਰੀਕੇ ਨਾਲ ਰੈਵੋਲੂਸ਼ਨ ਲਿਆਉਣਾ ਸਿਆਸਤ ਦੇ ਵਿੱਚ। ਨਹੀਂ ਚਿੱਟੇ 27 ਸਾਲਾਂ ਦੀ ਉਮਰ ਹੈ, ਹਾਂ ਯਾਰ ਏਜ ਇਜ਼ ਜਸਟ 27 ਜੀ। ਔਰ ਜੋ 27 ਦੀ ਏਜ ਹੁੰਦੀ ਹੈ ਉਹਦੇ ਵਿੱਚ ਬੰਦਾ ਕ੍ਰਾਂਤੀਕਾਰੀ ਸੋਚ ਰੱਖਦਾ, ਰੈਵੋਲੂਸ਼ਨਰੀ ਸੋਚ ਰੱਖਦਾ ਜੀ। ਉਹਨੂੰ ਐ ਲੱਗਦਾ ਕਿ ਮੈਂ ਇੱਕ ਵਾਰੀ ਕਦਮ ਧਰਨ ਦੀ ਦੇਰ ਹੈ ਤਾਂ ਮੈਂ ਸਿਸਟਮ ਬਦਲ ਕੇ ਰੱਖ ਦਾਂਗਾ। ਜੀ। ਲੇਕਿਨ ਜਦੋਂ ਬੰਦਾ ਪ੍ਰਵੇਸ਼ ਕਰਦਾ ਹੈ, ਐਂਟਰੀ ਕਰਦਾ ਹੈ, ਜੀ ਤਾਂ ਚੀਜ਼ਾਂ ਬਦਲਦੀਆਂ ਨਜ਼ਰ ਆਉਂਦੀਆਂ। ਨਹੀਂ, ਚੀਜ਼ਾਂ ਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਵੀ ਇੱਕੋ ਦਮ ਬਦਲਣ ਵਾਲੀਆਂ ਚੀਜ਼ਾਂ ਤਾਂ ਇਹ ਹੈ ਨਹੀਂ, ਹੈ ਨਾ। ਸੋ ਉਸ ਲਈ ਠਰਮਾ ਵੀ ਜ਼ਰੂਰੀ ਹੈ। ਇੱਕੋ ਦਮ ਤਾਂ ਕੁਝ ਨਹੀਂ ਬਦਲਦਾ, ਪਰ ਇਹ ਹੈ ਵੀ ਆਪਾਂ ਕਹਿੰਦੇ ਹੁੰਦੇ ਨਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਟੂਪਾਕ ਨੇ ਬੜੀ ਵਧੀਆ ਗੱਲ ਕਹੀ ਸੀ, ਕਹਿੰਦਾ ਮੈਂ ਕਦੇ ਇਹ ਨਹੀਂ ਚੀਜ਼ ਸੋਚਦਾ ਵੀ ਮੈਂ ਸਾਰੀ ਦੁਨੀਆ ਨੂੰ ਬਦਲ ਦੂੰ, ਪਰ ਮੈਂ ਇੱਕ ਇਹੋ ਜਿਹਾ ਮਾਈਂਡ ਸਪਾਰਕ ਜ਼ਰੂਰ ਕਰੂੰਗਾ ਜਿਹੜਾ ਸਾਰੀ ਦੁਨੀਆ ਨੂੰ ਬਦਲਣ ਦੀ ਹਿੰਮਤ ਰੱਖਦਾ ਹੋਊਗਾ। ਸੋ ਅਸੀਂ ਸ਼ਾਇਦ ਮੇਰੇ ਆਉਣ ਨਾਲ ਕੁਝ ਨਾ ਕੁਝ ਕਿਸੇ 4-5 ਬੰਦੇ ਹੋਰ ਉੱਦਾਂ ਕਰਨਗੇ ਵੀ ਕੁਝ ਨਾ ਕੁਝ ਚੰਗਾ ਕਰਨਾ ਜਾਂ ਕੁਝ ਦੇਖ ਕੇ, ਹੈ ਨਾ। ਅਤੇ ਵੀ ਕੋਸ਼ਿਸ਼ ਤਾਂ ਹੈਗੀ ਹੈ ਸਾਡੀ। ਜਦੋਂ ਦਾ ਇੱਥੇ ਖੜਾ ਹੋਇਆ ਮੈਂ ਬਹੁਤ ਕੁਝ ਓਬਜ਼ਰਵ ਕਰ ਰਿਹਾ, ਨੋਟਿਸ ਕਰ ਰਿਹਾ। ਬਜ਼ੁਰਗ ਬੈਠੇ ਇੱਕ ਪਾਸੇ, ਨੌਜਵਾਨ ਆਉਂਦੇ ਆ, ਤੁਹਾਡੇ ਨਾਲ ਫੋਟੋਆਂ ਵੀ ਕਰਵਾ ਰਹੇ, ਤਸਵੀਰਾਂ ਵੀ ਕਰਵਾ ਰਹੇ ਆ ਜੀ। ਜਦੋਂ ਮੈਂ ਉਹ ਚੀਜ਼ਾਂ ਦੇਖਦਾ, ਉਹ ਤਸਵੀਰਾਂ ਜਦੋਂ ਮੈਂ ਦੇਖਦਾ ਤਾਂ ਮੈਨੂੰ ਐਂ ਲੱਗਦਾ ਕਿ ਇਹਨਾਂ ਮੋਢਿਆਂ ਤੇ ਭਾਰ ਬਹੁਤ ਵੱਡਾ। ਭਾਰ ਤਾਂ ਹੈਗਾ ਹੀ ਹੈ ਜੀ, ਹਜੇ ਲੋਕਾਂ ਨੂੰ ਦੇਖਣ ਨਹੀਂ ਲੱਗਿਆ, ਪਰ ਜਦੋਂ ਉਹਨਾਂ ਨੂੰ ਪਤਾ ਲੱਗੂਗਾ, ਸ਼ਾਇਦ ਮੇਰੀ ਪਲੇਸ 'ਤੇ ਆਉਣਗੇ ਤਾਂ ਸ਼ਾਇਦ ਉਹਨਾਂ ਨੂੰ ਦੇਖੂਗਾ ਵੀ ਇਹ ਕਿਸ ਚੀਜ਼ ਬਾਰੇ ਗੱਲ ਕਰ ਰਿਹਾ, ਤਾਂ ਇਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਰਾਈਟ ਨਾਓ। ਹਾਂ, ਭਾਰ ਤਾਂ ਹੈਗਾ। ਜਿਵੇਂ ਆਪਾਂ ਆਫ ਦਾ ਟੋਪਿਕ ਗੱਲ ਕਰਦੇ ਸੀ, ਭਾਰ ਇਹਨਾਂ ਲੋਕਾਂ ਦਾ, ਪਿੰਡਾਂ ਦਾ, ਇਸ ਇਲਾਕੇ ਦਾ, ਸਾਡੀ ਜਿਹੜੀਆਂ ਤਰਾਸਦੀਆਂ ਨੇ ਉਹਨਾਂ ਦਾ ਭਾਰ ਆ। ਕੁਛ ਕੁ ਮੇਰੇ ਆਪਣੇ ਸੈਂਟੀਮੈਂਟਸ ਨੇ ਜੋ ਮੈਂ ਲੋਕਾਂ ਸੁਣ ਰਿਹਾ ਉਹਨਾਂ ਦਾ ਭਾਰ ਆ। ਪਰ ਮੈਂ ਇੰਨੇ ਮੋਢੇ ਕਮਜ਼ੋਰ ਨਹੀਂ ਹੈਗੇ ਮੈਂ ਭਾਰ ਨਾ ਚੱਕ ਸਕਾਂ। ਮੈਨੂੰ ਲੱਗਦਾ ਮੈਂ ਕਾਬਲਾਂ ਤਾਂ ਹੀ ਇਹਨਾਂ ਭਾਰ ਮੇਰੇ ਮੋਢਿਆਂ 'ਤੇ ਆਇਆ। ਜਿੱਥੋਂ ਤੱਕ ਤੁਹਾਡੀ ਪਰਸੈਪਸ਼ਨ ਬਣੀ ਹੋਈ ਹੈ ਲੋਕਾਂ ਦੇ ਵਿੱਚ, ਉਹ ਕਹਿੰਦੇ ਨੇ ਕਿ ਸਿੱਧੂ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਸ ਦੇ ਕੋਲ ਜਾਂ ਜਿਸ ਦੀ ਡਿਕਸ਼ਨਰੀ ਦੇ ਵਿੱਚ, ਵੋਕੈਬੂਲਰੀ ਦੇ ਵਿੱਚ ਕੰਪਰੋਮਾਈਜ਼ ਸ਼ਬਦ ਨਹੀਂ ਹੈਗਾ ਕਿ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਜਿੱਥੇ ਜ਼ਮੀਰ ਦੀ ਗੱਲ ਆਏਗੀ ਜੀ। ਪਰ ਸਿਆਸਤ ਬਿਲਕੁਲ ਡਿਫਰੈਂਟ ਹੈ। ਸਿਆਸਤ ਦੇ ਵਿੱਚ ਜਦੋਂ ਤੁਸੀਂ ਪੈਰ ਰੱਖਦੇ ਹੋ, ਤੁਹਾਨੂੰ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਪੈਂਦਾ ਹੈ, ਕਈ ਵਾਰੀ ਦੋਸਤੀ ਨੂੰ ਵੀ ਇਸ ਤਰੀਕੇ ਦੇ ਨਾਲ ਸ਼ੋਅ ਕਰਨਾ ਪੈਂਦਾ ਕਿ ਸਾਹਮਣੇ ਵਾਲਾ ਸਾਡਾ ਦੁਸ਼ਮਣ ਹੈ। ਨਹੀਂ, ਕੰਪਰੋਮਾਈਜ਼ ਗਲਤ ਅਤੇ ਸਹੀ ਨਾਲ ਨਹੀਂ ਕਰੂੰਗਾ, ਬੰਦਿਆਂ ਨਾਲ ਸ਼ਾਇਦ ਕਰ ਜਾ, ਪਰ ਜਿੱਥੇ ਗਲਤ ਹੋਊ, ਜੋ ਸਹੀ ਹੋਊਗਾ, ਸਹੀ ਅਤੇ ਗਲਤ ਵਿਚਾਲੇ ਕੋਈ ਕੰਪਰੋਮਾਈਜ਼ ਨਹੀਂ, ਠੀਕ ਹੈ ਨਾ। ਜਿਹੜੀ ਚੀਜ਼ ਸਹੀ ਹੈ ਉਹ ਹਮੇਸ਼ਾ ਹੀ ਸਹੀ ਕਹੂੰਗਾ, ਜਿਹੜੀ ਗਲਤ ਆ ਉਹ ਤਾਂ ਗਲਤ ਪਹਿਲਾਂ ਵੀ ਕਹਿੰਦਾ ਰਿਹਾ, ਹੁਣ ਵੀ ਕਹੂੰਗਾ, ਅੱਗੇ ਵੀ ਕਹੂੰਗਾ। ਸੋ ਅਸੀਂ ਸਿਆਸਤ ਦੇ ਵਿੱਚ ਸਿਆਸਤ ਕਰਨ ਆਏ ਨਹੀਂ ਹੈਗੇ, ਹੈ ਨਾ। ਜਿਵੇਂ ਸਿਆਸਤ ਦੇ ਵਿੱਚ ਆਏ ਮੈਨੂੰ ਇਹ ਥੋੜ੍ਹੀ ਹੈ ਇਹ ਬੱਤੀ ਵਾਲੀ ਗੱਡੀ ਲੈ ਲਾਂਗੇ, ਫਲਾਨਾ ਲੈ ਲਾਂਗੇ, ਧਮਕਾ ਲੈ ਲਾਂਗੇ, ਹੈ ਨਾ। ਠੀਕ ਆ, ਉਹ ਚੀਜ਼ਾਂ ਤਾਂ ਚੱਲਦੀਆਂ ਨੇ, ਉਹ ਤਾਂ ਮੇਰੇ ਕੋਲ ਪਹਿਲਾਂ ਵੀ ਹੈ। ਸਿਕਿਉਰਿਟੀ ਪਹਿਲਾਂ ਵੀ ਹੈਗੀ ਮੇਰੇ ਕੋਲ, ਹੈ ਨਾ। ਵੀ ਸਾਰੀਆਂ ਚੀਜ਼ਾਂ ਉਹ ਤਾਂ ਚਲੋ ਠੀਕ ਹੈ, ਆਪਾਂ ਹਾਸੇ ਮਜ਼ਾਕ ਲਈ ਗੱਲਾਂ ਕਰਦੇ ਹਾਂ। ਕੱਲ੍ਹ ਨੂੰ ਮੈਂ ਗਾਣਿਆਂ 'ਚ ਵੀ ਕਹੂੰਗਾ, ਹੈ ਨਾ, ਵੀ ਜਾ ਆਏ ਆ ਵੀ ਬੱਤੀ ਵਾਲੀ ਕਾਰ ਹੈ, ਫਲਾਨਾ ਧਮਕਾ, ਠੀਕ ਹੈ ਯਾਰ, ਇਹ ਕੋਈ ਇਸ਼ੂ ਨਹੀਂ ਹੈਗਾ। ਮੈਂ ਉਹ ਵੱਖਰਾ ਲੈਦਾ, ਪਰ ਵੀ ਜੋ ਚੀਜ਼ਾਂ ਵਾਸਤੇ ਲੋਕ ਆਉਂਦੇ, ਲੋਕ ਫੇਮ ਪਿੱਛੇ ਆਉਂਦੇ ਆ, ਨਾਮ ਪਿੱਛੇ ਆਉਂਦੇ ਆ, ਪੈਸੇ ਪਿੱਛੇ ਆਉਂਦੇ ਆ, ਮੇਰੇ ਰੀਜ਼ਨਸ ਨਹੀਂ ਹੈਗੇ ਇਸ ਚੀਜ਼ ਲਈ ਆਉਣ ਦੇ। ਮੇਰੇ ਰੀਜ਼ਨਸ ਕੁਛ ਹੋਰ ਨੇ, ਹੈ ਨਾ। ਮੈਂ ਆਪਣੇ ਥੋੜ੍ਹੇ ਜਿਹੇ ਲੋਕਾਂ ਵਾਸਤੇ ਆਇਆ, ਹੈ ਨਾ। ਕੁਛ ਸਾਡੀਆਂ ਪ੍ਰੋਬਲਮਸ ਨੇ ਉਹਨਾਂ ਵਾਸਤੇ ਆਇਆ, ਹੈ ਨਾ। ਕਿਉਂਕਿ ਸਾਨੂੰ ਹਜੇ ਤੱਕ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਅਸੀਂ ਪੰਜਾਬ 'ਚ ਹਾਂ ਕਿ ਹਰਿਆਣੇ 'ਚ, ਕਿਉਂਕਿ ਸਾਨੂੰ ਪੰਜਾਬ ਵਾਲਿਆਂ ਨੇ ਤਾਂ ਸਾਨੂੰ ਕਦੇ ਇਸ ਚੀਜ਼ ਦਾ ਮਹਿਸੂਸ ਹੀ ਨਹੀਂ ਹੋਣ ਦਿੱਤਾ ਵੀ ਭਾਈ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ।
ਇੱਥੇ ਕਿੰਨੇ ਵਾਰੀ ਸੀਐਮ ਆਉਂਦਾ, ਰੈਲੀਆਂ ਜ਼ਰੂਰ ਹੁੰਦੀਆਂ ਨੇ, ਮੁੜ ਕੇ ਫਿਰ ਕੋਈ ਨਹੀਂ ਆਉਂਦਾ। ਸੋ ਇਹ ਕਈ ਤਰਾਜ਼ੀਆਂ ਨੇ, ਕਾਫੀ ਕੁਝ ਡਿਸਕਸ ਕਰਾਂਗੇ, ਬੈਠਾਂਗੇ, ਕੋਈ ਗੱਲਾਂ ਬਾਤਾਂ ਕਰਾਂਗੇ, ਕੋਸ਼ਿਸ਼ ਤਾਂ ਕਰਾਂਗੇ ਆਓ ਫਿਰ ਬੈਠਦੇ ਹਾਂ ਜੀ। ਇਹ ਸਵਾਰੀ ਹੈ ਸਾਹਿਬ, ਸਾਨੂੰ ਲੈ ਕੇ ਚੱਲਣਗੇ ਆਪਣੇ ਟਿਕਾਣੇ ਤੇ, ਉੱਥੇ ਬੈਠ ਕੇ ਗੱਲਬਾਤ ਕਰਾਂਗੇ, ਆ ਜੀ। ਉਹਨਾਂ तमाम ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਉਹ ਸਵਾਲ ਜ਼ਰੂਰ ਪੁੱਛੇ ਜਾਣਗੇ ਜੋ ਸਵਾਲ ਇਸ ਵਕਤ ਫਿਜ਼ਾ ਦੇ ਵਿੱਚ ਗੂੰਜਦੇ ਪਏ ਆ। ਆ ਜਾਓ। ਆ ਨਾਲੀਆਂ, ਇਹ ਗਲੀਆਂ, ਇਹ ਰਸਤੇ, ਹਾਂਜੀ ਇਹਦੇ ਨਾਲ ਯਾਦਾਂ ਤਾਂ ਜੁੜੀਆਂ ਹੋਈਆਂ, ਲੇਕਿਨ ਜਦੋਂ ਤੁਸੀਂ ਬਾਹਰਲੇ ਮੁਲਕਾਂ 'ਚ ਜਾਂਦੇ ਹੋ, ਵੱਡੇ ਵੱਡੇ ਸ਼ੋਅ ਕਰਦੇ ਹੋ, ਉੱਥੋਂ ਦੀਆਂ ਤਸਵੀਰਾਂ ਜਦੋਂ ਆਪਣੇ ਨਾਲ ਇੱਕ ਮਾਲਾ 'ਚ ਪਰੋ ਕੇ ਲੈ ਕੇ ਆਉਂਦੇ ਹੋ, ਤਾਂ ਆ ਕੇ ਇੱਥੇ ਪਤਾ ਲੱਗਦਾ ਕਿ ਕਿੰਨਾ ਵੱਡਾ ਡਿਫਰੈਂਸ ਹੈਗਾ। ਨਹੀਂ ਸਗੋਂ ਨਹੀਂ, ਮੈਨੂੰ ਇੱਥੇ ਤਾਂ ਰਹਿਣਾ ਬਹੁਤ ਪਸੰਦ ਆ। ਤਾਂ ਹੀ ਤਾਂ ਬੰਦਾ ਹਮੇਸ਼ਾ ਉੱਥੇ ਜਾ ਕੇ ਵਸਦਾ ਹੁੰਦਾ ਜਿੱਥੇ ਉਹਨੂੰ ਕੰਫਰਟੇਬਿਲਿਟੀ ਤੇ ਪਿਆਰ ਮਿਲਦਾ। ਮੈਨੂੰ ਇੱਥੇ ਦੋਨੇ ਚੀਜ਼ਾਂ ਬਹੁਤ ਵਧੀਆ ਮਿਲਦੀਆਂ। ਲੋਕ ਇੰਨਾ ਪਿਆਰ ਕਰਦੇ ਨੇ, ਸਵੇਰੇ ਉੱਠਦੇ ਹੁੰਦਾ 100 ਜਣਾ ਦਰਵਾਜ਼ੇ 'ਚ ਖੜਾ ਹੁੰਦਾ, ਸਾਰੇ ਜਣੇ ਮਿਲਣ ਵਾਸਤੇ ਨਾ, ਤੇ ਚੰਗਾ ਲੱਗਦਾ ਯਾਰ, ਵਧੀਆ ਲੱਗਦਾ ਆਪਦੇ ਇਲਾਕੇ 'ਚ ਆਪਦੇ ਲੋਕਾਂ ਨਾਲ ਰਹਿਣਾ। ਦੈਟਸ ਅ ਬਲੇਸਿੰਗ। ਹਾਂ ਨਹੀਂ, ਮੈਂ ਸਵਾਲ ਕਰਨਾ ਚਾਹ ਰਿਹਾ ਸੀਗਾ ਕਿ ਡਿਵੈਲਪਮੈਂਟ ਦੇ ਇਸ਼ੂਸ ਹੈ ਨਾ, ਲੋਕਾਂ ਦੀਆਂ ਤੇ ਭਾਵਨਾਵਾਂ ਹੁੰਦੀਆਂ ਹੋਣਗੀਆਂ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਚੀਜ਼ਾਂ ਬਦਲਣੀਆਂ ਚਾਹੀਦੀਆਂ। ਤੁਸੀਂ ਕਹਿੰਦੇ ਹੋ ਕਿ ਇੱਥੇ ਯੂਨੀਵਰਸਿਟੀ ਨਹੀਂ ਹੈਗੀ ਹੈ, ਤਲਵੰਡੀ ਜਾਣਾ ਪੈਂਦਾ ਪੜ੍ਹਨ ਦੇ ਬੱਚਿਆਂ ਨੂੰ। ਰੌਲਾ ਪਤਾ ਕੀ ਗੱਲ ਹੈ, ਡਿਵੈਲਪਮੈਂਟ ਦਾ ਸਾਡਾ ਨਾ ਸਰਕਾਰੀ ਢਾਂਚਾ ਵੀ ਕੁਛ ਇਸ ਤਰੀਕੇ ਨਾਲ ਹੈ। ਜੋ ਪਹਿਲਾਂ ਸਰਪੰਚੀ ਤੋਂ ਪਹਿਲਾਂ ਸਾਨੂੰ ਇਹ ਲੱਗਦਾ ਹੁੰਦਾ ਵੀ ਉਹ ਪੈਸੇ ਲਿਆਵਾਂਗੇ ਮਿੰਟੋ ਮਿੰਟੀ, ਪਰ ਉਹਨਾਂ ਨੇ ਯਾਨੀ ਕਿ ਜਿਹੜੀਆਂ ਸਰਕਾਰੀ ਫਾਰਮੈਲਿਟੀਜ਼ ਇੰਨੀਆਂ ਨੇ ਨਾ, ਵੀ ਜਿਹੜੀਆਂ ਵੀ 4 ਦਿਨ ਪਹਿਲਾਂ ਅਪਰੂਵਲ ਬਣਾਓ, ਪ੍ਰਪੋਜ਼ਲਸ ਬਣਾਓ, ਫਿਰ ਉਦੋਂ ਕੋਈ ਅਫਸਰ ਛੁੱਟੀ ਲੈ ਗਿਆ, ਕੋਈ ਸੈਕਟਰੀ ਛੁੱਟੀ ਲੈ ਗਿਆ, ਕਦੇ ਕੋਈ ਉਹਦਾ ਰੌਲਾ। ਵੀ ਇਹ ਕੰਮ ਬਹੁਤ ਹੀ ਜ਼ਿਆਦਾ, ਜੇ ਸਰਪੰਚ ਲੈਵਲ 'ਤੇ ਇੰਨੇ ਔਖੇ ਨੇ ਤਾਂ ਬੜੇ ਲੈਵਲ 'ਤੇ ਕਿੰਨੇ ਔਖੇ ਹੋਣਗੇ ਹੈ ਨਾ। ਜਦੋਂ ਇੱਕ ਹਲਕੇ ਦੇ ਵਿੱਚ 63 ਪਿੰਡ ਆ ਗਏ, 2 ਸ਼ਹਿਰ ਆ ਗਏ ਹੈ ਨਾ, 2.5 ਲੱਖ ਬੰਦਾ ਆ ਗਿਆ, 2.5 ਲੱਖ ਬੰਦੇ ਦੀ ਵੋਟ, 2.5 ਲੱਖ ਨੂੰ ਕਿਵੇਂ ਸੈਟਿਸਫਾਈ ਕਰਨਾ, ਦੈਟਸ ਅ ਵੈਰੀ ਇੰਪੋਰਟੈਂਟ ਥਿੰਗ ਐਂਡ ਬਿਗ ਥਿੰਗ। ਜਦੋਂ ਤਾਹਾਂ ਤੋਂ ਚੀਜ਼ਾਂ ਆਉਂਦੀਆਂ ਨੇ ਨਾ, ਰੌਲਾ ਇਹ ਨਹੀਂ ਹੈਗਾ ਵੀ ਕੋਈ ਪੈਸਾ ਲਾ ਕੇ ਰਾਜੀ ਨਹੀਂ, ਪੈਸਾ ਲਾ ਕੇ ਸਾਰੇ ਰਾਜੀ ਨੇ। ਰੌਲਾ ਉਹ ਸਰਕਾਰੀ ਢਾਂਚੇ ਨਾਲ ਹੀ ਇਸ ਤਰੀਕੇ ਨਾਲ ਇੰਨਾ ਲੇਟ ਹੋ ਜਾਂਦਾ। ਜੇ ਫੰਡ ਆ ਗਏ ਨੇ, ਕਈ ਵਾਰੀ ਉਹ ਟਾਈਡ ਫੰਡ ਆ ਜਾਂਦੇ ਨੇ, ਉਹ ਅਨਟਾਈਡ ਹੁੰਦੇ 6 ਮਹੀਨੇ ਲਾ ਦਿੰਦੇ ਨੇ। ਸੋ ਵੀ ਕੁਝ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਸਰਕਾਰੀ ਢਾਂਚਾ ਵੀ ਥੋੜ੍ਹਾ ਬਹੁਤ ਸੈੱਟ ਕਰਨ ਵਾਲਾ ਹੈ ਨਾ, ਵੀ ਉਹਦੇ 'ਚ ਸੋਧਾਂ ਅਮੈਂਡਮੈਂਟ ਇਸ ਹਿਸਾਬ ਨਾਲ ਕੀਤੀਆਂ ਜਾਣ ਵੀ ਬਸ ਆਨਲਾਈਨ ਹੋਵੇ ਵੀ ਭਾਈ ਇੰਨੇ ਪੈਸੇ ਆ ਗਏ, ਇੰਨੇ ਟਾਈਮ ਦੇ ਵਿੱਚ ਖਰਚਣੇ ਆ ਹੈ ਨਾ। ਸੋ ਉਹ ਵੀ ਥੋੜ੍ਹਾ ਜਿਹਾ ਲਿਖਤੀ ਪੜ੍ਹਤੀ ਥੋੜ੍ਹਾ ਜਿਹਾ ਉਹ ਸਰਕਾਰੀ ਸਿਸਟਮ ਸੈੱਟ ਕਰਨ ਵਾਲਾ ਹਾਂ, ਤਾਂ ਜੋ ਵੀ ਟਾਈਮ ਨਾਲ ਸਾਰੇ ਪੈਸੇ ਲੱਗ ਉਹਨਾਂ ਹੀ ਕਈ ਕੰਮ ਕੀਤੇ ਪਿੰਡ ਹਨ। ਬਦਲਾਂਗੇ ਦੌਰ, ਤੂੰ ਗੱਲ ਕਿਹੜੀ ਕਹੀ ਹੈ? ਹਾਂ ਉਹੀ ਜਗ੍ਹਾ ਜੀ ਬਦਲ ਰਿਹਾ ਦੌਰ ਬਦਲ ਰਿਹਾ ਜੀ, ਬਦਲੂਗਾ। ਤੁਸੀਂ ਜਦੋਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ, ਆਪਣੀ ਮਿਹਨਤ ਨੂੰ ਦੇਖਦੇ ਹੋ, ਮਿਹਨਤ ਦਾ ਫਲ ਦੇਖਦੇ ਹੋ, ਤੇ ਅੰਤਰਾਤਮਾ ਵੀ ਕੁਝ ਕਹਿੰਦੀ ਹੋਣੀ ਆ। ਵਧੀਆ ਲੱਗਦਾ ਵੀਰੇ, ਜਦੋਂ ਤੁਹਾਡੀ ਕਿਸੇ ਹੱਕ ਦੀ ਕਮਾਈ ਨਾਲ ਜੋ ਤੁਸੀਂ ਕੁਝ ਨਾ ਕੁਝ ਸਿਸਟਮ ਸੈੱਟ ਕਰਦੇ ਹੋ ਨਾ, ਤਾਂ ਵਧੀਆ ਲੱਗਦਾ। ਇਹੀ ਤਾਂ ਆਪਣੀ ਕਮਾਈ ਹੈ। ਅੱਛਾ ਸਿੱਧੂ ਸਾਹਿਬ ਜੀ, ਗੱਲ ਦੱਸੋ, ਡੈਡਲੀ ਕੰਬੀਨੇਸ਼ਨ ਬਣ ਗਿਆ ਕਾਂਗਰਸ ਦੇ ਵਿੱਚ। ਕਿਵੇਂ? ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ, ਜੀ ਦੂਜੇ ਪਾਸੇ ਤੁਸੀਂ ਹੋ। ਜੀ ਤੁਸੀਂ ਗੀਤਾਂ ਰਾਹੀਂ ਆਪਣਾ ਜਿਹੜਾ ਮੈਸੇਜ ਹੈ ਉਹ ਲੋਕਾਂ ਤੱਕ ਪਹੁੰਚਾ ਦਿੰਦੇ ਹੋ। ਜੀ ਸਿੱਧੂ ਸਾਹਿਬ ਕੀ ਕਰਦੇ ਆ, ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਜੋ ਮੁੱਦੇ ਚੁੱਕਣੇ ਆ ਜਾਂ ਬੁਲੰਦ ਆਵਾਜ਼ ਕਰਕੇ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਗਾਹ ਕਰਨਾ ਉਹ ਕਰ ਦਿੰਦੇ ਆ। ਜੀ ਕਾਂਗਰਸ ਨੂੰ ਖਤਰਾ ਤਾਂ ਨਹੀਂ ਪੈਦਾ ਹੋ ਗਿਆ? ਨਹੀਂ, ਕੁਛ ਇੱਦਾਂ ਦਾ ਨਹੀਂ ਯਾਰ। ਜੇ ਕੁਛ ਕੋਈ, ਮੈਂ ਤਾਂ ਕਹਿੰਦਾ ਵੀ ਵਧੀਆ ਗੱਲ ਹੈ, ਆਪਸ ਦੇ ਵਿੱਚ ਸਾਰਿਆਂ ਦੀ ਕੈਮਿਸਟਰੀ ਵਧੀਆ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਪਾਰਟੀ ਹੋਵੇ। ਜੇ ਤੁਸੀਂ ਆਪਸ ਦੇ ਵਿੱਚ ਹੀ ਲੜੀ ਜਾਓਗੇ ਤਾਂ ਆਪਾਂ ਲੋਕਾਂ ਨੂੰ ਕਿਵੇਂ ਸਮਝਾਵਾਂਗੇ? ਸਮਝਿਆ ਨਾ। ਸੋ ਵਧੀਆ, ਮੈਂ ਵਧੀਆ, ਉਹ ਬਹੁਤ ਚੰਗੇ ਇਨਸਾਨ ਨੇ, ਮੇਰਾ ਵੀ ਵਧੀਆ ਪਿਆਰ ਆ ਉਹਨਾਂ ਨਾਲ ਹੈ ਨਾ ਮਿਲਿਆ। ਅਤੇ ਸੋ ਵਧੀਆ, ਮੈਂ ਕਹਿੰਦਾ ਵੀ ਰੈਡਲੀ ਕੰਬੀਨੇਸ਼ਨ ਲੋਕਾਂ ਵਾਸਤੇ ਚੰਗਾ ਸਵੇਰਾ ਲੈ ਕੇ ਆਵੇ। ਮੈਂ ਜ਼ਿਆਦਾ ਪੋਲੀਟੀਕਲ ਸਵਾਲਾਂ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਹਾਡੀ ਪਹਿਲੀ ਪਾਰੀ ਹੈ, ਅਤੇ ਮੈਂ ਜ਼ਿਆਦਾ ਚਾਹੁੰਦਾ ਕਿ ਤੁਹਾਡੀ ਓਵਰਆਲ ਪਰਸਨੈਲਿਟੀ ਬਾਰੇ, ਕਿ ਹੁਣ ਜੋ ਸਿਆਸਤ ਦੇ ਵਿੱਚ ਐਂਟਰੀ ਹੋਈ ਹੈ ਉਹਦੇ ਨਾਲ ਕੀ ਕੀ ਤਬਦੀਲੀਆਂ ਆਉਣਗੀਆਂ। ਜਦੋਂ ਤੁਹਾਡੀ ਪਹਿਲੀ ਮਰਤਬਾ ਇਹਨਾਂ ਨਾਲ ਮੁਲਾਕਾਤ ਹੁੰਦੀ ਹੈ, ਰਾਹੁਲ ਗਾਂਧੀ ਹੋਰਾਂ ਦੇ ਨਾਲ, ਉਹ ਮੁਲਾਕਾਤ ਬਾਰੇ ਥੋੜ੍ਹਾ ਦੱਸੋ, ਮੈਨੂੰ ਵੀ ਦੱਸੋ, ਲੋਕਾਂ ਨੂੰ ਵੀ ਦੱਸੋ ਜੋ ਸਾਨੂੰ ਸੁਣਦੇ ਪਏ ਆ। ਕੁਛ ਨਹੀਂ ਜੀ, ਅਸਲ ਦੇ ਵਿੱਚ ਮੁਲਾਕਾਤ ਹੋਈ, ਚਲੋ ਮਿਲਣ ਦਾ ਇਹ ਸਬੱਬ ਬਣਿਆ, ਚਲੋ ਸਾਰਾ ਕੁਛ ਹੋਇਆ ਨਾ। ਅਤੇ ਮੁਲਾਕਾਤ ਦੇ ਵਿੱਚ ਕੋਈ ਪੋਲੀਟਿਕਸ ਥਿੰਗ ਨਹੀਂ। ਅਸੀਂ ਪੁੱਛਣਾ ਮੈਨੂੰ ਕਹਿੰਦੇ ਤੁਸੀਂ ਆਏ ਪੋਲੀਟਿਕਸ 'ਚ ਕਦੋਂ ਆਏ ਹੋ, ਕੀ ਰੌਲਾ ਕੀ ਹੈ? ਮੈਂ ਕਿਹਾ ਪੋਲੀਟਿਕਸ ਵੀ ਸਾਨੂੰ ਪਤਾ ਹੀ ਨਹੀਂ। ਇਹ ਪਹਿਲਾ ਸਵਾਲ ਸੀ ਰਾਹੁਲ ਗਾਂਧੀ ਦਾ? ਨਹੀਂ ਮਿਲੇ ਫਾਰਮਲੀ,
कैसे हैं आप, क्या हाल चाल है आपका, क्या ठीक है? ठीक है। ਇਸ ਤੋਂ ਪਹਿਲਾਂ ਉਹ ਤੁਹਾਨੂੰ ਜਾਣਦੇ ਸੀ, ਗੀਤ ਸੁਣੇ ਉਹਨਾਂ ਨੇ ਤੁਹਾਡੇ? ਨਹੀਂ, ਮੈਨੂੰ ਲੱਗਦਾ ਮੈਨੂੰ ਨਹੀਂ ਜਾਣਦੇ ਹੋਣਗੇ, ਪਰ ਉਹਨਾਂ ਨੂੰ ਪਤਾ ਸੀਗਾ ਵੀ ਹਾਂ ਵੀ ਨਹੀਂ, ਸਿਸਟਮ ਉਹਨਾਂ ਨੂੰ ਪਤਾ ਸੀ, ਨਹੀਂ ਪਤਾ ਸੀ, ਲੇਕਿਨ ਉਹਨਾਂ ਦੇ ਸਿਕਿਉਰਿਟੀ ਵਾਲਿਆਂ ਨੂੰ ਤੇ ਪਤਾ ਸੀਗਾ ਕਿ ਤੁਸੀਂ ਕੌਣ। ਸਾਰਿਆਂ ਨੇ ਫੋਟੋ ਕਰਵਾਈ ਉੱਥੇ, ਹਾਂ। ਸਾਰਿਆਂ ਨੇ। ਸੋ ਉਹ ਤਾਂ ਚਲੋ ਹੋਣਾ ਹੀ ਆ, ਚਲੋ ਲੋਕਾਂ ਦਾ ਪਿਆਰ ਹੈ ਜੀ। ਪਤਾ ਗੱਲ ਕੀ ਉੱਥੇ ਹਲ ਵੀ ਕੀ ਰੀਜ਼ਨ ਕੀ ਆ, ਮੈਂ 15 ਸਾਲ ਹੋ ਗਏ ਲੋਕਾਂ ਨੂੰ ਉਹਨਾਂ ਧੱਕੇ ਖਾਂਦਿਆਂ ਨੂੰ, ਕਿਉਂਕਿ ਇਹਦਾ ਕੁਝ ਬਣ ਹੀ ਨਹੀਂ ਰਿਹਾ। ਮੈਂ ਕਦੇ ਲੋਕਾਂ ਨੂੰ ਸਾਡੇ ਏਰੀਆ ਦੇ ਨੂੰ ਐਂ ਲੱਗਣ ਲੱਗ ਗਿਆ ਵੀ ਪੰਜਾਬ 'ਚ ਕਿ ਹਰਿਆਣੇ 'ਚ, ਕਿਉਂਕਿ ਪੰਜਾਬ ਨੇ ਕਦੇ ਸਾਰ ਹੀ ਨਹੀਂ ਲਈ ਸਰਕਾਰਾਂ ਨੇ। ਤੁਸੀਂ ਕਾਂਗਰਸ ਦੀ ਆਈਡੀਓਲੋਜੀ ਸਮਝਣ ਦੀ ਕੋਸ਼ਿਸ਼ ਕੀਤੀ, ਵਿਚਾਰਧਾਰਾ ਕੀ ਹੈ, ਕਿ ਜੋ ਤੁਹਾਡੀ ਪਰਸਨੈਲਿਟੀ ਹੈ, ਜੋ ਤੁਹਾਡੇ ਕਰੈਕਟਰਿਸਟਿਕਸ ਨੇ, ਉਸ ਆਈਡੀਓਲੋਜੀ ਦੇ ਨਾਲ ਤਾਲਮੇਲ ਬਿਠਾ ਲੈਣਗੇ? ਮੇਰੇ ਕਰੈਕਟਰਿਸਟਿਕਸ ਸੱਚਾਈ ਨਾਲ ਨੇ ਜੀ, ਠੀਕ ਹੈ। ਜੇ ਕੁਛ ਵੀ ਕੋਈ ਗੱਲ ਕੱਲ੍ਹ ਨੂੰ ਵੀ ਕੁਝ ਗਲਤ ਕਰਨਗੇ, ਆਪਾਂ ਤਾਂ ਗਲਤ ਨੂੰ ਗਲਤ ਕਹਿਣਾ, ਚਾਹੇ ਉਹ ਕੁਛ ਵੀ ਹੈ ਨਾ। ਆਈਡੀਓਲੋਜੀ ਅਸੀਂ ਇਹੀ ਹਰੇਕ ਕਿਸੇ ਵੀ ਸੰਗਠਨ ਦੀ ਆਈਡੀਓਲੋਜੀ ਇਹੀ ਹੁੰਦੀ ਹੈ ਵੀ ਸਾਫ਼ ਸੁਥਰਾ ਰੱਖਣਾ ਹੈ ਨਾ, ਅਤੇ ਹਮੇਸ਼ਾ ਜਿਹੜਾ ਕੰਮ ਮੇਨ ਲੀਡਰਸ਼ਿਪ ਦਾ ਕੰਮ ਕੀ ਹੁੰਦਾ, ਇੱਕ ਚੰਗਾ ਸੁਨੇਹਾ ਦੇਣਾ, ਲੋਕਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦੀ ਜਾਂਚ ਦੇਣੀ, ਅਤੇ ਉਹਨਾਂ ਨੂੰ ਉਹੋ ਜਿਹੇ ਰਿਸੋਰਸਿਸ ਅਤੇ ਇਨਵਾਇਰਮੈਂਟ ਦੇਣਾ ਹੈ ਨਾ। ਤਾਂ ਮੇਰੀ ਆਈਡੀਓਲੋਜੀ ਵੀ ਇਹੀ ਹੈ ਨਾ। ਅਤੇ ਮੇਰੇ ਪਰਸਨਲ ਕੁਛ ਹੋ ਸਕਦੇ ਨੇ ਵਿਚਾਰ, ਪਰ ਇਹ ਹੈ ਵੀ ਅਸੀਂ ਸਾਰੇ ਜਾਣੀ ਇਹ ਮੇਰਾ ਇੱਥੇ ਮਕਸਦ ਆਉਣ ਦਾ, ਠੀਕ ਹੈ, ਪੋਲੀਟੀਕਲ ਲਾਈਨ ਦੇ ਵਿੱਚ ਆਉਣ ਦਾ ਨਹੀਂ। ਮੈਂ ਤਾਂ ਕੀ ਲੋੜ ਸੀ, ਮੈਨੂੰ ਲੱਗਦਾ ਵੀ ਜਾਂ ਕੋਈ ਮੇਰੇ ਇਨਕਮ ਸੋਰਸਿਸ ਇੰਨੇ ਕੋਈ ਲੋਅ ਨਹੀਂ ਹੈਗੇ ਵੀ ਜਾਂ ਮੇਰਾ ਟਾਈਮ ਪਾਸ ਨਹੀਂ ਹੋ ਰਿਹਾ, ਜਾਂ ਮੇਰੇ ਕੋਲ ਮੈਂ ਲੋਕਾਂ ਦੀਆਂ ਚਰਚਾ ਦਾ ਵਿਸ਼ਾ ਨਹੀਂ ਹੈਗਾ ਹੈ ਨਾ। ਸੋ ਸਾਰੀ ਦੁਨੀਆ ਪਿਆਰ ਕਰਦੀ ਹੈ, ਬਸ ਇਹੀ ਚਾਹੁੰਦੇ ਹਾਂ ਵੀ ਕੁਛ ਨਾ ਕੁਛ ਇਹੋ ਜਿਹਾ ਵਾਤਾਵਰਨ ਕ੍ਰੀਏਟ ਕੀਤਾ ਜਾਵੇ ਤਾਂ ਜੋ ਜਿੰਨੀਆਂ 4-5 ਪੀੜ੍ਹੀਆਂ ਹੋਣਗੀਆਂ ਉਹ ਤਾਂ ਉਵੇਂ ਨਿਕਲ ਗਈਆਂ ਧੱਕੇ ਖਾਂਦੇ ਦੀਆਂ, ਹੁਣ ਕੁਛ ਨਾ ਕੁਛ ਚੰਗਾ ਹੋ ਸਕੇ ਸਾਡੇ ਸ਼ਹਿਰ ਦੇ ਲਈ। ਇੱਕ ਤਾਂ ਸਿੱਧੂ ਸਾਹਿਬ ਬੜਾ ਆਸਾਨ ਤਰੀਕਾ ਹੈਗਾ ਇਹ ਕਹਿਣਾ ਕਿ ਮੈਂ ਲੋਕਾਂ ਦਾ ਭਲਾ ਕਰਨਾ ਚਾਹੁੰਦਾ, ਪੰਜਾਬ ਦੀ ਸਿਆਸਤ ਨੂੰ ਬਦਲਣਾ ਚਾਹੁੰਦਾ, ਇਸ ਕਰਕੇ ਮੈਂ ਪੋਲੀਟਿਕਸ ਦੇ ਵਿੱਚ ਐਂਟਰੀ ਕੀਤੀ। ਬਹੁਤ ਵੱਡੀਆਂ ਗੱਲਾਂ ਨੇ ਕਹਿਣ ਨੂੰ, ਜਦੋਂ ਕੋਈ ਬੰਦਾ ਕਹਿੰਦਾ ਨਾ ਝੂਠ ਲੱਗਦਾ ਸਾਰਿਆਂ ਨੂੰ, ਕੋਈ ਵੀ ਬੰਦਾ ਕਹਿੰਦੇ ਮੇਰੀ। ਲੇਕਿਨ ਇਹਦੇ ਨਾਲ ਕੁਝ ਪਰਸਨਲ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਨੇ, ਕੁਝ ਇਹੋ ਜਿਹੀਆਂ ਚੀਜ਼ਾਂ ਵੀ ਹੈਗੀਆਂ ਨੇ ਜੋ ਆਦਮੀ ਦੇ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ, ਜਦੋਂ ਲੱਗਦਾ ਕਿ ਹਾਂ ਮੈਨੂੰ ਐਂਟਰੀ ਕਰ ਲੈਣੀ ਚਾਹੀਦੀ ਹੈ। ਪਤਾ ਕੀ ਗੱਲ ਹੈ ਜੀ, ਤੁਸੀਂ ਇੰਡੀਆ ਦੇ ਵਿੱਚ ਹੁਣ ਸਾਰੇ ਮੈਨੂੰ ਕਹਿੰਦੇ ਤੂੰ ਪੋਲੀਟਿਕਸ ਦੇ ਵਿੱਚ ਕੋਈ ਬੰਦਾ ਹੀ, ਹੁਣ ਸਾਰਾ ਕੁਛ ਪਰਮਾਤਮਾ ਦੀ ਕਿਰਪਾ ਨਾਲ ਹੈਗਾ, ਪਰ ਲੋਕ ਇੱਥੇ ਜਿਉਣ ਨਹੀਂ ਦਿੰਦੇ। ਇੰਨਾ ਪ੍ਰੈਸ਼ਰਾਈਜ਼ ਤੁਹਾਡੇ 'ਤੇ, ਪ੍ਰੈਸ਼ਰ ਕੁੱਕਰ ਚੱਲਦਾ ਨਾ 24 ਘੰਟੇ ਦਿਮਾਗ 'ਤੇ, ਹਰੇਕ ਬੰਦਾ ਦੱਬਣ ਦੀ ਕੋਸ਼ਿਸ਼ ਕਰਦਾ ਵੀ ਇਹਨੂੰ ਦੱਬ ਕਿਸ ਹਿਸਾਬ ਨਾਲ, ਇਹਨੂੰ ਲੋਟ ਲਿਆ। ਅਤੇ ਉਹ ਬੰਦੇ ਇਹੋ ਜਿਹੇ ਨੇ ਜਿਹੜੇ ਸਾਡੇ ਤੋਂ ਕਾਬਲੀਅਤ 'ਚ ਕਿਤੇ ਜ਼ਿਆਦਾ ਘੱਟ ਨੇ, ਠੀਕ ਹੈ। ਹੁਣ ਮੈਨੂੰ ਦੱਸੋ, ਕੋਈ ਇੱਕ ਬੰਦਾ ਹੈ, ਉਹ ਯਾਨੀ ਕਿ ਕਦੇ ਹਲਕੇ ਤੋਂ ਬਾਹਰ ਨਹੀਂ ਗਿਆ, ਕਦੇ ਉਹ ਕਿਤੇ ਹੋਰ ਨਹੀਂ ਗਿਆ, ਅਤੇ ਉਹ ਬੰਦਾ ਗੱਲਾਂ ਕਰਦਾ ਵੀ ਯਾਰ ਇਹਨੂੰ ਸਿੱਧੂ ਇੱਧਰ ਆ, ਘਰੇ ਆ ਯਾਰ ਮੇਰੇ ਕੋਲ। ਅੱਛਾ, ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਜ਼ਿੰਦਗੀ ਕਰਨੀ ਹੈ, ਕਿਵੇਂ ਤੁਹਾਨੂੰ ਕੁਛ ਲੋੜ ਹੋਈ ਮੈਨੂੰ ਦੱਸੀ, ਤੁਹਾਨੂੰ ਪਤਾ ਆਪਾਂ ਸਾਰਾ ਕੁਛ ਹੀ ਆ ਸਿਸਟਰ। ਅਤੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਮੈਂ ਉਹੋ ਜਿਹੇ ਲੋਕਾਂ ਵਾਸਤੇ ਕਿਉਂ ਵਰਤਿਆ ਜਾਵਾਂ ਜਿਨ੍ਹਾਂ ਨੇ ਸਾਨੂੰ ਵਰਤ ਕੇ ਸਾਨੂੰ ਹੀ ਠੱਠ ਕਰਨਾ, ਠੀਕ ਹੈ ਨਾ। ਫਿਰ ਮੈਂ ਉਹਨਾਂ ਖਾਤਰ ਵਰਤਿਆ ਜਾਵਾਂ ਜਿਨ੍ਹਾਂ ਨੂੰ ਮੇਰੀ ਲੋੜ ਹੈ, ਜਿਨ੍ਹਾਂ ਨਾਲ ਮੈਂ ਕੋਈ ਕੰਮ ਵੀ ਕਰ ਸਕਦਾ, ਜਿਨ੍ਹਾਂ ਨੂੰ ਜਿਹੜੇ ਮੇਰੇ ਤੋਂ ਕੁਛ ਆਸ ਉਮੀਦ ਰੱਖਦੇ ਨੇ। ਫਿਰ ਮੈਂ ਇੱਕ ਉਹੋ ਜਿਹੇ ਬੰਦੇ ਵਾਸਤੇ ਵਰਤਿਆ ਜਾਵਾਂ ਜਿਹਨੇ ਮੈਨੂੰ ਵਰਤ ਕੇ ਇੱਕ ਅਹੁਦਾ ਲੈਣਾ, ਅਹੁਦਾ ਲੈ ਕੇ ਫਿਰ ਸਾਨੂੰ ਹੀ ਤੰਗ ਪਰੇਸ਼ਾਨ ਕਰਨਾ, ਇੱਥੇ ਕਰ, ਆਹ ਕਰ, ਹੋਰਾਂ ਨੂੰ ਵੀ ਕਰੂ, ਮੈਨੂੰ ਤਾਂ ਇਕੱਲੇ ਨੂੰ ਕੀ ਕਰੂ। ਫਿਰ ਜੇ ਪ੍ਰਚਾਰ ਹੀ ਕਰਨਾ, ਕਿਸੇ ਦੂਜੇ ਖਾਤਰ ਪ੍ਰਚਾਰ ਕਰਨਾ, ਤਾਂ ਅਸੀਂ ਆਪਦੇ ਵਾਸਤੇ ਕਿਉਂ ਨਹੀਂ ਕਰ ਸਕਦੇ? ਜਾਂ ਫਿਰ ਅਸੀਂ ਉਹ ਤੀਜਾ ਬੰਦਾ ਜਿਹੜਾ ਯਾਨੀ ਕਿ ਕਾਬਲੀਅਤ 'ਚ ਸਾਡੇ ਤੋਂ ਅੱਧਾ, ਅਸੀਂ ਉਹਦੀ ਵਾਹਵਾਹੀ ਕਰਕੇ ਉਹਨੂੰ ਉਸ ਜਗ੍ਹਾ 'ਤੇ ਬਿਠਾ ਦਈਏ ਜਿੱਥੇ ਉਹ ਕਿਸੇ ਵੀ ਤਰੀਕੇ ਨਾਲ ਸਾਨੂੰ ਗਲਤ ਯੂਜ਼ ਕਰ ਸਕੇ। ਅਸੀਂ ਇਹ ਕਿਉਂ ਕਰੀਏ? ਫਿਰ ਤਾਂ ਅਸੀਂ ਆਪਦੇ ਆਪ ਨੂੰ ਪ੍ਰਮੋਟ ਕਰਾਂਗੇ। ਜੇ ਮੈਂ ਕਿਸੇ ਹੋਰ ਖਾਤਰ ਬੋਲਾਂ ਜਿਹੜਾ ਬੰਦਾ ਗਲਤ ਹੈ, ਕਰਪਟ ਹੈ, ਮੈਨੂੰ ਵੀ ਪਤਾ ਉਹ ਗਲਤ ਹੈ, ਮੈਂ ਉਹਦਾ ਪ੍ਰਚਾਰ ਕਰਾਂ, ਫਿਰ ਮੈਂ ਆਪਦਾ ਕਿਉਂ ਨਹੀਂ ਕਰੂੰਗਾ? ਠੀਕ ਹੈ ਨਾ ਜੀ। ਮੈਨੂੰ ਹੁਣ ਘੱਟੋ ਘੱਟ ਮੈਂ ਪੈਸੇ ਤਾਂ ਨਹੀਂ ਖਾਊਂਗਾ ਕਿਸ ਤੋਂ ਹੈ, ਜਾਂ ਮੈਂ ਕੋਈ ਹੋਰ ਠੱਗੀ ਤਾਂ ਨਹੀਂ ਮਾਰੂੰਗਾ, ਕਿਉਂ ਡਰਾਊਂ ਧਮਕਾਊਂਗਾ ਤਾਂ ਨਹੀਂ ਵੀ। ਜੇ ਫਿਰ ਆਪਾਂ ਇਹੋ ਜਿਹੇ ਬੰਦੇ ਨੂੰ ਪ੍ਰਮੋਟ ਕਰ ਸਕਦੇ, ਫਿਰ ਯਾਰ ਆਪਦੇ ਆਪ ਨੂੰ ਕਿਉਂ ਨਹੀਂ ਕਰ ਸਕਦੇ? ਸਿਰਫ ਇਸ ਗੱਲ ਕਰਕੇ ਮੈਂ ਕਲਾਕਾਰ ਹਾਂ, ਜਾਂ ਮੈਂ ਸਿੰਗਰ ਹਾਂ, ਜਾਂ ਮੇਰਾ ਕਿੱਤਾ ਕੁਛ ਹੋਰ ਹੈ। ਅੱਜ ਤੁਸੀਂ ਕਿੰਨੇ ਕਲਾਕਾਰ ਆਏ, ਸਾਰਿਆਂ ਨੇ ਆਪਣੀ ਉਮਰ ਲੰਘਾ ਕੇ ਪਾਰਟੀਆਂ ਜੁਆਇਨ ਕਰੀਆਂ ਨੇ, ਕਿਉਂਕਿ ਤੁਹਾਨੂੰ ਪਹਿਲਾਂ ਪਤਾ ਸੀ ਪੈਸੇ ਇਕੱਠੇ ਕਰ ਲਈਏ, ਬੈਂਕ ਬੈਲੈਂਸ ਸੈੱਟ ਹੋ ਜਾਣ। ਫਿਰ ਕਿਸੇ ਨੇ ਟਰਾਈ ਕੀਤੀ, ਕਿਉਂਕਿ ਟਰਾਈ ਕਰਨ ਦੀ ਹਿੰਮਤ ਹੀ ਨਹੀਂ ਕਿਸੇ ਕੋਲ ਇੰਨਾ ਕੁ ਰਿਸਕ ਲੈਣ ਦੀ ਗਟਸ ਨਹੀਂ, ਕੋਈ ਰਿਸਕ ਲੈਣਾ ਹੀ ਨਹੀਂ ਚਾਹੁੰਦਾ। ਅਗਲਾ ਕਹਿੰਦਾ ਮੇਰੇ ਕੋਲ ਪੈਸੇ ਆ, ਮੈਂ ਕੀ ਲੈਣਾ। ਅੱਛਾ, ਤੁਹਾਡੀ ਇਸੇ ਗੱਲ 'ਚੋਂ ਇੱਕ ਸਵਾਲ ਇਹ ਵੀ ਹੈਗਾ, ਮੈਂ ਤੁਹਾਡੇ ਕਈ ਸਟੇਜ ਸ਼ੋਅ ਸੁਣਦਾ ਹੁੰਦਾ, ਤੁਸੀਂ ਇੱਕ ਸਟੇਜ ਸ਼ੋਅ 'ਤੇ ਕਹਿ ਰਹੇ ਸੀਗੇ ਕਿ ਹਰ ਬੰਦੇ ਦੀ ਇੱਕ ਐਕਸਪਾਇਰੀ ਡੇਟ ਫਿਕਸ ਹੈਗੀ ਹੈ ਇਸ ਲਾਈਨ ਦੇ ਵਿੱਚ। ਹਾਂਜੀ। ਕਿਤੇ ਐਂ ਤਾਂ ਨਹੀਂ ਸਿੱਧੂ ਸਾਹਿਬ ਕਿ
ਤੁਹਾਨੂੰ ਪਤਾ ਹੈ ਕਿ ਇੱਕ ਨਾ ਇੱਕ ਦਿਨ ਇਹੋ ਜਿਹਾ ਦੌਰ ਵੀ ਆਏਗਾ ਜਿੱਥੇ ਮੇਰੇ ਤੋਂ ਅੱਗੇ ਕੋਈ ਹੋਰ ਆਏਗਾ ਜਿਹਨੂੰ ਲੋਕ ਪਸੰਦ ਕਰਨਗੇ, ਤੇ ਪੋਲਿਟਿਕਸ ਇੱਕ ਇਹੋ ਜਿਹੀ ਸੇਫ ਸਾਈਡ ਹੈਗੀ ਜਿੱਥੇ ਬੈਠ ਕੇ ਅਸੀਂ ਨਾਮ ਵੀ ਕਮਾਈ ਚੱਲਾਂਗੇ, ਕੰਮ ਵੀ ਕਰੀ ਚੱਲਾਂਗੇ, ਤੇ ਆਪਣਾ ਜਿਹੜਾ ਵਕਤ ਹੈਗਾ ਉਹ ਵੀ ਹੰਡਾ ਲਾਂਗੇ। ਇਹ ਦੌਰ ਵਾਲੀ ਗੱਲ ਤਾਂ ਹੈਗੀ ਆ। ਮੈਥੋਂ ਪਹਿਲਾਂ ਕਿੰਨੇ ਆਏ, ਮੈਥੋਂ ਬਾਅਦ 'ਚੋਂ ਕਿੰਨੇ ਆਉਣੇ ਨੇ, ਕਿਸੇ ਨੂੰ ਨਹੀਂ ਰੋਕ ਸਕਦੇ। ਹਰੇਕ ਦਾ ਟਾਈਮ ਪੀਰੀਅਡ ਹੈ ਸਾਰਿਆਂ ਨੂੰ। ਪੋਲੀਟੀਕਲ ਵਧੀਆ ਚੀਜ਼ ਹੈ। ਪੋਲੀਟੀਕਲ ਇਹ ਹੈ ਯਾਰ, ਇਹ ਤਾਂ ਪੋਲੀਟਿਕਸ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹੜਾ ਪੁੰਨ ਵਾਲੇ ਫਲੀਆਂ ਵਾਲਾ ਕੰਮ ਹੈ। ਠੀਕ ਹੈ, ਜੇ ਤੁਸੀਂ ਕੰਮ ਕਰਦੇ ਹੋ ਤਾਂ ਹਰੇਕ ਕੰਮ ਦੇ ਆਪੋ ਆਪਣੇ ਬੈਨੀਫਿਟ ਹੁੰਦੇ ਨੇ। ਉਹ ਬੈਨੀਫਿਟ ਤਾਂ ਹੋਣਗੇ ਹੀ ਹੋਣਗੇ, ਤਾਂ ਮੈਨੂੰ ਵੀ ਹੋਣਗੇ ਜੇ ਮੈਂ ਕੱਲ੍ਹ ਨੂੰ ਪੋਲੀਟਿਕਸ ਦੇ ਵਿੱਚ ਆਉਣਾ। ਪਰ ਇਹ ਵੀ ਹੈ, ਉਹ ਇੱਕ ਚੰਗਾ ਕੰਮ ਵੀ ਹੈ। ਠੀਕ ਹੈ ਨਾ, ਤੇ ਜਿਹੋ ਜਿਹਾ ਰਿਸਕ ਵੀ ਹੈਗਾ, ਤੇ ਰਿਸਕ ਲੈਣ ਦੇ ਅਸੀਂ ਕਾਬਲ ਵੀ ਹੈਗੇ ਹਾਂ। ਰਿਸਕ ਤਾਂ ਹੁਣ ਜ਼ਿਆਦਾ ਵੱਧ ਗਿਆ। ਜਦੋਂ ਮੈਂ ਤੁਹਾਡੇ ਨਾਲ ਸਫ਼ਰ ਕਰ ਰਿਹਾ ਸੀਗਾ, ਇੱਥੋਂ ਤੱਕ ਪਹੁੰਚੇ ਅਸੀਂ, ਇੱਕ ਕਾਫਲਾ ਤੁਹਾਡੇ ਨਾਲ ਤੁਰਦਾ ਹੈ, ਸਿਕਿਉਰਿਟੀ ਤੁਹਾਡੇ ਨਾਲ ਹੁੰਦੀ ਹੈ ਜੀ। ਤੁਹਾਡੀ ਵੀ ਅੱਖ ਜਦੋਂ ਹੁੰਦੀ ਹੈ ਉਹ ਆਸੇ-ਪਾਸੇ ਦੇਖਦੀ ਰਹਿੰਦੀ ਹੈ ਕਿ ਮੈਂ ਮਹਿਫੂਜ਼ ਹਾਂ। ਜੀ। ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨਾਲ। ਸਬਰ ਹੈਗਾ, ਸਕੂਨ ਹੈਗਾ। ਸਕੂਨ ਤਾਂ ਹੈ। ਚੀਜ਼ਾਂ ਪਤਾ ਕੀ ਗੱਲ ਹੈ, ਕਈ ਵਾਰੀ ਅਸਲ ਦੇ ਵਿੱਚ ਸਕੂਨ, ਮੈਨੂੰ ਤਾਂ ਹੁਣ ਸਕੂਨ ਦਾ ਮੀਨਿੰਗ ਹੀ ਭੁੱਲ ਗਿਆ ਵੀ ਸਕੂਨ ਹੁੰਦਾ ਕੀ ਅਸਲ। ਮੇਰੀ ਜ਼ਿੰਦਗੀ ਇਹੋ ਜਿਹੀ ਹੈਗੀ, ਡਾਵਾਂਡੋਲ ਐਵੇਂ ਚੱਲਦਾ ਰਹਿੰਦਾ, ਖੜਕੇ ਦੜਕੇ ਰੌਲੇ ਰੱਪੇ, ਅੱਜ ਮਾੜੇ ਕੱਲ੍ਹ ਚੰਗੇ, ਕੱਲ੍ਹ ਮਾੜੇ ਪਰਸੋਂ ਚੰਗੇ। ਇਹ ਯਾਨੀ ਕਿ ਅਪ ਐਂਡ ਡਾਊਨ, ਜਿਵੇਂ ਪੌੜੀਆਂ ਚੜ੍ਹਦੇ ਹੁੰਦੇ ਆਪਾਂ, ਪਹਿਲੀ ਪੌੜੀ ਦੁੱਖ ਦੀ, ਅਗਲੀ ਪੌੜੀ ਸੁੱਖ ਦੀ ਹੈ, ਤੀਜੀ ਪੌੜੀ ਫਿਰ ਦੁੱਖ ਦੀ ਹੈਗੀ, ਚੌਥੀ ਪੌੜੀ ਫਿਰ ਸੁੱਖ ਦੀ ਹੈਗੀ। ਯਾਨੀ ਕਿ ਮੈਂ ਤਾਂ ਇਸ ਚੀਜ਼ ਲਈ ਪ੍ਰੀਪੇਅਰਡ ਹਾਂ, ਅਤੇ ਨਾ ਮੈਨੂੰ ਕੋਈ ਵਿਰੋਧ ਨਾਲ ਮੇਰੀ ਬਦਨਾਮੀ ਨਾਲ। ਬਹੁਤ ਲੋਕਾਂ ਨੇ ਮੈਨੂੰ ਬਦਨਾਮ ਕੀਤਾ, ਇਸ ਤੋਂ ਬਾਅਦ ਵੀ ਕਰਨਗੇ। ਮੇਰੀਆਂ ਪੁਰਾਣੀਆਂ ਚੀਜ਼ਾਂ ਚੱਕ ਕੇ ਲਿਆਉਣਗੇ। ਤੁਹਾਨੂੰ ਪਤਾ ਪੋਲੀਟਿਕਸ ਪੇਸ਼ਾ ਕਿਹੋ ਜਿਹਾ, ਮੈਨੂੰ ਅਗਲੀਆਂ ਪਿਛਲੀਆਂ ਚੀਜ਼ਾਂ 'ਚ ਲਿਜਾਉਣ ਦੀ ਕੋਸ਼ਿਸ਼ ਕਰਨਗੇ ਵੀ। ਫਿਰ ਇਹ ਤਾਂ ਫਿਰ ਚੀਜ਼ਾਂ ਨਾਲ ਨਾਲ ਚੱਲਣਗੀਆਂ ਹੀ ਚੱਲਣਗੀਆਂ। ਇਹਨਾਂ ਤੋਂ ਡਰਾਂਗੇ ਫਿਰ ਜਾਊਂਗੇ ਕਿਵੇਂ? ਜੇ ਚੁੱਪ ਕਰਕੇ ਬਹਿ ਫਿਰ ਲੋਕ ਤਾਂ ਘਰੇ ਆ ਕੇ ਕੁੱਟ ਕੇ ਜਾਇਆ ਕਰਨਗੇ। ਅੱਛਾ, ਤੁਹਾਨੂੰ ਚਰਨਜੀਤ ਸਿੰਘ ਚੰਨੀ ਬੜੇ ਪਸੰਦ ਨੇ? ਨਹੀਂ, ਵਧੀਆ ਨੇ। ਇਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਆ, ਤੁਸੀਂ ਯਾਰ ਪਤਾ ਕੀ ਗੱਲ ਹੈ, ਆਪਾਂ ਨੂੰ ਹੁਣ ਕਿਸੇ ਦੇ ਮਨ 'ਚ ਤਾਂ ਆਪਾਂ ਕਦੇ ਕਿਸੇ ਦੇ ਵੜ ਨਹੀਂ ਸਕਦੇ। ਠੀਕ ਹੈ, ਚੰਨੀ ਸਾਹਿਬ ਨੂੰ ਮੈਂ ਸਿਰਫ ਇੱਕ ਵਾਰੀ ਮਿਲਿਆ ਜ਼ਿੰਦਗੀ ਦੇ ਵਿੱਚ, ਸਾਰਿਆਂ ਨੂੰ। ਅੱਛਾ, ਜਦੋਂ ਪਹਿਲੀ ਵਾਰ ਮੁਲਾਕਾਤ, ਰਾਬਤਾ ਹੋਇਆ, ਕੀ ਗੱਲਬਾਤ ਹੋਈ ਉਹਨਾਂ ਨਾਲ? ਸਾਰੇ ਵਧੀਆ ਸੀ। ਉਹੀ ਗੱਲ ਹੈ ਨਾ, ਮੈਂ ਤੁਹਾਨੂੰ ਇਹ ਕਹਿਣਾ ਵੀ ਆਪਾਂ ਹੁਣ, ਮੈਂ ਤੁਹਾਡੇ ਮਨ 'ਚ ਤਾਂ ਬੜਿਆ ਨਹੀਂ, ਤੁਹਾਡੇ ਮਨ 'ਚ ਕੀ ਹੈ ਨਾ। ਮੈਂ ਪਹਿਲੀ ਵਾਰੀ ਚੰਨੀ ਸਾਹਿਬ ਨੂੰ ਮਿਲਿਆ। ਆਪਾਂ ਕਿਸੇ ਨੂੰ ਅੰਦਰੋਂ ਨਹੀਂ ਦੇਖ ਸਕਦੇ ਵੀ ਉਹ ਕਿੱਦਾਂ। ਆਪਣੇ ਕੋਲ ਤਾਂ ਇੱਕੋ ਹੀ ਕੀ ਹੈ, ਮੈਨੂੰ ਜੋ ਬੰਦੇ 'ਚ ਚੰਗੀ ਚੀਜ਼ ਲੱਗਦੀ ਵੀ ਉਹ ਹੰਬਲ ਹੈ। ਸਾਰਿਆਂ ਨੂੰ ਮਿਲਦਾ ਯਾਰ, ਐਟਲੀਸਟ ਬੁਲਾਉਂਦਾ ਤਾਂ ਹੈ। ਪਹਿਲਾਂ ਕਿਹਨੇ ਬੁਲਾਇਆ ਆ ਕੇ? ਕਿੰਨੇ ਮੁੱਖ ਮੰਤਰੀ ਆਏ, ਕੌਣ ਬੁਲਾਉਂਦਾ ਆ ਕੇ ਕਿਸੇ ਨੂੰ ਕੋਈ ਨਹੀਂ ਬੁਲਾਉਂਦਾ ਨਾ ਯਾਰ। ਚਲੋ ਚੰਗੇ ਮਾੜੇ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ, ਕੋਈ ਸਾਈਡ 'ਤੇ ਗੱਲ ਹੈ। ਕਿੰਨੇ ਕਰਤੇ, ਚਲੋ ਕੰਮ ਵੀ ਵਧੀਆ ਕਰੇ ਮੇਰੇ ਹਿਸਾਬ ਨਾਲ ਤਾਂ ਉਹ ਵੀ ਘੱਟੋ ਘੱਟ ਇੱਕ ਬੰਦਾ ਟੱਚ 'ਚ ਤਾਂ ਹੈ, ਈਜ਼ੀ ਅਪਰੋਚੇਬਲ ਤਾਂ ਹੈ। ਘੱਟੋ ਘੱਟ ਉਹਨੂੰ ਬੁਲਾ ਤਾਂ ਲੈਂਦੇ ਹਾਂ ਵੀ ਹਾਂਜੀ ਮੁੱਖ ਮੰਤਰੀ ਸਾਹਿਬ ਕੀ ਹਾਲ ਚਾਲ ਹੈ ਨਾ। ਐਂ ਨਹੀਂ ਬੰਦੇ ਨੂੰ ਐਂ ਲੱਗਦਾ ਵੀ ਯਾਰ ਪਤਾ ਨਹੀਂ ਕੀ ਬੋਲੂ ਅੱਗੋਂ। ਨਹੀਂ, ਕਈ ਬੰਦੇ ਇਹੋ ਜਿਹੇ ਵੀ ਸੀ, ਅਗਲਾ ਕਹਿੰਦਾ ਪਰਾਂ ਮੁੱਖ ਮੰਤਰੀ ਆਉਂਦਾ। ਉਹ ਚੀਜ਼ ਨਹੀਂ ਹੈਗੀ ਹੈ ਨਾ। ਚਲੋ ਚੰਗੀ ਗੱਲ ਹੈ, ਇੱਦਾਂ ਹੀ ਹੋਣਾ ਚਾਹੀਦਾ, ਈਜ਼ੀ ਅਪਰੋਚੇਬਲ ਹੋਣਾ ਚਾਹੀਦਾ। ਜ਼ਿੰਦਗੀ ਬੜੀ ਜਲਦੀ ਬਦਲੀ ਹੈ। 27 ਸਾਲ ਦੀ ਉਮਰ ਨੂੰ ਪਹਿਲੇ ਵੀ ਜ਼ਿਕਰ ਕਰਕੇ ਹਟਿਆ। ਪਹਿਲਾਂ ਕਿਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਰੇਲ ਗੱਡੀ 'ਚ ਬੈਠ ਕੇ ਸਟੂਡੀਓ ਜਾਂਦੇ ਹੋਗੇ, ਬੱਸਾਂ 'ਚ ਜਾਂਦੇ ਹੋਗੇ, ਯਕਦਮ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਜੀ, ਹੋਰ ਤਮਾਮ ਲੀਡਰਸ਼ਿਪ ਤੁਹਾਨੂੰ ਹਵਾਈ ਜਹਾਜ਼ 'ਚ ਬਿਠਾ ਕੇ ਰਾਹੁਲ ਗਾਂਧੀ ਹੋਰਾਂ ਦੇ ਨਵਾਜ਼ 'ਤੇ ਲੈ ਕੇ ਜਾਂਦੀ ਹੈ। ਚੀਜ਼ਾਂ ਬਦਲ ਗਈਆਂ। ਪਤਾ ਗੱਲ ਕੀ ਹੈ, ਜਹਾਜ਼ 'ਚ ਮੈਂ ਪਹਿਲੀ ਵਾਰੀ ਕੋਈ ਨਹੀਂ ਬੈਠਿਆ ਹਾਂ, ਪਰ ਇਹ ਗੱਲ ਹੈ ਵੀ ਜ਼ਿੰਦਗੀ ਦੇ ਨਵੇਂ ਖੇਤਰ ਦੇ ਵਿੱਚ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਹੈ ਨਾ, ਉਸ ਚੀਜ਼ ਦੀ ਚਲੋ ਹੁੰਦਾ ਹੀ ਆ ਨਾ। ਅਤੇ ਜੋ ਨਰਵਸਨੈਸ ਪਹਿਲੀ ਦਿਨ ਹੁੰਦੀ, ਮੈਂ ਪਹਿਲੀ ਵਾਰੀ ਬੈਠੇ ਤੋਂ ਧੌਣ ਕਦੋਂ ਨੀਚੇ ਕੀਤੀ ਹੋਈ ਸੀ। ਮੈਂ ਧੌਣ ਨੀਚੇ ਕਰਨ ਦਾ ਮਤਲਬ ਇਹ ਨਹੀਂ ਵੀ ਮੇਰਾ ਮੋਰਾਲ ਡਾਊਨ ਆ। ਧੌਣ ਨੀਚੇ ਕਰਨ ਦਾ ਮਤਲਬ ਇਹ ਸੀਗਾ ਵੀ ਮੇਰੇ ਦਿਮਾਗ ਦੇ ਵਿੱਚ ਕਾਫੀ ਕੁਛ ਚੱਲ ਰਿਹਾ ਸੀ। ਕੀ ਚੱਲ ਰਿਹਾ ਸੀ? ਹੈ ਨਾ, ਮੇਰੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਵੀ ਜੋ ਇੱਕ ਵਾਰੀ ਪਹਿਲੀ ਵਾਰੀ ਆਪਾਂ ਜਦੋਂ ਕੁਛ ਸ਼ੁਰੂ ਕਰਨ ਜਾ ਰਹੇ ਹੁੰਦੇ ਉਦੋਂ ਤੁਹਾਨੂੰ ਹੁੰਦੀ ਹੈ ਨਾ ਵੀ ਘਬਰਾਹਟ ਸੀ ਕਿ ਵੀ ਹਾਂ ਕੀ ਕਰਨਾ ਅੱਗੇ, ਕੀ ਕਰਾਂਗੇ, ਕਿਵੇਂ ਕਰਾਂਗੇ ਸਾਰਾ ਕੁਛ। ਪਰ ਉਹ ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ, ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੀ ਚੀਜ਼ ਹੈ। ਜਦੋਂ ਤੁਸੀਂ ਹਾਂ ਕੀਤੀ ਜੁਆਇਨ ਕਰਨ ਨੂੰ, ਉਦੋਂ ਵੀ ਘਬਰਾਹਟ ਸੀ? ਨਹੀਂ, ਉਦੋਂ ਨਹੀਂ ਸੀ। ਜਦੋਂ ਆਪਾਂ ਜਾ ਰਹੇ ਹੁੰਦੇ ਨਾ, ਮੇਰਾ ਦਿਮਾਗ ਯਾਨੀ ਕਿ ਚੀਜ਼ਾਂ ਚੱਲ, ਤੁਹਾਨੂੰ ਹੁਣ ਵੀ ਮੈਂ ਤੁਰਿਆ ਤੋਂ ਮੈਨੂੰ ਕੁਐਸਚਨ ਕੀਤਾ ਸੀ ਵੀ ਬਾਈ ਤੁਰਿਆ ਤੂੰ ਜਾ ਰਿਹਾ, ਮੈਨੂੰ ਲੱਗਦਾ ਤੇਰਾ ਦਿਮਾਗ ਵੀ ਚੱਲੀ ਜਾਂਦਾ, ਹੁਣ ਵੀ ਤੂੰ ਸੋਚੀ ਜਾਂਦਾ। ਦਿਮਾਗ ਚੱਲਦਾ ਰਹਿੰਦਾ ਕੁਝ ਨਾ ਕੁਝ। ਇੱਕ ਮੈਂ ਜਦੋਂ ਤੁਸੀਂ ਲੰਬਾ ਬੰਦਾ ਹੁੰਦਾ ਉਹੀ ਐਂ ਤਾਂ ਹੁਣ ਸਿੱਟ ਕੇ ਐਂ ਆਦਤ ਹੁੰਦੀ ਉਹਨਾਂ ਦੀ, ਅਤੇ ਮੈਂ ਉਦੋਂ ਕੁਝ ਨਾ ਕੁਝ ਦਿਮਾਗ ਚੱਲਦਾ ਰਹਿੰਦਾ ਵੀ ਇਹ ਬਹੁਤ ਬੜਾ ਸਟੈਪ ਆ ਜ਼ਿੰਦਗੀ ਦਾ ਨਾ, ਵੀ ਇੱਧਰੋਂ ਉੱਧਰੋਂ। ਸੋ ਰਿਸਕ ਵੀ ਹੁੰਦੇ ਨੇ। ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਸਾਰੇ ਕਹਿ ਰਹੇ ਸੀ ਕਹਿੰਦੇ ਫੋਲੋਅਰਸ ਘੱਟ ਗਏ, ਮੈਂ ਕਿਹਾ ਘਟੇ ਆ। ਅਤੇ ਉਹਨੂੰ ਕਈ ਬੰਦੇ ਸੱਜਣ ਮਿੱਤਰ ਬਾਈ ਤੂੰ ਵਧਾ ਲੈ ਰਾਤੋਂ ਰਾਤ, ਮੈਂ ਕਾਹਦੇ ਖਾਤਰ ਵਧਾਵਾਂ, ਵਧੀਆ ਘੱਟ ਗਏ, ਜਿਹਨੇ ਜਾਣਾ ਸੀ ਚੱਲ ਗਏ। ਜਦੋਂ ਇੱਕ ਹੋਰ ਚੀਜ਼ ਹੈਗੀ ਹੈ, ਲੋਕ ਕਹਿੰਦੇ ਪਏ ਕਿ ਕੁਝ ਪੋਸਟ ਵੀ ਤੁਸੀਂ ਡਿਲੀਟ ਕੀਤੀਆਂ। ਹਾਂ, ਇੱਕ ਪਹਿਲੀ ਵਾਰੀ ਥੋੜ੍ਹੀ ਹੋਇਆ, ਤੁਸੀਂ 2019 ਤੋਂ ਲਓ। ਮੈਂ ਹਮੇਸ਼ਾ ਜਿਹੜਾ ਵੀ ਗਾਣਾ ਆਇਆ ਮੇਰੇ, ਇੱਕ ਪੋਸਟ ਨਹੀਂ ਡਿਲੀਟ ਕੀਤੀ, ਸਾਰੀਆਂ ਕੀਤੀਆਂ।
ਸਿਰਫ ਉਹ 'ਚ ਮੇਰੀ ਆਦਤ ਹੈ ਪ੍ਰੋਫਾਈਲ ਕਲੀਨ ਵੀ ਇੰਜ ਹੁੰਦਾ ਵੀ ਮੇਰੀਆਂ ਕਈ ਵਾਰੀ ਕੋਈ ਇੰਟਰਨੈਸ਼ਨਲ ਆਰਟਿਸਟ ਦੇਖਿਆ ਨਾ ਉਹ 'ਚ ਬਸ ਸਿਰਫ ਫੋਟੋਆਂ ਮੇਨ ਨਾ ਅਚੀਵਮੈਂਟਸ ਦੀਆਂ ਫੋਟੋਆਂ ਸਾਰਾ ਕੁਝ ਉਹ ਮੈਂ ਆਰਚੀਵ ਕਰਦਾ ਰਹਿਣਾ ਸਮੇਂ ਤੇ ਡਿਲੀਟ ਨਹੀਂ ਕੀਤੀਆਂ ਕਦੇ, ਆਰਚੀਵ ਕੀਤੀਆਂ ਨੇ। ਮੇਰੇ ਕਈ ਗਾਣਾ ਹੁਣ ਸੈਟਿਸਫਾਈ ਮੂਸਾ ਜੱਟ ਦਾ ਤੁਹਾਨੂੰ ਕੋਈ ਪੋਸਟਰ ਨਹੀਂ ਦਿਸੂਗਾ। SIM ਸਟੂਡੈਂਟ ਦੀਆਂ ਕਾਫੀ ਪੋਸਟਾਂ ਡਿਲੀਟ ਕਰਤੀਆਂ, ਕਿੰਨੇ ਗਾਣੇ ਆਏ ਸੀ ਮੈਂ ਪਹਿਲਾਂ ਪੋਸਟ ਕਰੇ ਡਿਲੀਟ ਕਰ, ਉਹ ਮੈਂ ਕਰਦਾ ਰਹਿਣਾ ਸਮੇਂ ਨਾਲ ਵੀ ਕਈ ਵਾਰੀ ਕੋਈ ਪ੍ਰੋਫਾਈਲ ਐਂ ਦੇਖਣ 'ਚ ਐਂ ਲੱਗੇ ਚਣਮੀ ਵੀ ਕੋਈ ਉਹ ਆਰਚੀਵ ਕਰਦਾ ਰਹਿਣਾ ਮੈਂ, ਆਰਚੀਵ ਕਰਦਾ ਡਿਲੀਟ ਕਦੇ ਨਹੀਂ ਕਰੀਆਂ। ਅੱਛਾ, ਜਿਹੜੀ 1984 ਵਾਲੀ ਪੋਸਟ ਸੀਗੀ ਉਹ ਸਿਰਫ ਉਹਦਾ ਮਕਸਦ ਇਹ ਸੀਗਾ ਕਿ ਜੇ ਤੁਹਾਨੂੰ ਆਰਟਿਸਟ ਦੇਖਦੇ ਪਏ ਆ ਉਹ ਆਪਣੀ ਇੱਕ ਪ੍ਰੋਫਾਈਲ ਨੂੰ ਸੰਭਾਲਣ ਦੇ ਲਈ ਸੀ। ਉਹ ਯਾਰ ਉਹ ਤੁਸੀਂ ਮੈਨੂੰ ਦੇਖੋ, ਮੇਰੇ ਹੁਣ ਪ੍ਰੋਫਾਈਲ ਖੋਲੋ ਤੁਸੀਂ ਇੰਸਟਾਗ੍ਰਾਮ 'ਤੇ, ਤੁਸੀਂ ਪ੍ਰੋਫਾਈਲ ਖੋਲੋਗੇ ਉਹ 'ਚ ਜਿਹੜੇ ਮੇਰੇ ਹੁਣ ਲੇਟੈਸਟ ਗਾਣੇ ਵੀ ਆਏ ਹੋਏ ਮੇਰੇ ਉਹ ਵੀ ਡਿਲੀਟ ਕੀਤੇ ਹੋਏ ਨੇ। ਮੈਂ ਕਰ ਦਿੰਦਾ ਉਹਨਾਂ ਕਿਉਂਕਿ ਮੇਨ ਮੇਰੀ ਆਦਤ ਜੀ ਹੁੰਦੀ ਹੈ ਫੋਟੋਆਂ ਟਕ ਆ ਫਲਾਨੇਸ਼ਵਰੀ ਐਂ ਕਰਦਾ ਹੁੰਦਾ ਮੈਂ ਟਾਈਮ 'ਤੇ ਕਈ ਪੋਸਟਾਂ ਪਾਉਣਾ ਵੀ ਰਹਿਣਾ, ਕਈ ਪੋਸਟਾਂ ਆਰਚੀਵ ਵੀ ਕਰਦਾ ਰਹਿਣਾ, ਪਰ ਉਹ 'ਚ ਕੋਈ ਰੈਗੂਲਰਲੀ ਇਹ ਨਾਲੇ ਅੱਜ ਦੀ ਆਰਚੀਵ ਥੋੜ੍ਹੀ ਸੀ, ਇਹ ਕਦੋਂ ਦੀ ਆਰਚੀਵ ਹੈ। ਜੇ ਮੈਂ ਡਿਲੀਟ ਕਰਨੀ ਹੁੰਦੀ ਤਾਂ ਮੈਂ ਪਾਉਂਦਾ ਕਿਉਂ ਹੈ ਨਾ। ਵੀ ਲੋਕ ਕਈ ਵਾਰੀ ਛੋਟੀਆਂ ਚੀਜ਼ਾਂ ਨੂੰ ਚੱਕ ਕੇ ਇਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਜਾਂਦਾ ਵੀ ਯਾਰ ਜਿਹੜੀ ਚੀਜ਼ ਗਲਤ ਸੀ ਉਹ ਮੈਂ ਕਹਿੰਦਾ ਅੱਜ ਵੀ ਗਲਤ ਹੈ, ਉਹ ਗਲਤ ਕੱਲ੍ਹ ਨੂੰ ਵੀ ਹੋਊਗੀ ਹੈ ਨਾ ਯਾਰ। ਕਿਉਂ ਤੁਸੀਂ ਇੰਨੇ ਕੋਈ ਐਡਾ ਛੋਟਾ ਕਿਸੇ ਦਾ ਮਾਇਨਾ ਨਹੀਂ ਹੁੰਦਾ, ਮੇਰਾ ਐਡਾ ਛੋਟਾ ਮਾਈਂਡ ਸੈੱਟ ਨਹੀਂ ਜਾਂ ਮੈਂ ਐਡਾ ਕਮਜ਼ੋਰ ਦਿਲ ਆਦਮੀ ਨਹੀਂ ਹੈਗਾ ਵੀ ਮੈਂ ਇਹਨਾਂ ਚੀਜ਼ਾਂ ਤੋਂ ਭੱਜੂੰਗਾ। ਅੱਛਾ, ਇੱਕ ਚੀਜ਼ ਦੱਸੋ, ਸਿੱਧੂ ਮੂਸੇਵਾਲਾ ਨੂੰ ਵੋਟਾਂ ਕਾਂਗਰਸ ਕਰਕੇ ਪੈਣਗੀਆਂ ਜਾਂ ਆਪਣੇ ਸੰਘਰਸ਼ ਕਰਕੇ ਪੈਣਗੀਆਂ, ਆਪਣੇ ਨਾਮ ਕਰਕੇ ਪੈਣਗੀਆਂ? ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ ਇਸ ਗੱਲ ਦਾ। ਹੁਣ ਜੇ ਮੈਂ ਕਹੂੰਗਾ ਤਾਂ ਛੋਟਾ ਮੂੰਹ ਬੜੀ ਬਾਤ ਹੋ ਜਾਣੀ ਹੈ, ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ? ਤੁਸੀਂ ਦੱਸੋ। ਅੱਜ ਮੈਂ ਤੁਹਾਡੇ ਤੋਂ ਕੁਐਸਚਨ ਪੁੱਛ ਲਿਆ, ਕਾਂਗਰਸ ਨੇ ਤੁਹਾਨੂੰ ਕਿਉਂ ਚੁਣਿਆ? ਕਾਂਗਰਸ ਨੇ ਮੈਨੂੰ ਕਿਉਂ ਚੁਣਿਆ? ਸ਼ਾਇਦ ਉਹ ਮੈਨੂੰ ਉਹਨਾਂ ਨੂੰ ਲੱਗਦਾ ਉਹ ਕੈਪੇਬਲ ਆ, ਮੈਂ ਇਹਨੂੰ ਕੁਛ ਕਰ ਸਕਦਾ ਹੈ। ਇਹੀ ਜਵਾਬ ਹੈ। ਹਾਂ ਇਹੀ ਚੀਜ਼ ਹੈ, ਮੈਨੂੰ ਲੱਗਦਾ ਵੀ ਮੈਨੂੰ ਚਾਹੁਣ ਵਾਲੇ ਬਹੁਤ ਨੇ, ਮੈਨੂੰ ਪਿਆਰ ਕਰਦੇ ਨੇ। ਘੱਟੋ ਘੱਟ ਆਪਣੇ ਨੇਮ ਫੇਮ ਦਾ ਇਸਤੇਮਾਲ ਲੋਕ ਆਪਣੇ ਟੱਬਰਾਂ ਖਾਤਰ ਕਰਦੇ ਨੇ, ਆਪਣੇ ਜਵਾਕਾਂ ਖਾਤਰ ਕਰਦੇ ਨੇ। ਜੇ ਥੋੜ੍ਹੀ ਬਹੁਤ ਮੈਂ ਇੱਧਰ ਵਰਤ ਲਈ ਫਿਰ ਕੀ ਹੋ ਜਾਊ, ਆਪਦੇ ਲੋਕਾਂ ਖਾਤਰ ਵਰਤ ਲਾਂਗੇ। ਸੋ ਇਹ ਚੀਜ਼ ਹੈ। ਪੇਸ਼ੈਂਸ ਹੈ। ਤੁਹਾਨੂੰ ਕੀ ਲੱਗਦਾ ਹੈ? ਮੈਂ ਸਾਰੀਆਂ ਕੁਐਸਚਨ ਤੁਹਾਡੇ ਤੋਂ ਪੁੱਛ ਰਿਹਾ ਜਿਹੜਾ ਪੇਸ਼ੈਂਸ ਤਾਂ ਸਬਰ ਹੈ। ਸਬਰ ਤਾਂ ਹੈ। ਸਬਰ ਬਿਨਾਂ ਵੀਰੇ ਕੰਮ ਹੀ ਨਹੀਂ ਚੱਲਦਾ। ਜੇ ਸਬਰ ਨਾ ਹੁੰਦਾ ਤਾਂ ਅੱਗ ਬੂਲ ਲਾਓ ਕੇ ਮੈਂ ਕਹਿ ਦੇਣਾ ਸੀ, ਲੈ ਲੈਣੇ ਸੀ ਫੈਸਲੇ ਜਾਓ ਯਾਰ ਮੈਂ ਨਹੀਂ ਕਰਦਾ, ਮੈਂ ਫਲਾਨਾ ਨਹੀਂ ਕਰਦਾ। ਕੁਛ ਨਾ ਕੁਛ ਕਰਨ ਦੀ ਇੱਛਾ ਰੱਖਦੇ ਹੋ ਤਾਂ ਤੁਹਾਨੂੰ ਰਿਜ਼ਲਟ ਵੀ ਮਿਲਣਗੇ ਉਸ ਚੀਜ਼ ਦੇ। ਅੱਛਾ, ਮੈਂ ਜਿੱਤੂੰਗਾ ਇਹ ਕੌਨਫੀਡੈਂਸ ਹੈ ਜਾਂ ਓਵਰ ਕੌਨਫੀਡੈਂਸ ਹੈ? ਨਹੀਂ ਮੈਂ ਤਾਂ ਕਹਿ ਨਹੀਂ ਰਿਹਾ ਕੁਛ ਜਿੱਤ ਹਾਰ, ਹਜੇ ਤਾਂ ਮੈਨੂੰ ਇਹ ਨਹੀਂ ਪਤਾ ਮੈਂ ਖੜਾ ਹੋਵਾਂ ਕਿ ਨਾ ਹੋਵਾਂ। ਮੈਂ ਕਿਸੇ ਨੂੰ ਕੁਛ ਕਿਹਾ ਤਾਂ ਨਹੀਂ ਮੈਂ ਖੜਾ ਹੋਣਾ, ਮੈਂ ਇਲੈਕਸ਼ਨ ਦੇ ਵਿੱਚ ਲੜੂੰਗਾ ਜਾਂ ਕੁਛ। ਠੀਕ ਹੈ, ਜਦੋਂ ਵਕਤ ਆਊਗਾ ਦੇਖਾਂਗੇ ਹੈ ਨਾ। ਹਾਲੇ ਤਾਂ ਹਵਾ ਮਾਰੂ ਕਦੀਆਂ, ਜਦੋਂ ਝੱਖੜ ਝੱਲੂ ਦੇਖਾਂਗੇ ਹੈ ਨਾ। ਕੋਈ ਇਸ਼ੂ ਨਹੀਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਮੇਰੇ ਸੁਣ ਚਾਹੇ ਤੁਸੀਂ ਕਾਂਗਰਸ ਦੀ ਕੈਂਪੇਨਿੰਗ ਦੇ ਲਈ ਗੀਤ ਵੀ ਲਿਖ ਰਹੇ ਹੋ, ਜਲਦੀ ਗੀਤ ਵੀ ਰਿਲੀਜ਼ ਹੋ ਰਿਹਾ? ਨਹੀਂ ਸੀ ਉਹੀ ਗੱਲ ਹੈ ਨਾ, ਚੀਜ਼ਾਂ ਨੇ। ਗੀਤ ਤਾਂ ਮੈਂ ਸਾਰੀ ਨਹੀਂ ਲਿਖੀ ਜਾਂਦਾ ਰਹਿਣਾ। ਕੈਂਪੇਨਿੰਗ ਲਈ ਖਾਸ ਗੀਤ ਨਹੀਂ ਹੋਏਗਾ? ਹਾਲੇ ਕੋਈ ਇਰਾਦਾ ਨਹੀਂ ਹੈਗਾ, ਮੈਂ ਤੁਹਾਨੂੰ ਇਸ ਚੀਜ਼ ਬਾਰੇ ਕੁਝ ਨਹੀਂ ਕਹਿ ਸਕਦਾ। ਇੰਟਰਵਿਊ ਤੋਂ ਬਾਅਦ ਬਣ ਸਕਦਾ। ਮੇਰੇ ਦਰਸ਼ਕਾਂ ਲਈ ਤਾਂ ਮੈਂ ਕੁਝ ਵੀ ਜਿੰਨੇ ਚਾਹਣ ਵਾਲੇ ਨੇ ਗਾਣੇ ਤਾਂ ਬਣਦੇ ਹੀ ਰਹਿਣਗੇ। ਤੇ ਨਾਲੇ ਮੇਰਾ ਮਾਈਂਡ ਤੁਹਾਨੂੰ ਪਤਾ ਵੀ ਇਹ ਸਿਚੁਏਸ਼ਨਲ ਗਾਣੇ ਕਰਦਾ, ਸਾਰੇ ਸਿਚੁਏਸ਼ਨ 'ਤੇ ਕੁਝ ਨਾ ਕੁਝ ਜੇ ਦਿਲ ਕੀਤਾ ਗਾ ਦਿਆਂਗੇ, ਕੋਈ ਇਸ਼ੂ ਨਹੀਂ ਹੈਗਾ। ਇਹ ਤਾਂ ਆਪਣੀ ਮਨ ਮਰਜ਼ੀ ਹੈ, ਕਿਹੜਾ ਕਿਤੋਂ ਬਾਹਰੋਂ ਕੁਝ ਲੈਣ ਜਾਣਾ ਜੀ। ਲਿਖ ਲੈਣਾ, ਗਾ ਦੇਣਾ, ਸੁਣਾ ਦੇਣਾ। ਅੱਛਾ, ਤੁਹਾਡੇ ਮਾਤਾ ਪਿਤਾ ਜੀ ਦੇ ਲਈ ਵੀ ਇੱਕ ਵੱਡਾ ਡਿਸੀਜਨ ਹੀ ਰਿਹਾ ਹੋਏਗਾ ਕਿ ਹੁਣ ਸਿੱਧਾ ਹਾਈ ਕਮਾਨ ਨੂੰ ਮਿਲਿਆ ਜਾ ਰਿਹਾ, ਕਾਂਗਰਸ ਦੇ ਵਿੱਚ ਸ਼ਮੂਲੀਅਤ ਹੋ ਗਈ। ਉਹਨਾਂ ਨੇ 3 ਸਾਲ ਮੇਰੇ ਨਾਲ ਉਹ ਭੋਗਿਆ, ਉਹ ਚੀਜ਼ਾਂ ਮੇਰੇ ਨਾਲ ਉਹ ਝੱਲੀਆਂ ਨੇ ਆਪਦੇ 'ਤੇ। ਉਹਨਾਂ ਨੂੰ ਪਤਾ ਵੀ ਇਹ ਕਿਉਂ ਕਰ ਰਿਹਾ ਸਾਰਾ ਕੁਝ। ਉਹਨਾਂ ਦੇ ਅੱਖਾਂ ਹੇਠ ਉਹ ਮੇਰੇ ਮਾਂ ਪਿਓ ਨੇ ਹੈ ਨਾ। ਮਾਂ ਪਿਓ ਨੂੰ ਪਤਾ ਹੁੰਦਾ ਵੀ ਮੇਰਾ ਜਵਾਕ ਕੀ ਕਰ ਰਿਹਾ, ਤਾਂ ਕਿਹੜੀ ਸਿਚੁਏਸ਼ਨ 'ਚ ਨਿਕਲ ਰਿਹਾ ਅਤੇ ਕਿਉਂ ਕਰ ਰਿਹਾ, ਇਹਦਾ ਰੀਜ਼ਨ ਕੀ ਹੈ। ਅਤੇ ਉਹ ਠੀਕ ਹੈ ਯਾਰ, ਨਰਵਸ ਤਾਂ ਹੁੰਦਾ ਜਦੋਂ ਉਹੀ ਕਹਿਣਾ ਨਾ। ਜਿਵੇਂ ਹੁਣ ਫੋਲੋਅਰਸ ਵਾਲੀ ਗੱਲ ਸੀ, ਫੋਲੋਅਰਸ ਘੱਟ ਕੇ, ਮੈਂ ਘੱਟ ਕੇ ਵਧੀਆ ਗੱਲ ਆ। ਜੇ ਤੁਸੀਂ ਕੋਈ ਕਰੜਾ ਫੈਸਲਾ ਲੈਣ ਦੀ ਹਿੰਮਤ ਰੱਖਦੇ ਹੋ ਤਾਂ ਫਿਰ ਤੁਹਾਨੂੰ ਝੱਲਣਾ ਹੀ ਪਊ, ਝੱਲੋ। ਹੁਣ ਕਾਂਗਰਸ ਪਾਰਟੀ ਤਾਂ ਮੈਂ ਜੁਆਇਨ ਕਰੀ ਜਾਂ ਫੋਲੋਅਰ ਕਿਸੇ ਹੋਰ ਸਿੰਗਰ ਦੇ ਘਟਣ, ਕਿਉਂ ਘਟਣ ਬਈ ਹੈ। ਘੱਟ ਗਏ ਤਾਂ ਫਿਰ ਵੀ ਕੀ ਗੱਲ ਹੋ ਗਈ, ਪਹਿਲਾਂ ਕਦੇ ਘਟੇ ਨਹੀਂ। 645 ਤੋਂ ਅਕਾਊਂਟ ਸ਼ੁਰੂ ਕੀਤਾ ਸੀ ਫੋਲੋਅਰਾਂ ਤੋਂ, ਅੱਜ 6.9 ਮਿਲੀਅਨ ਸੀ, ਫਿਰ ਕੀ ਹੋ ਗਿਆ, 6.8 ਰਹਿ ਗਏ। ਕਿੱਡੀ ਕੁ ਗੱਲ ਹੈ। ਆਪਦਾ ਕੋਸ਼ਿਸ਼ਾਂ ਤਾਂ ਤੁਹਾਨੂੰ ਪਹਿਲਾਂ ਵੀ ਹੋਈਆਂ ਕਾਂਗਰਸ 'ਚ ਜੁਆਇਨ ਕਰਵਾਉਣੀਆਂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਰਿਹਾ ਹੋਵੇ। ਉਹੀ ਉੱਥੇ ਗੱਲ ਤੁਸੀਂ ਫੇਰ ਲਿਆ ਤੁਸੀਂ। ਮੈਂ ਉਹੀ ਕਹਿਣਾ ਵੀ ਯਾਰ ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਇੱਕ ਵੀ ਗੈਂਗਸਟਰਸ ਪਾਰਟੀ 'ਚ ਜੁਆਇਨ ਕਰਵਾ ਰਹੇ ਨੇ। ਠੀਕ ਹੈ, ਮੈਂ ਵੀ ਭਾਈ ਸ਼ਾਇਦ ਤੁਹਾਨੂੰ ਮੈਂ ਗੈਂਗਸਟਰ ਲੱਗਦਾ ਹੋਊਗਾ, ਚਲੋ ਸ਼ਾਇਦ ਮੈਂ ਤੁਹਾਡੀ ਗੱਲ ਮੰਨ ਲਾਂ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹੋ ਜਾਂਦਾ, ਸਿਰਫ ਤੁਹਾਡੀ ਖੁਸ਼ੀ ਲਈ ਵੀ ਤੁਸੀਂ ਚਲੋ ਭਾਈ ਅਸੀਂ ਗੈਂਗਸਟਰ। ਤੁਸੀਂ ਤਾਂ ਬਹੁਤ ਸਿਆਣੇ ਸੀ ਜੀ, ਤੁਸੀਂ ਤਾਂ ਹੁਣ ਵੀ ਬਹੁਤ ਸਿਆਣੇ ਹੋ, ਸੂਝਵਾਨ ਹੋ। ਮੈਥੋਂ ਦੁੱਗਣਾ ਤਿੱਗਣਾ ਐਕਸਪੀਰੀਅੰਸ, ਜਿੰਨੀ ਮੇਰੀ ਉਮਰ ਹੈ ਉਹਨਾਂ ਤੁਹਾਡੇ ਕੋਲ ਤਜਰਬਾ ਸੀ, ਤੁਹਾਡੇ ਕੋਲ ਪਾਵਰ ਵੀ ਸੀ, ਰੁਤਬਾ ਸੀ। ਫਿਰ ਤੁਸੀਂ ਕਿਉਂ ਨਹੀਂ ਸਹੀ ਕੀਤਾ? ਜੇ ਮੈਂ ਗੈਂਗਸਟਰ ਸੀ ਫਿਰ 4.5 ਸਾਲ ਤੁਹਾਡੀ ਸਰਕਾਰ ਸੀ, ਕਿਉਂ ਨਹੀਂ ਫੜਿਆ ਮੈਨੂੰ? ਜੇ ਤੁਹਾਨੂੰ ਕਦੀ ਸਿਸਵਾ ਫਾਰਮ ਨਹੀਂ ਸੱਦਿਆ? ਅੱਛਾ,
ਉਹੀ ਗੱਲ ਹੈ ਨਾ ਤੇ ਮੈਨੂੰ ਸਿਆਸਤ ਦੀਆਂ ਗੱਲਾਂ ਹੁਣ ਸਮਝ ਆਉਣ ਆ ਰਹੀਆਂ ਨੇ, ਦਿਨ ਨੂੰ ਐਕਸਪੀਰੀਅੰਸ ਕਰ ਰਿਹਾ ਵੀ ਉਹੀ ਜਿਹੜਾ ਗੈਂਗਸਟਰ ਸੀ ਉਹਨੂੰ ਤੁਸੀਂ 4-5 ਦਿਨ ਪਹਿਲਾਂ ਜੁਆਇਨਿੰਗ ਤੋਂ ਫੋਨ ਕਰ ਰਹੇ ਸੀ, ਸਿੱਧੂ ਸਿਸਮਾ ਫਾਰਮ ਆ ਜਾ ਯਾਰ ਮਿਲਦੇ ਆ, ਅੱਜ ਤੁਹਾਨੂੰ ਮੈਂ ਗੈਂਗਸਟਰ ਲੱਗਣ ਲੱਗਿਆ ਵੀ ਮੈਂ ਤੁਹਾਡੀ ਪਾਰਟੀ ਸ਼ਾਮਲ ਨਹੀਂ ਹੋਇਆ। ਸੋ ਇਹ ਚੀਜ਼ਾਂ ਨੇ, ਮੈਂ ਰਿਸਪੈਕਟ ਕਰਦਾ ਸਾਰਿਆਂ ਦੀ ਵੀ ਠੀਕ ਹੈ ਚੱਲ, ਪਰ ਵੀ ਇਹ ਹੈ ਵੀ ਇਹ ਸਿਆਸਤ ਦਾ ਹਿੱਸਾ ਹੈ ਵੀ ਸ਼ਾਇਦ ਜੇ ਆਪਾਂ ਬਿਆਨਬਾਜ਼ੀ ਤੋਂ ਲੈਦਾ ਜੇ ਕੋਈ ਕੰਮ ਕਰੇ ਹੁੰਦੇ ਤਾਂ ਸ਼ਾਇਦ ਅੱਜ ਆਪਾਂ ਨੂੰ ਆਹ ਚੀਜ਼ਾਂ ਦੇਖਣੀਆਂ ਨਹੀਂ ਸੀ ਪੈਣੀਆਂ। ਹੁਣ ਆਪਾਂ ਦੂਜਿਆਂ 'ਚ ਹੀ ਕਾਮੀਆਂ ਕੱਢੀ ਗਏ ਵੀ ਫਲਾਨਾ ਮਾੜਾ ਜੀ, ਫਲਾਨਾ ਧਮਕਾ, ਫਲਾਣੇ ਤੋਂ ਇਹਨੂੰ ਖਤਰਾ, ਫਲਾਣੇ ਤੋਂ ਇਹਨੂੰ ਖਤਰਾ, ਅਸੀਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਨਹੀਂ। ਇਹ ਸ਼ਾਇਦ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੁੰਦਾ ਜਾਂ ਬਿਆਨਬਾਜ਼ੀ ਤੋਂ ਹਟ ਕੇ ਕੁਛ ਕੰਮ ਕਰਨ ਦਾ ਕੁਛ ਕਰਿਆ ਹੁੰਦਾ ਤਾਂ ਸ਼ਾਇਦ ਅੱਜ ਆਹ ਹਾਲਾਤ ਨਾ ਹੁੰਦੇ, ਉਹਨਾਂ ਦੇ ਵੀ ਨਾ ਹੁੰਦੇ ਤੇ ਪੰਜਾਬ ਦੇ ਵੀ ਨਾ ਹੁੰਦੇ ਜੀ। ਮੋਟੀਵੇਸ਼ਨ ਕੌਣ ਹੈ ਪੋਲਿਟਿਕਸ ਦੇ ਵਿੱਚ? ਮੋਟੀਵੇਸ਼ਨ ਲੋਕ ਨੇ ਜੀ। ਲੀਡਰ ਤਾਂ ਸਾਰੇ ਹੀ ਵਧੀਆ ਨੇ, ਸਾਰਿਆਂ ਕਿਸੇ ਦੀ ਜੀਵਨੀ ਪਸੰਦ ਹੁੰਦੀ ਹੈ ਨਾ? ਜੀਵਨੀ ਯਾਰ ਪਤਾ ਗੱਲ ਕੀ ਹੈ, ਕੋਈ ਵੀ ਬੰਦਾ ਇਸ ਲਾਈਨ ਦੇ ਵਿੱਚ ਆਉਂਦਾ ਤੇ ਰੁਤਬਾ ਕਾਇਮ ਕਰਦਾ, ਉਹ ਸਾਰੇ ਹੀ ਮੈਂਟਰ ਨੇ ਕਿ ਕੋਈ ਨਾ ਕੋਈ ਕੁਆਲਿਟੀ ਤਾਂ ਕਿਸੇ ਨਾ ਕਿਸੇ 'ਚ ਹੋਊਗੀ। ਸਿੱਧੂ ਸਾਹਿਬ 'ਚ ਕੀ ਕੁਆਲਿਟੀ ਹੈ? ਨਵਜੋਤ ਸਿੰਘ ਚੰਗੇ ਸਿੱਧੂ ਬੁਲਾ ਰਹੇ ਨੇ, ਲੋਕਾਂ ਨਾਲ ਟਾਈਡ ਨੇ, ਕਿਤੇ ਵੀ ਖੜ ਜਾਣ 10 ਬੰਦਿਆਂ ਨੂੰ ਘੇਰ ਕੇ ਮੇਲਾ ਲਾ ਦਿੰਦੇ ਖੜ ਕੇ, ਹਾਊ ਆਰ ਯੂ, ਕੀ ਹਾਲ ਚਾਲ ਹੈ ਆਪਕੇ, 2-3 ਕੁਐਸਚਨ ਪੁੱਛਣਾ ਐਂ ਖੜੇ ਹੋ ਜਾਂਦੇ, ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਉਹ ਪਲੇਨ ਤੇ ਵੀ ਇੱਕ ਜਦੋਂ ਤੁਸੀਂ 에ਅਰਪੋਰਟ ਤੋਂ ਜਾ ਰਹੇ ਹੋ ਤਾਂ ਉਹੀ ਮੈਂ ਉਦੋਂ ਉਹੀ ਦੇਖ ਰਿਹਾ ਸੀ ਨਾ, ਮੈਂ ਪਹਿਲੀ ਵਾਰੀ ਮਿਲਿਆ ਸੀ ਉਦੋਂ ਵੀ ਸਾਰਿਆਂ 'ਚ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਲੋਕਾਂ ਨੂੰ ਖਿੱਚਣ ਦੀ, ਹੈ ਨਾ, ਸੋ ਬਹੁਤ ਵਧੀਆ ਗੱਲ ਹੈ। ਅੱਛਾ, ਉਹ ਪਲੇਨ ਦੇ ਵਿੱਚ ਜੇ ਤੁਸੀਂ ਦੱਸਣਾ ਚਾਹੋ ਕੁਝ ਅੱਛੀਆਂ ਗੱਲਾਂ, ਪੋਜ਼ਿਟਿਵ ਗੱਲਾਂ ਜੋ ਆਪਸ ਦੇ ਵਿੱਚ ਹੋਈਆਂ ਹੋਣ ਸਿੱਧੂ ਸਾਹਿਬ ਦੇ ਤੁਹਾਡੇ ਵਿਚਕਾਰ? ਕੋਈ ਨਹੀਂ, ਉਹ ਤਾਂ ਮੈਨੂੰ ਕਹਿੰਦੇ ਉਹ ਪਹਿਲਾਂ ਤਾਂ ਇਸ ਗੱਲ ਤੋਂ ਹੀ ਖੁਸ਼ ਸੀ ਵੀ ਸਿੱਧੂ ਆ ਗਿਆ, ਸਿੱਧੂ ਹੋ ਗਿਆ, ਸਿੱਧੂ ਸਕੁਐਰ ਹੋ ਗਿਆ, ਇਹ ਅਸੀਂ ਸਾਰੇ ਰਸਤੇ ਉਹਨਾਂ ਨੇ ਵੈਸੇ ਸਿੱਧੂ ਆਹ ਦੇਖ ਵੀਡੀਓ ਆਈ ਆਪਣੇ ਕੋਲੇ ਦੇ, ਸਿੱਧੂ ਆਹ ਦੇਖ ਵੀਡੀਓ ਆਈ, ਹਾਂਜੀ ਅੰਕਲ ਠੀਕ ਹੈ ਵਧੀਆ, ਮੈਂ ਕਿਹਾ ਸੋਹਣੀ ਹੈ, ਕਹਿੰਦਾ ਯਾਰ ਇੰਨੀਆਂ ਵੀਡੀਓ ਕਿੱਦਾਂ, ਇੱਕ ਉਹ ਉਹਨਾਂ ਨੇ ਇੰਟਰੋ ਨਹੀਂ ਸੀਗੀ ਉਹ ਸੀਗਾ ਜਿਹੜੇ 'ਚ ਮੈਂ ਕਿਹਾ ਸੀਗਾ ਵੀ ਸਿੱਧੂ ਖੁੱਲ੍ਹਾ ਸਾਨ ਹੈ, ਸਿੱਧੂ ਉਹ 'ਚ ਮੈਂ ਕਿਹਾ ਮੈਂ ਵੀ ਸਿੱਧੂ ਕਹੇ ਚਕਲ ਜਿਹਾ ਛਲਾਰੂ ਨਾਲ ਸਾਈਨ ਨਹੀਂ, ਕਹਿੰਦਾ ਆਹ ਚਕਲ ਤੇ ਛਲਾਰੂ ਕਿੱਥੋਂ ਲਿਆਦੇ ਸ਼ਬਦ, ਬਾਈ ਸਾਡੇ ਇਲਾਕੇ 'ਚ ਬੋਲਦੇ ਨੇ ਇੱਦਾਂ ਦੇ ਨਾ, ਸੋ ਯਾਨੀ ਕਿ ਉਹ ਵੀ ਸਾਰੇ ਖੁਸ਼ ਸੀਗੇ ਉਸ ਦਿਨ ਨਾਲ ਵੀ ਚਲੋ ਠੀਕ ਹੈ ਨਾ। ਮੈਂ ਕਿਤੇ ਨਾ ਕਿਤੇ ਮੈਂ ਸੋਚ ਰਿਹਾ ਸੀਗਾ ਵੀ ਇਹ ਤੋਂ ਬਾਅਦ ਕੀ ਹੋਊ, ਕੀ ਕਰਨਾ ਹੈ ਨਾ, ਕਿਵੇਂ ਤੁਰਨਾ ਇਸ ਚੀਜ਼ ਦੇ ਵਿੱਚ ਨਾ, ਕਿਵੇਂ ਮੈਂ ਤਾਂ ਯਾਨੀ ਕਿ ਮੇਰੇ ਦਿਮਾਗ 'ਚ ਚੱਲ ਰਿਹਾ ਸੀ, ਪਰ ਸਾਰਿਆਂ ਨੇ ਯਾਨੀ ਕਿ ਜਿੰਨੇ ਵੀ ਉਹਨਾਂ ਨੇ ਵੀ ਕਈ ਗੱਲਾਂ ਕਹੀਆਂ, ਕਹਿੰਦਾ ਵੀ ਸਿੱਧੂ ਤੇਰੀ 28 ਸਾਲ ਉਮਰ ਹੈ ਹਾਲੇ, ਸਾਡੀ 50 55 ਸਾਲਾਂ ਦੇ ਅਸੀਂ ਹੋ ਗਏ, 28 ਸਾਲ ਉਮਰ ਹੈ, ਕਹਿੰਦਾ ਵੀ ਤੇਰੇ ਕੋਲ ਲੰਬੀ ਲਾਈਫ ਪਈ ਹੈ, ਠੀਕ ਹੈ ਨਾ, ਤੇ ਇਸ ਉਮਰ ਦੇ ਵਿੱਚ ਕਹਿੰਦਾ ਲੋਕ ਕਹਿੰਦਾ ਪਾਰਟੀ ਤੋਂ ਕੁਛ ਨਾ ਕੁਛ ਭਾਲਦੇ ਹੁੰਦੇ ਹੈ, ਉਹ ਪਾਰਟੀਆਂ 'ਚ ਤਾਂ ਆਉਣੇ ਹੁੰਦੇ ਵੀ ਪਾਰਟੀ ਨੂੰ ਉਹਨਾਂ ਤੋਂ ਫਾਇਦਾ ਹੋਵੇ, ਪਾਰਟੀ ਤੋਂ ਫਾਇਦਾ ਲੈਣ, ਕੋਈ MLA ਟਿਕਟ ਮਿਲ ਜੇ ਉਹਨਾਂ ਨੂੰ ਤਾਂ ਫਿਰ ਪਾਰਟੀ ਦੇ ਵਰਕਰਾਂ ਦੇ ਵੋਟਾਂ ਪਾ ਕੇ ਉਹਨਾਂ ਨੂੰ ਅਹੁਦਾ ਮਿਲ ਜੇ ਕੋਈ, ਹੈ ਨਾ, ਗੱਲਬਾਤ ਹੋਣ ਲੱਗ ਜੇ, ਕਹਿੰਦਾ ਤੂੰ ਪਹਿਲਾ ਬੰਦਾ ਜਿਹਦੇ ਤੋਂ ਪਾਰਟੀ ਨੂੰ ਫਾਇਦਾ ਹੋਣਾ ਅਤੇ ਤੂੰ ਉਸ ਚੀਜ਼ ਦਾ ਕੋਈ ਫੇਵਰ ਵੀ ਨਹੀਂ ਮੰਗਿਆ। ਮੈਂ ਉਹ ਤਾਂ ਠੀਕ ਹੈ, ਪਰ ਮੈਂ ਫੇਵਰ ਮੰਗੂੰਗਾ ਜਦੋਂ ਟਾਈਮ ਆਇਆ, ਲੋਕਾਂ ਵਾਸਤੇ ਮੰਗਾਂਗੇ। ਉਹ ਕਹਿੰਦੇ ਉਹ ਦੈਟਸ ਨੋ ਪ੍ਰੋਬਲਮ, ਉਹੀ ਕਰਨ ਵਾਸਤੇ ਬੈਠੇ ਆਪਾਂ ਇੱਥੇ। ਸੋ ਵੀ ਇਹ ਚੀਜ਼ਾਂ ਨੇ ਵੀ ਸਾਰੇ ਉਸ ਚੀਜ਼ ਨੂੰ ਉਹ ਉਹੀ ਗੱਲ ਕਹਿ ਰਹੇ ਸੀ, ਕਹਿੰਦੇ ਵੀ ਸਿੱਧੂ ਵੀ ਛੋਟਾ ਹੈ ਤੂੰ, ਬਹੁਤ ਅੱਗੇ ਜਾਣਾ, ਵੀ ਹਾਲੇ ਪਤਾ ਨਹੀਂ ਤੇਰੀ ਕਿਸਮਤ 'ਚ ਕੀ ਪਰਮਾਤਮਾ ਨੇ ਇੱਥੋਂ ਕੀ ਕੁਛ ਕਰਾਉਣਾ ਲਿਖਿਆ ਹਾਲੇ, ਹੈ ਨਾ, ਚੰਗਾ ਹੈ ਨਾ, ਸੋ ਤੂੰ ਇਸ ਚੀਜ਼ ਲਈ ਪ੍ਰਪੇਅਰ ਹੈ, ਦ੍ਰਿੜ ਰਹਿ, ਹੈ ਨਾ, ਕਈ ਚੀਜ਼ਾਂ ਆਉਣਗੀਆਂ, ਕਹਿੰਦਾ ਅਸੀਂ ਵੀ, ਕਹਿੰਦਾ ਵੀ ਘਾਹ ਖਾਧਾ ਜਿਹਨੂੰ ਕਹਿੰਦਾ, ਘਾਹ ਖਾਣਾ ਕਹਿੰਦਾ ਵੀ ਘਾਹ ਖਾ ਕੇ ਟਾਈਮ ਪਾਸ ਕਰਿਆ, ਤੂੰ ਕਹਿੰਦਾ ਇਹ ਚੀਜ਼ਾਂ ਆਉਣਗੀਆਂ ਕਦੇ ਡੋਲੀ ਨਾ। ਹੁਣ ਵੀ ਉਹਨੂੰ ਬਹੁਤ ਲੋਕ ਕਹਿਣਗੇ, ਕਹਿੰਦਾ ਪੋਲੀਟਿਕਸ ਇਹੋ ਜਿਹੀ ਚੀਜ਼ ਹੈ ਵੀ ਜਦੋਂ ਸਟਾਰਟ ਹੋ ਗਈ ਤਾਂ ਲੋਕ ਸਟੋਨਸ ਥਰੋ ਕਰਨ ਲੱਗ ਜਾਂਦੇ ਨਾਲ, ਕਹਿੰਦਾ ਹੁਣ ਜਿੰਨੇ ਤੇਰੇ ਦੁਸ਼ਮਣ ਉਹ ਤੋਂ ਦੁੱਗਣੇ ਤਿੱਗਣੇ ਟ੍ਰਿਪਲ ਹੋ ਜਾਣਗੇ ਨਾ। ਸੋ ਕਹਿੰਦਾ ਵੀ ਇਹ ਚੀਜ਼ਾਂ ਤੋਂ ਕਦੇ ਘਬਰਾ ਹੀ ਨਾ, ਮੇਰੇ ਬਹੁਤ ਨੇ ਕਹਿੰਦੇ ਉਧਰ ਆਏ ਹੋਏ, ਕਹਿੰਦਾ ਵੀ ਇਹ ਚੀਜ਼ਾਂ ਮੈਨੂੰ ਸਮਝਾ ਚੁੱਕਿਆ ਆਲਰੇਡੀ, ਮੈਨੂੰ ਜਾਣੀ ਕਿ ਸਾਰਿਆਂ ਨੇ ਕਹਿੰਦਾ ਤੂੰ ਬਹੁਤ ਯੰਗ ਹੈ, ਤੇਰੇ ਕੋਲ ਬਹੁਤ ਬਰਾਈਟ ਫਿਊਚਰ ਹੈ ਜੇ ਤੂੰ ਕੁਛ ਕਰਨਾ, ਸੋ ਦ੍ਰਿੜ ਰਹੀ, ਮੁੱਕਦੀ ਗੱਲ ਇਹੀ ਹੈ। ਅੱਛਾ, ਤੁਹਾਨੂੰ ਲੱਗਦਾ ਕਿ ਤੁਹਾਡੀ ਟ੍ਰੇਨਿੰਗ ਜੋ ਮੀਡੀਆ ਇੰਡਸਟਰੀ ਦੇ ਵਿੱਚ ਹੋਈ, ਜਿਸ ਤਰੀਕੇ ਦੇ ਨਾਲ ਤੁਹਾਨੂੰ ਕ੍ਰਿਟੀਸਾਈਜ਼ ਵੀ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਮੀਡੀਆ ਦੇ ਵਿੱਚ ਸਿਆਸਤ ਹੋਈ, ਤੁਹਾਨੂੰ ਲੱਗਦਾ ਕਿ ਯੂ ਵਰ ਗੈਟਿੰਗ ਰੈਡੀ, ਤੁਹਾਨੂੰ ਉੱਪਰ ਵਾਲਾ ਅਕਾਲ ਪੁਰਖ ਤਿਆਰ ਕਰ ਰਿਹਾ ਸੀ? ਮੈਨੂੰ ਹੁਣ ਸਮਝ ਆਉਂਦੀ ਹੈ ਵੀ ਉਹ ਜਿਹੜੇ ਇੰਨੇ ਪੱਤਰਕਾਰਾਂ ਨਾਲ ਕਲਕਈਆ ਕਲੇਸੀ, ਮੇਰਾ ਸਾਰਾ ਕੁਛ ਇੰਨਾ ਕੁਛ ਹੁੰਦਾ ਰਿਹਾ ਮੇਰੇ 'ਤੇ, ਵੀ ਸ਼ਾਇਦ ਉਹ ਇਸੇ ਚੀਜ਼ ਵਾਸਤੇ ਸੀ, ਵੀ ਪ੍ਰਪੇਅਰ ਕਰਨ ਵਾਸਤੇ, ਵੀ ਕਿਤੇ ਕੱਚਾ ਨਾ ਰਹਿ ਜਾਵਾਂ। ਉਹ ਚੀਜ਼ਾਂ ਨੇ ਹੁਣ ਮੈਨੂੰ ਸਮਝ ਆਉਂਦੇ ਨੇ ਉਦੋਂ ਕਿਉਂ ਚੱਲ ਰਿਹਾ ਸਾਰਾ ਕੁਛ, ਉਹਨਾਂ ਚੀਜ਼ਾਂ ਨਹੀਂ ਪਰ ਪੱਕਾ ਕੀਤਾ ਹੁਣ ਤਾਂ ਇੱਥੋਂ ਤਾਈਂ ਆਉਣਾ, ਸੁਣਵਾਈ ਹੋਈ ਨਹੀਂ ਕੋਈ। ਹੁਣ ਮੈਂ ਇੱਥੇ ਬੈਠਾ, ਮੇਰੇ 'ਤੇ ਕੋਈ ਕੰਪਲੇਂਟ ਦੇ ਮੈਨੂੰ ਕੰਪਲੇਂਟ ਵਾਲੇ ਉੱਥੋਂ ਸੱਦਣਗੇ, ਇਹ ਆ ਜਾ ਫਲਾਨਿਆ, ਇਹਦੇ ਨਾਲ ਤਾਂ 4 ਫੋਟੋਆਂ ਕਰਾ ਕੇ ਜਾ, ਨਾਲੇ ਗੱਲ ਭਾਵੇਂ ਕੋਈ ਵੀ ਨਾ ਹੋਵੇ,
ਕੰਪਲੇਂਟਾਂ ਤੇ ਬਹੁਤ ਕੁਝ ਕਰਦੇ ਨੇ, ਬਹੁਤ ਕੰਪਲੇਂਟਾਂ ਕਰਦੇ ਨੇ ਲੋਕਾਂ ਤੇ ਵੀ ਇਹਦੇ ਕੋਲੇ ਫਲਾਨਾ ਹੈ ਜੀ, ਇਹਨੇ ਆਹ ਕੀਤਾ ਜੀ, ਇਹਨੇ ਆਹ ਕੀਤਾ, ਪਰ ਉਹ ਕਦੇ ਪ੍ਰੂਵ ਹੋਈ ਨਹੀਂ, ਕਿਉਂਕਿ ਕੰਪਲੇਂਟਾਂ ਹੀ ਸੀ ਉਹ, ਹੈ ਨਾ। ਉਹ ਇਹ ਚੀਜ਼ ਹੁਣ ਮੈਨੂੰ ਕਈ ਚੀਜ਼ਾਂ ਦੇ ਵਿੱਚ ਲੋਕ ਘੜੀਸਦੇ ਨੇ, ਆਰਮਸ ਐਕਟ ਤੇ ਫਲਾਨਾ ਧਮਕਾ। ਮੈਂ ਯਾਰ ਆਰੋਪ ਨੇ, ਸਿੱਧ ਹੋਏ, ਜਿੱਦਣ ਸਿੱਧ ਹੋਏ ਉਦਣ ਦੇਖਾਂਗੇ। ਕਈ ਲੋਕ ਕਹਿੰਦੇ ਹੋਏ ਆ ਜਦੋਂ ਤੁਸੀਂ ਜੁਆਇਨ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਸਟੇਟਸ ਪਾਏ, ਕਈਆਂ ਨੇ ਇਹ ਵੀ ਕਿਹਾ, ਬਿਆਨ ਵੀ ਦਿੱਤੇ ਕਿ ਹੱਥ 'ਚ 47 ਫੜਾ ਕੇ ਪੰਜਾਲੀ ਪਾਲੀ, ਕੁਛ ਇਸ ਤਰੀਕੇ ਦੇ ਬਿਆਨ ਵਗੈਰਾ ਵੀ ਆਉਣੇ ਸ਼ੁਰੂ ਹੋਏ। ਦੇਖੋ ਜੀ, ਲੋਕਾਂ ਦਾ ਹੱਕ ਹੈ ਕਹਿਣਾ, ਅਤੇ ਲੋਕ ਕ੍ਰਿਟੀਸਾਈਜ਼ ਉਸੇ ਨੂੰ ਹੀ ਕਰਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਉਮੀਦਾਂ ਹੁੰਦੀਆਂ ਨੇ। ਹੋਰ ਇੱਥੇ ਬਥੇਰੇ ਫਿਰਦੇ, ਉਹਨਾਂ ਨੂੰ ਕੋਈ ਕੁਛ ਕਹਿੰਦੇ ਨਹੀਂ। ਕੋਈ ਇੱਥੇ ਹੁਣ ਮੇਰੇ ਨਾਲ ਹੋਰ 20 ਭਰਾ ਬੈਠੇ, ਉਹਨਾਂ ਨੇ ਕਦੇ ਸੋਸ਼ਲ ਮੀਡੀਆ 'ਤੇ ਕਿਸੇ ਨੇ ਗਾਲ ਵੀ ਨਹੀਂ ਕੱਢੀ ਹੋਣੀ, ਉਹ ਫਲਾਨੇ ਆ। ਅਗਲਾ ਕਹਿੰਦਾ ਤੇਰੇ ਤੋਂ ਕੀ ਲੈਣਾ, ਮੈਂ ਰੌਲਾ ਤਾਂ ਉਹਦੇ ਨਾਲ ਹੈ, ਇਹਨੂੰ ਕੁਛ ਕਹਾਂਗੇ ਤਾਂ ਕੁਛ ਨਾ ਕੁਛ ਨਿਕਲੂ। ਉਹਨਾਂ ਦਾ ਹੱਕ ਹੈ ਜੀ, ਉਹ ਕੁਛ ਵੀ ਕਹਿ ਸਕਦੇ ਨੇ, ਅਤੇ ਮੈਂ ਰੈਡੀ ਹਾਂ, ਕਹੋ, ਸੁਣਨ ਲਈ ਤਿਆਰ ਹਾਂ ਮੈਂ। ਜਿੱਥੇ ਮੈਥੋਂ ਮੇਰਾ ਪੱਖ ਪੁੱਛੋਗੇ ਮੈਂ ਦੱਸੂੰਗਾ। ਅੱਛਾ, ਜਦੋਂ ਤੁਸੀਂ ਪਲੇਨ 'ਚ ਬੈਠੇ ਹੋਏ ਸੀਗੇ, ਤੁਹਾਡੇ ਦਿਮਾਗ ਦੇ ਵਿੱਚ ਬਹੁਤ ਮਾਮਰੋਲੇ ਉੱਠਦੇ ਹੋਣੇ ਆ। ਤੁਹਾਡੇ ਨਾਲ ਰਾਜਾ ਵੜਿੰਗ ਸਾਹਿਬ ਉੱਥੇ ਸੀਗੇ, ਹੋਰ ਤਮਾਮ ਲੋਕ ਤੁਹਾਡੇ ਨਾਲ ਗਏ, ਸਿੱਧੂ ਸਾਹਿਬ ਉੱਥੇ ਗਏ, ਉਹਨਾਂ ਨੂੰ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਮਿਲਣ ਜਾ ਰਿਹਾ ਐਡੀ ਵੱਡੀ ਹਸਤੀ ਨੂੰ, ਕੀ ਗੱਲਬਾਤ ਕਰਾਂਗਾ, ਉਹ ਅੱਗੋਂ ਦੀ ਕੀ ਪੁੱਛਣਗੇ? ਕੋਈ ਇਸ਼ੂ ਨਹੀਂ ਜੀ, ਇਨਸਾਨ ਤਾਂ ਸਾਰੇ ਇਨਸਾਨ ਹੀ ਨੇ ਜੀ, ਹਸਤੀਆਂ, ਹੈ ਨਾ। ਵੀ ਬੜੀ ਗੱਲ ਹੈ, ਸਾਰੇ ਇੱਕੋ ਜਿਹੇ ਹੀ ਆਪਾਂ, ਹੈ ਨਾ। ਇਹ ਹੋ ਸਕਦਾ ਵੀ ਤੁਹਾਡਾ ਰੁਤਬਾ ਮੈਥੋਂ ਥੋੜ੍ਹਾ ਜਿਹਾ ਵੱਡਾ ਹੋ ਸਕਦਾ, ਮੈਂ ਤੁਹਾਡੇ ਤੋਂ ਥੋੜ੍ਹਾ ਛੋਟਾ ਹੋ ਸਕਦਾ, ਪਰ ਆਫਟਰ ਆਲ ਸਾਰੇ ਇਨਸਾਨ ਆ। ਉਹ ਚੀਜ਼ਾਂ ਦੇਖਣ ਨੂੰ ਕੁਝ ਹੋਰ ਲੱਗਦੀਆਂ ਨੇ। ਅਤੇ ਇਹਦੇ ਉੱਤੇ ਗੱਲਾਂ ਬਾਤਾਂ ਹੋਈਆਂ ਸੀ, ਕੋਈ ਗੱਲਬਾਤ ਨਹੀਂ ਹੋਈ, ਗੱਲ ਸਾਰੀ ਮਾਨਸਾ ਦੇ ਢੁੱਕਦੀ ਸੀ ਆ ਕੇ। ਉਹਦੇ ਤੂੰ ਕਿੱਥੋਂ ਆਇਆ ਵੀਰ, ਤੂੰ ਕਿੱਥੋਂ ਆਇਆ, ਕਿੱਥੋਂ ਸਟੱਡੀ ਕੀਤੀ ਹੈ, ਕੀ ਕੀਤਾ, ਮੈਂ ਸਾਰਾ ਕੁਛ, ਆਹ ਚੀਜ਼ਾਂ ਨੇ। ਆਹ ਪ੍ਰੋਬਲਮ ਆ ਜੀ, ਸਾਡੇ ਕੈਂਸਰ ਬੈਲਟ ਹੈ, ਆਹੀ ਡਿਸਕਸ ਹੋਇਆ ਸਾਰਾ ਕੁਛ ਵੀ ਅਸਲ 'ਚ ਮੁੱਦੇ ਕੀ ਨੇ। ਆਹੀ ਮੁੱਦਾ ਸਾਡਾ ਹੀ, ਪਹਿਲੀ ਗੱਲ ਸਾਡਾ ਲੀਡਰ ਹੀ ਨਹੀਂ ਕੋਈ ਬੰਦਾ ਨਹੀਂ। ਜਿਹੜੇ ਲੀਡਰ ਹੈਗੇ ਨੇ ਵਿਚਾਰੇ, ਉਹ ਇੰਨੇ, ਯਾਨੀ ਕਿ ਹਾਲੇ ਕੋਈ ਬਸ ਲੋਕ ਦੁੱਖੀ ਭੋਗੀ ਜਾਂਦੇ ਨੇ, ਹੈ ਨਾ। ਅਤੇ ਕੈਂਸਰ ਬੈਲਟ ਆ, 2 ਥਰਮਲ ਨੇ, ਦਾੜ ਮੱਖਾ, ਤੜਕੇ ਨੂੰ ਕੱਪੜੇ ਪਾਏ ਹੁੰਦੇ ਨੇ, ਚਿੱਟੇ ਕੱਪੜੇ ਤਾਂ ਸੁੱਕਣੇ, ਪਰ ਤੜਕੇ ਨੂੰ ਕਾਲਾ ਬਣ ਜਾਂਦਾ। ਸੁਆਹ ਡਿੱਗਦੀ ਅੰਤਾਂ ਦੀ, ਠੀਕ ਹੈ ਨਾ। ਰਿਆਂ ਸਪਰੇਆਂ ਬੰਨੀਓ, ਪੀੜੀਆਂ ਸੁੰਨੀਆਂ ਨਾਲ ਨਰਮੇ ਖਰਾਬ ਹੋ ਜਾਣ, ਲੋਕ ਸੁਸਾਈਡ ਕਰੀ ਜਾਂਦੇ ਨੇ। ਆਹ ਸਾਡੀ ਸਥਿਤੀ ਹੈ ਜੀ, ਆਹ ਹਲਕੇ ਦਾ ਹਾਲ ਹੈ ਸਾਡੇ ਦਾ। ਉਹ ਇਹੋ ਜਿਹੀਆਂ ਗੱਲਾਂ ਬਾਤਾਂ। ਤੁਸੀਂ ਮਦਦ ਵੀ ਕਰਨੀ ਚਾਹੀਦੀ ਸੀ ਨਾ ਕਿਸੇ ਕੁੜੀ ਦੀ ਜਿਹਨੂੰ ਕੈਂਸਰ ਨਾਲ ਉਹ ਪੀੜਿਤ ਸੀਗੀ। ਉਹ ਸੀਗਾ ਇੱਕ ਮਸਲਾ ਸੀਗਾ ਵਿੱਚ ਇੱਥੇ ਇੱਕ ਮਦਦ। ਯਾਰ ਬਾਈ ਪਤਾ ਕੀ ਗੱਲ ਹੈ, ਹੁਣ ਜੇ ਮੇਰੇ ਕੋਲ ਖਜ਼ਾਨਾ ਭਰਿਆ ਹੋਵੇ ਨਾ, ਮੈਂ ਸਾਰੇ ਪੰਜਾਬ ਦੀ ਮਦਦ ਕਰਦਾ। ਹੁਣ ਇੰਨੇ ਹੱਥ ਨਹੀਂ ਨਾ ਹੁੰਦੇ, ਘਰ ਵੀ ਦੇਖਣਾ, ਰੋਟੀ ਵੀ ਖਾਣੀ ਹੈ, ਹੈ ਨਾ। ਹਰੇਕ ਕੋਲ ਕੌਣ ਚਾਹੁੰਦਾ ਉਹ ਵੀ ਜਿਹਦੇ ਕੋਲ ਸਮਾਨ ਹੋਵੇ ਅਤੇ ਉਹ ਵੰਡੇ ਨਾ, ਹੈ ਨਾ। ਕਈ ਵਾਰੀ ਹੱਥ ਹੀ ਇੰਨਾ ਹੁੰਦਾ, ਜਿੱਦਣ ਕਾਬਲ ਹੋਏ, ਪਰਮਾਤਮਾ ਇੰਨੇ ਕਾਬਲ ਕੀਤੇ ਤਾਂ ਹੈਲਪ ਸਾਰੇ। ਤੁਹਾਡੇ ਕੋਲ ਕੁਛ ਹੋਵੇ, ਤੁਸੀਂ ਕਦੇ ਕਿਸੇ ਨੂੰ ਭੁੱਖਾ ਮੋੜ ਦਿਓ? ਨਹੀਂ ਮੋੜਾਂਗੇ ਨਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਕਿਸੇ ਨਾ ਕਿਸੇ, ਪਰ ਆਪਦੇ ਹੱਥ ਬੰਨੇ ਹੁੰਦੇ ਨੇ ਨਾ। ਸੋ ਸਾਰੀ ਹਿਊਮਨ ਨੇਚਰ ਦੇ ਵਿੱਚ ਆਪਾਂ ਸਾਰੇ ਇੱਕ ਦੂਜੇ ਦਾ, ਆਪਾਂ ਨੂੰ ਹੱਥ ਫੜਨਾ ਚਾਹੀਦਾ, ਅਤੇ ਫੜਦੇ ਵੀ ਹਾਂ ਜਿੰਨੇ ਕੁ ਜੋਗੇ ਹੈਗੇ ਆ। ਜਿੰਨੇ ਕੁ ਜੋਗੇ ਮਦਦ ਕਰਨ ਵਾਲਾ ਕੋਈ ਹੁੰਦਾ ਉਹਦੀ ਕਰ ਵੀ ਦਿੰਦੇ ਆ। ਜਿਹੜਾ ਹੱਥ ਹੀ ਬਾਹਰ, ਜਿਹਨਾਂ ਕਹਿਣਾ ਭਾਈ ਮੇਰਾ ਆਹ ਕਰਕੇ ਦੇ, ਇੰਨੇ ਲੱਖਾਂ ਦੀ ਲੋੜ ਹੈ, ਕਿੱਥੇ ਕਈ ਵਾਰੀ ਨਹੀਂ ਹੁੰਦਾ। ਸੋ ਇਹ ਚੀਜ਼ ਹੈ। ਬਹੁਤ ਸਾਰੀਆਂ ਸਿਫਾਰਿਸ਼ਾਂ ਵੀ ਆਈਆਂ, ਕਈ ਵਾਰੀ ਜਿਵੇਂ ਤੁਸੀਂ ਕਹਿੰਦੇ ਹੋ, ਕਿਤੇ ਕੰਪਲੇਂਟ ਕਰ ਦਿੰਦੇ ਆ, ਫਿਰ ਸੱਦ ਲੈਂਦੇ ਆ। ਮਕਸਦ ਇਹ ਹੁੰਦਾ ਕਿ ਫੋਟੋ ਕਰਾਉਣੀ ਹੈ ਜਾਂ ਕਿ ਦਬਾਉਣਾ, ਹੱਥ ਪਾਉਣਾ। ਲੱਗਦਾ ਕਿ ਹੁਣ ਜਦੋਂ ਸਿਆਸਤ ਦੇ ਵਿੱਚ ਆਓਗੇ ਤਾਂ ਕਈਆਂ ਦੇ ਲੋਕਾਂ ਦੇ ਮੂੰਹ ਵੀ ਬੰਦ ਹੋ ਜਾਣਗੇ, ਅਤੇ ਕਈ ਚੀਜ਼ਾਂ ਦੇ ਉੱਤੇ ਹੁਣ ਨੱਥ ਵੀ ਪੈ ਜਾਏਗੀ। ਹਾਂ, ਉਹ ਤਾਂ ਫਰਕ ਤਾਂ ਪੈਣਾ ਹੀ ਆ। ਬਾਕੀ ਦੇਖੋ ਵਕਤ ਆਉਂਦਾ, ਉਹੀ ਗੱਲ ਹੈ ਨਾ, ਜਦੋਂ ਸਿਸਟਮ ਦਾ ਪਾਰਟ ਹੁੰਦੇ ਹੋ ਤੁਸੀਂ, ਫਿਰ ਤੁਹਾਨੂੰ ਛੇਤੀ ਕੋਈ ਛੇੜਨ ਦੀ ਕੋਸ਼ਿਸ਼। ਸਿੱਧੂ ਸਿਆਸਤ ਹੈ ਕੀ ਹੈ? ਸਿਆਸਤ ਹਾਲੇ ਤੱਕ ਤਾਂ ਸਿਆਸਤ ਲੜਾਈ ਦਾ ਘਰ ਹੀ ਲੱਗ ਰਹੀ ਸੀ, ਹੈ ਨਾ। ਹੁਣ ਥੋੜ੍ਹੇ ਕੰਮ ਹੋਣ ਲੱਗੇ ਨੇ, ਹੈ ਨਾ। ਸਾਰਿਆਂ ਨੂੰ ਆਸ ਉਮੀਦ ਵੱਝੀ ਹੈ, ਸਾਰਿਆਂ ਨੂੰ ਵੀ ਕੰਮ ਕੋਈ ਨਾ ਕੋਈ, ਯਾਰ ਕੋਈ ਚੰਗੇ ਬੰਦੇ ਆਉਣ ਤਾਂ ਸ਼ਾਇਦ ਕੁਝ ਨਾ ਕੁਝ ਸੁਧਾਰ ਹੋ ਸਕੇ। ਸਿੱਧੂ ਲਈ ਪੰਜਾਬ ਕੀ ਹੈ? ਪੰਜਾਬ ਸਾਡੇ ਲਈ, ਪੰਜਾਬ ਤਾਂ ਸਾਰਿਆਂ ਲਈ ਘਰ ਹੈ ਸਾਡਾ ਆਪਦਾ, ਹੈ ਨਾ। ਸਾਡੇ ਲੋਕ ਨੇ, ਠੀਕ ਹੈ, ਖਰਾਬ ਹੋਏ ਨੇ, ਥੋੜ੍ਹੇ ਸੈੱਟ ਕਰਨ ਵਾਲੇ ਨੇ। ਪੰਜਾਬ ਤਾਂ ਸੋਨੇ ਦੀ ਚਿੜੀ ਸੀ, ਹੈ ਨਾ। ਕਾਲਾ ਕਿਉਂ ਬਣਨ 'ਤੇ ਆ ਰਿਹਾ, ਹੈ ਨਾ, ਕਿਉਂਕਿ ਇੰਨੇ ਮਾੜੇ ਹਾਲਾਤ, ਤਰਾਸਦੀਆਂ ਹੋ ਜਾਂਦੀਆਂ ਨੇ, ਹੈ ਨਾ। ਧਰਮ ਦੇ ਨਾਮ 'ਤੇ ਰਾਜਨੀਤੀ ਹੋਈ ਜਾਂਦੀ ਹੈ, ਸਿਆਸਤਾਂ ਹੋਈ ਜਾਂਦੀਆਂ ਨੇ। ਕੋਈ ਜਿਹੜਾ ਅਸਲ ਧਰਮ ਹੈ ਸਾਡਾ, ਰੋਟੀ, ਉਹਦੇ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਹਿੰਦੂ, ਸਿੱਖ, ਮੁਸਲਿਮ, ਸਿੱਖ, ਈਸਾਈ ਉੱਧਰ ਭੱਜੇ ਫਿਰਦੇ ਆਪਾਂ ਸਾਰੇ, ਹੈ ਨਾ। ਜਿਹੜਾ ਬੰਦਾ ਰੱਬ ਦੀ ਗੱਲ ਬੰਦਾ ਉਦੋਂ ਕਰੂਗਾ ਜਦੋਂ ਉਹਦਾ ਢਿੱਡ ਭਰਿਆ ਹੋ। ਜਿੰਨਾ ਚਿਰ ਉਹ ਭੁੱਖਾ ਹੈ ਨਾ, ਉਹ ਰੱਬ ਬਾਰੇ ਸੋਚਦਾ ਵੀ ਨਹੀਂ। ਰੋਟੀਆਂ ਦੇ ਲਾਲੇ ਪਏ ਹੋਏ ਅਤੇ ਅਸੀਂ ਗੱਲਾਂ ਕਰ ਰਹੇ ਹਾਂ ਸਿਆਸਤਾਂ ਦੀਆਂ, ਉਹ ਵੀ ਧਰਮ ਦੀਆਂ ਸਿਆਸਤਾਂ ਦੀਆਂ। ਸੋ ਬੇਸਿਕ ਲੋੜਾਂ ਕੁਛ ਹੋਰ ਨੇ, ਜਿਨ੍ਹਾਂ ਨੂੰ ਵਾਂਝਾ ਕਰਕੇ ਹੋਰ ਹੀ ਪਾਸੇ ਘੁਮਾਈ ਜਾਂਦੇ ਨੇ, ਹੈ ਨਾ। ਰੋਟੀ, ਕੱਪੜਾ ਔਰ ਮਕਾਨ,
ਬੇਸਿਕ ਨੀਡਸ ਤਾਂ ਆਪਣੀਆਂ ਇਹ ਨੇ, ਹੋਰ ਹੀ ਕਿਸੇ ਪਾਸੇ ਲਈ ਫਿਰਦੇ ਲੋਕਾਂ ਨੂੰ। 2022 ਦੀਆਂ ਜੋ ਚੋਣਾਂ ਹੈਗੀਆਂ ਵਿਧਾਨ ਸਭਾ ਦੀਆਂ, ਪੰਜਾਬ ਵਿਧਾਨ ਸਭਾ ਦੀਆਂ, ਲੱਗਦਾ ਪੰਜਾਬ ਦੀ ਕਿਸਮਤ ਬਦਲੇਗੀ? ਯਾਰ ਚਾਹੁੰਦੇ ਆ ਹੈ ਹੁਣ ਮੈਂ ਇੱਕਦਮ ਮੈਂ ਕਹਿ ਰਿਹਾ ਸਾਰਾ ਕੁਝ ਹੈ ਨਾ, ਫਿਰ ਉਹੀ ਗੱਲ ਹੈ ਵੀ ਝੂਠ ਬੋਲਣਾ, ਝੂਠ ਲੱਗਣਾ। ਮੈਂ ਤੁਹਾਨੂੰ ਕਿਹਾ ਸੀ ਨਾ ਗੱਲ, ਤੁਸੀਂ ਕਹਿੰਦਾ ਪੰਜਾਬ ਬਦਲ, ਮੈਂ ਵੀ ਇਹ ਗੱਲਾਂ ਮੈਂ ਕਹੂੰਗਾ ਝੂਠ ਲੱਗਣਗੀਆਂ ਹੈ ਨਾ। ਕਰੇ ਤੇ ਪਤਾ ਲੱਗੂਗਾ, ਕਰਕੇ ਦਿਖਾਵਾਂਗੇ ਕੁਝ ਨਾ ਕੁਝ, ਜ਼ੋਰ ਲਾਵਾਂਗੇ। ਬਦਲਣ ਖਾਤਰ ਹੀ ਆਏ ਆ, ਪਰ ਮੈਂ ਹੁਣੀ ਦਾਅਵੇ ਜੇ ਕਰੀ ਜਾਵਾਂ ਫਿਰ ਉਹ ਦਾਅਵੇ ਕਈ ਵਾਰੀ ਦਾਅਵੇ ਰਹਿ ਜਾਂਦੇ। ਟਾਈਮ ਆਉਣ ਦਿਓ, ਵਕਤ ਦੇਖਾਂਗੇ ਹੈ ਨਾ, ਕੋਸ਼ਿਸ਼ ਕਰਾਂਗੇ, ਜ਼ੋਰ ਲਾਵਾਂਗੇ, ਸਹੀ ਗੱਲਾਂ ਦੀ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਗਲਤ ਨੂੰ ਰਿਮੂਵ ਕਰਨ ਦੀ ਕੋਸ਼ਿਸ਼ ਕਰਾਂਗੇ ਹੈ ਨਾ। ਸੋ ਵਕਤ ਆਵੇ, ਪ੍ਰਮਾਤਮਾ ਕਰੇ, ਮੌਕਾ ਮਿਲੇ, ਫਿਰ ਦੇਖਦੇ ਹਾਂ, ਕਰਦੇ ਹਾਂ, ਖਿੱਚਦੇ ਹਾਂ। ਇੱਕ ਗੱਲ ਦੱਸੋ, ਮੈਂ ਜਿਵੇਂ ਪਹਿਲੇ ਕਿਹਾ ਕਿ ਮੀਡੀਆ ਇੰਡਸਟਰੀ ਦੇ ਵਿੱਚ ਵੀ ਸਿਆਸਤ ਹੋਈ, ਬਾਹਰ ਦੇ ਜਿਹੜੇ ਸਿਆਸਤਦਾਨ ਹੁੰਦੇ ਆ ਸਿਆਸਤ ਦੇ ਵਿੱਚ, ਉਹਨਾਂ ਘਾਣ ਉਹ ਨਹੀਂ ਕਰਦੇ ਜਿੰਨੀ ਇਨਰ ਪੋਲਿਟਿਕਸ ਹੁੰਦੀ ਹੈ ਨਾ, ਇਨਰ ਪਾਰਟੀ ਪੋਲਿਟਿਕਸ ਜੋ ਹੁੰਦੀ ਆ ਉਹ ਲੈ ਕੇ ਬਹਿੰਦੀ ਬੰਦੇ ਨੂੰ। ਤੁਸੀਂ ਇੱਕ ਕਲਟ ਫਿਗਰ ਹੋ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਸੀਗਾ, ਇਹੋ ਜਿਹੇ ਕਲਟ ਫਿਗਰ ਤੋਂ ਅੰਦਰ ਦੀ ਜਿਹੜੇ ਪਾਰਟੀ ਦੇ ਪੋਲੀਟੀਸ਼ੀਅਨਸ ਹੁੰਦੇ ਆ ਉਹ ਵੀ ਇਨਸਿਕਿਉਰ ਹੋ ਜਾਂਦੇ ਆ। ਤੁਹਾਨੂੰ ਲੱਗਦਾ ਖਤਰਾ ਪੈਦਾ ਹੋਏਗਾ ਇੱਥੇ ਵੀ? ਖਤਰਾ ਤਾਂ ਹੈਗਾ ਹੀ ਹੈ ਜੀ, ਹੁਣ ਤਾਂ ਮਾੜਾ ਮੋਟਾ ਤਾਂ ਕੁਝ ਨਾ ਕੁਝ ਹਲਚਲ ਹੁੰਦੀ ਹੈ। ਮੈਂ ਤਾਂ ਹੈਰਾਨ ਹਾਂ, ਮੈਂ ਜੁਆਇਨ ਅਜੇ ਮੈਂ ਕੀਤੀ ਨਹੀਂ, ਬਿਆਨ ਮੇਰੇ ਤੇ ਪਹਿਲਾਂ ਲੈ ਕੇ, ਇਹ ਤਾਂ ਗੈਂਗਸਟਰ ਹੈ ਜੀ, ਇਹ ਤਾਂ ਫਲਾਨਾ ਹੈ ਜੀ। ਮੈਂ ਚਲੋ ਭਾਈ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਹਾਨੂੰ ਗੈਂਗਸਟਰ ਲੱਗਦੇ ਆ। ਹੁਣ ਤੱਕ ਤਾਂ ਗੈਂਗਸਟਰ ਨਹੀਂ ਸੀ ਸਿਆਸਤ ਦੇ ਵਿੱਚ, ਹੁਣ ਤੱਕ ਤਾਂ ਤੁਹਾਨੂੰ ਫਿਰ ਲੜੇ ਹੋ ਕਦੀ ਜ਼ਿੰਦਗੀ 'ਚ? ਕਿੱਦਾਂ? ਜਦੋਂ ਜਵਾਨੀ 'ਚ ਬੰਦਾ ਹੁੰਦਾ, ਗਰਮ ਖੂਨ ਹੁੰਦਾ, ਲੜੇ ਹੋ? ਨਹੀਂ, ਇਜਾਜ਼ਤ ਨਹੀਂ ਦਿੱਤੀ ਨਾ, ਇਹ ਵੱਡੇ ਘਰਾਂ ਦੇ ਸ਼ੌਂਕ ਨੇ ਸਿਆਸਤਾਂ ਕਰਕੇ। ਲੋਕੀ ਗੈਂਗਸਟਰਸ ਇਹ ਕੀ, ਇਹਨਾਂ ਕੋਲ ਕੀ ਲੌਜਿਕ ਕੀ ਹੈ ਇਹ ਗੱਲ ਕਹਿਣ ਦਾ? ਗੈਂਗਸਟਰ ਤੇ ਉਹ ਹੈ ਨਾ ਜਿਹਦੇ ਕੋਲ ਵੱਡਾ ਗੈਂਗ ਹੈ, ਜੋ ਫਰੋਤੀਆਂ ਮੰਗਦਾ ਹੈ, ਜੋ ਕਿਸੇ ਨੂੰ ਧਮਕਾਉਂਦਾ ਹੈ। ਇਹ ਤਾਂ ਗੱਲ ਹੈ ਜੀ, ਸਾਡੇ ਫੈਕਟਸ ਹੀ ਨਹੀਂ ਕਲੀਅਰ। ਹੁਣ ਮੈਂ ਚੋਣਾਂ ਤਾਂ ਮੈਂ ਤਾਂ ਲੜਦਾ ਕਾਲਜ ਲੈਵਲ 'ਤੇ, ਜੇ ਸਾਡੇ ਕੋਲ ਸੋਰਸਿਸ ਹੁੰਦੇ, ਜਿਹੜੇ ਬੰਦੇ ਨੂੰ ਪਤਾ ਹੁੰਦਾ ਨਾ ਮੈਂ ਫੀਸ ਕਿਵੇਂ ਭਰਨੀ ਹੈ ਇਕੱਠੀ ਹੋਰ ਕਰਕੇ, ਉਹ ਚੋਣਾਂ ਵੀ ਨਹੀਂ ਝਾਕਦਾ ਵੀ ਨਹੀਂ। ਅਤੇ ਜਦੋਂ ਸਾਰਾ ਕੁਝ ਹੁੰਦਾ, ਜਦੋਂ ਬੰਦਾ ਉਦੋਂ ਸੋਚਦਾ, ਉਦੋਂ ਕਹਿੰਦਾ ਵੀ ਹਾਂ ਠੀਕ ਹੈ ਹੁਣ ਕਰੂੰਗਾ ਮੈਂ, ਹੁਣ ਮੇਰੇ ਕੋਲ ਹੈਗੀ ਆ ਉਹਦੀ, ਮੈਂ ਵਿਲ ਵੀ ਹੈਗੀ ਆ ਮੇਰੇ ਕੋਲ, ਪਾਵਰ ਵੀ ਹੈਗੀ ਆ, 4 ਬੰਦੇ ਵੀ ਹੈਗੇ ਨੇ। ਉਹ ਗੈਂਗਸਟਰ ਕਹਿਣਾ ਤਾਂ ਕਹਿਣ ਨੂੰ ਹੁਣ ਕੀ ਜਾਂਦਾ ਹੈ, ਆਰੋਪ ਲਾਉਣੇ ਕਿੰਨੇ ਸੌਖੇ। ਉਹੀ ਕਹਿਣਾ ਨਾ ਬਾਈ ਮੈਂ ਵੀ ਆਰੋਪ ਹੈ, ਕੰਪਲੇਂਟ ਹੈ। ਹੁਣ ਕਈ ਆਪਣੇ ਸੀਨੀਅਰ ਲੀਡਰਸ਼ਿਪ ਨੇ ਕਿਹਾ ਗੈਂਗਸਟਰ ਲਿਆਂਦਾ ਕਹਿੰਦੇ ਸਿਆਸਤ 'ਤੇ, ਉਹਨੂੰ ਗੈਂਗਸਟਰ ਹੁਣ ਉਹ ਕਿਸ ਵੇ ਨਾਲ ਕਹਿ ਰਹੇ ਨੇ ਮੈਨੂੰ ਇਹ ਨਹੀਂ ਸਮਝ ਆਉਂਦਾ। ਫਿਰ ਜੇ ਗੈਂਗਸਟਰ ਸੀ ਤੁਸੀਂ ਫੜਿਆ ਕਿਉਂ ਨਹੀਂ 4.5 ਸਾਲ? ਮੈਂ ਉਹੀ ਗੱਲ ਪੁੱਛਦਾ ਨਾ, ਚਲੋ ਮੈਨੂੰ ਲੱਗਦਾ ਮੇਰੇ ਗੀਤਾਂ ਕਰਕੇ ਮੈਨੂੰ ਕਹਿੰਦੇ ਨੇ ਉਹ ਗੈਂਗਸਟਰ ਹੈ। ਕੈਪਟਨ ਸਾਹਿਬ ਨਾਲ ਲੱਗਦਾ ਸਾਲ ਕੁ ਹੋ ਗਿਆ, 50-60 ਕਲਾਕਾਰ ਸੱਦੇ ਹੋਣਗੇ, ਬੜੇ ਕਲਾਕਾਰ, ਸਾਰੀ ਇੰਡਸਟਰੀ ਹੋਈ ਸੀ ਉੱਥੇ, ਮੈਂ ਨਹੀਂ ਸੀ ਇਕੱਲਾ ਹੈ ਨਾ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਕਿਹੜਾ ਸ਼ਬਦ ਕੀਰਤਨ ਕਰਦੇ ਨੇ, ਉਹ ਵੀ ਤਾਂ ਉਹੋ ਜਿਹੇ ਗਾਣੇ ਗਾਉਂਦੇ ਨੇ ਜਿਹੋ ਜਿਹੇ ਮੈਂ ਗਾਉਣਾ। ਫਿਰ ਤੁਸੀਂ ਗੈਂਗਸਟਰਾਂ ਨਾਲ ਫੋਟੋਆਂ ਕਿਉਂ ਪਾਉਂਦੇ ਹੋ? ਆਰੋਪ ਤਾਂ ਬਈ, ਆਰੋਪ ਤਾਂ ਮੈਂ ਕਈ ਲਾ ਸਕਦਾ, ਹੁਣ ਪਰਸਨਲ ਲਾਈਫ 'ਤੇ ਪ੍ਰਤੀਬੰਧ ਕਰ ਸਕਦਾ, ਪਰ ਮੈਂ ਉਹੋ ਜਿਹੀ ਚੀਜ਼ਾਂ ਨਹੀਂ ਕਰਨੀਆਂ ਚਾਹੁੰਦਾ। ਉਹ ਵੀ ਸੀਨੀਅਰ ਨੇ, ਉਹਨਾਂ ਨੇ ਵੀ ਕੁਝ ਨਾ ਕੁਝ, ਉਹਨਾਂ ਦਾ ਰੁਤਬਾ, ਉਹ 2 ਵਾਰੀ ਮੁੱਖ ਮੰਤਰੀ ਰਹੇ ਨੇ। ਮੈਂ ਕੋਈ ਬੈਡ ਮਾਊਥਿੰਗ ਨਹੀਂ ਕਰਨਾ ਚਾਹੁੰਦਾ ਕਿਸੇ ਬਾਰੇ ਵੀ, ਪਰ ਗੱਲ ਇਹ ਹੈ ਵੀ ਫੈਕਟ ਕਲੀਅਰ ਕਰੋ ਤੁਸੀਂ ਆਪਦੇ। ਤੁਸੀਂ ਕਿਸ ਨੂੰ ਗੈਂਗਸਟਰ ਕਹਿ ਰਹੇ ਹੋ, ਪਹਿਲਾਂ ਗੈਂਗਸਟਰ ਦੀ ਪਰਿਭਾਸ਼ਾ ਮੈਨੂੰ ਲੱਗਦਾ ਤੁਹਾਨੂੰ ਤਾਂ ਬਹੁਤ ਚੰਗੀ ਤਰੀਕੇ ਨਾਲ ਪਤਾ ਹੋਣੀ ਹੈ ਵੀ ਗੈਂਗਸਟਰ ਹੁੰਦਾ ਕੀ ਹੈ। ਮੁੱਖ ਮੰਤਰੀ ਸਾਹਿਬ ਨੂੰ ਤਾਂ ਪਤਾ ਹੋਣੀ ਇਹ ਗੈਂਗਸਟਰ ਹੁੰਦਾ ਕੀ ਹੈ। ਗੈਂਗਸਟਰ ਉਹ ਹੁੰਦਾ ਜਿਹਦੇ 'ਤੇ ਮਰਡਰ ਦੇ ਪਰਚੇ ਹੋਣ, ਫਰੋਤੀਆਂ ਮੰਗਦੇ ਹੋਣ। ਵੀ ਫਿਰ ਉਹ ਤੁਸੀਂ ਦੱਸੋ, ਤੁਸੀਂ ਕਿਉਂ ਨਹੀਂ, ਜੇ ਮੈਂ ਇਹੋ ਜਿਹਾ ਹੈਗਾ ਫਿਰ ਤੁਸੀਂ ਮੈਨੂੰ ਫੜਿਆ ਕਿਉਂ ਨਹੀਂ? ਇਹ ਕਹਿਣਾ ਸੌਖਾ ਹੈ ਬਾਈ ਯਾਰ, ਮੈਂ ਹੁਣ ਬਾਹਲਾ ਉਹਨਾਂ 'ਤੇ ਆਪਾਂ ਕਹੀ ਜਾਵਾਂਗੇ, ਕੱਢਣ ਨੂੰ ਕਮੀਆਂ 1000 ਕੱਢ ਸਕਦਾ ਮੈਂ ਉਹਨਾਂ 'ਚ, ਉਹ ਮੇਰੇ 'ਚ 1000 ਕੱਢ ਸਕਦੇ ਨੇ, ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਚੀਜ਼ਾਂ ਦਾ। ਉਹੀ ਦਿਮਾਗ ਪੋਜ਼ੀਟਿਵਿਟੀ ਕੰਮ ਵਾਲੇ ਪਾਸੇ ਲਾਈਏ ਹੈ ਨਾ। ਜੇ ਮੈਂ ਗੈਂਗਸਟਰ ਹੋਇਆ ਤਾਂ ਮੈਨੂੰ ਉਹ ਜਿਹਾ ਰਿਜ਼ਲਟ ਮਿਲ ਜੂ, ਜੇ ਮੈਂ ਨਾ ਹੋਇਆ ਮੈਨੂੰ ਉਹੋ ਜਿਹਾ ਮਿਲ ਜੂ। ਜੇ ਤੁਸੀਂ ਚੰਗੇ ਹੋ ਤੁਹਾਨੂੰ ਚੰਗੇ ਰਿਜ਼ਲਟ ਮਿਲ ਜੂ, ਜੇ ਤੁਸੀਂ ਚੰਗੇ ਨਹੀਂ ਸੀ ਤੁਹਾਨੂੰ ਉਹੋ ਜਿਹਾ ਮਿਲ ਗਿਆ। ਸੋ ਇਹ ਇਹਨਾਂ ਚੀਜ਼ਾਂ ਨੂੰ ਲੋਕ ਟਾਈਮ ਨੂੰ, ਸਮੇਂ ਨੂੰ ਵਕਤ ਦਿਓ ਕਿ ਉਹ ਕੀ ਬੋਲਦਾ। ਪਹਿਲੀ ਕਿਸੇ ਨੂੰ ਗਦਾਰ, ਗੈਂਗਸਟਰ ਜਾਂ ਕੁਛ ਹੋਰ ਕਹਿ ਦੇਣਾ, ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਉਹ ਗੱਲ ਹੈ। ਤੁਸੀਂ ਪਹਿਲਾਂ ਟਾਈਮ ਦੇਖੋ ਹੈ ਨਾ, ਉਹਨਾਂ ਨੂੰ ਪੁੱਛੋ ਵੀ ਸਾਰੇ ਦੇਸ਼ ਦੇ ਵਿੱਚੋਂ ਜਿਹਨੂੰ ਤੁਸੀਂ ਗੈਂਗਸਟਰ ਕਲਾਕਾਰ ਕਹਿੰਦੇ ਹੋ, ਸਾਰੀ ਦੁਨੀਆ ਜਾਣਦੀ ਆ ਉਹਨੂੰ, ਠੀਕ ਹੈ। ਕਈ ਇਲਾਕਿਆਂ ਦੇ ਵਿੱਚ ਪੰਜਾਬੀ ਨੂੰ ਰਿਪਰੈਜ਼ੈਂਟ ਕਰਦਾ ਉਹੀ ਗੈਂਗਸਟਰ ਕਲਾਕਾਰ। ਸੋ ਕਹਿਣੀਆਂ ਸੌਖੀਆਂ ਨੇ ਜੀ, ਕਮੀਆਂ ਤਾਂ ਕਿਸੇ 'ਚ ਵੀ ਕੱਢ ਲਓਗੇ, ਸਾਰੀਆਂ ਕਮੀਆਂ ਸਾਰਿਆਂ 'ਚ ਪੂਰੀਆਂ ਹੋ ਗਈਆਂ ਫਿਰ ਤਾਂ ਰੱਬ ਬਣ ਗਿਆ ਹੈ ਨਾ। ਆਖਿਰ ਨੂੰ ਇਨਸਾਨ ਆ। ਇੱਕ ਤਾਂ ਉਹ ਟਾਈਮ ਸੀਗਾ ਜਦੋਂ ਤੁਸੀਂ ਜੁਆਇਨ ਕਰਨ ਜਾ ਰਹੇ ਸੀਗੇ, ਉਦੋਂ ਨਰਵਸਨੈਸ ਸੀਗੀ, ਘਬਰਾਹਟ ਸੀਗੀ। ਜੁਆਇਨ ਕਰਨ ਤੋਂ ਬਾਅਦ ਕੀ ਹਾਲ ਸੀ? ਨਹੀਂ ਘਬਰਾਹਟ, ਉਹੀ ਗੱਲ ਹੈ ਨਾ ਜੀ, ਘਬਰਾਹਟ ਨਹੀਂ ਤੁਸੀਂ ਕਹਿ ਸਕਦੇ, ਦਿਮਾਗ ਦੇ ਵਿੱਚ ਬਹੁਤ ਕੁਛ ਚੱਲਦਾ ਹੁੰਦਾ। ਘਬਰਾਹਟ ਤਾਂ ਹੋਵੇ ਜੇ ਮੇਰੇ 'ਚ ਕੋਈ, ਜੇ ਘਬਰਾਹਟ ਹੀ ਕਰਨੀ ਹੁੰਦੀ ਫਿਰ ਮੈਂ ਫੈਸਲਾ ਕਿਉਂ ਲੈਂਦਾ? ਘਬਰਾਉਂਦੇ ਨਹੀਂ ਤੁਸੀਂ? ਘਬਰਾਉਣਾ ਕਾਹਦੇ ਖਾਤਰ ਹੈ ਯਾਰ?
ਕਿ ਬੰਦੇ ਆ, ਜ਼ਿੰਦਗੀ ਦੁਨੀਆ ਤੇ ਆਏ ਆ, ਕੁਝ ਕਰਨ ਖਾਤਰ ਆਏ ਆ। ਕਾਹਦੀ ਘਬਰਾਹਟ ਹੈ, ਕਿਹਦੀ ਘਬਰਾਹਟ ਹੈ? ਕੌਣ ਬੰਦੇ ਤੋਂ ਤਕੜਾ ਇੱਥੇ? ਇਨਸਾਨ ਹੀ ਸਾਰਾ ਕੁਛ ਹੈ ਇੱਥੇ। ਕੋਈ ਇੱਥੇ ਕੋਈ ਚਮਤਕਾਰੀ ਬਾਬੇ ਤਾਂ ਹੈ ਨਹੀਂ ਹੋਰ ਵੀ ਉਹ ਕੋਈ ਐ ਮਾਰ ਕੇ ਤੁਹਾਨੂੰ ਗਾਇਬ ਕਰ ਦੇਣਗੇ ਦੁਨੀਆ ਤੋਂ। ਇਨਸਾਨ ਹੈ, ਕਿਸਮਤ ਲਿਖਾ ਕੇ ਆਏ ਆ। ਪਰਮਾਤਮਾ ਨੇ ਹਿੰਮਤ ਦਿੱਤੀ ਹੈ ਫੈਸਲੇ ਲੈਣ ਦੀ, ਤਾਂ ਫੈਸਲੇ ਲਏ ਨੇ ਤੇ ਅਟੱਲ ਵੀ ਰਹਾਂਗੇ ਉਹਨਾਂ ਤੇ। ਇਹ 'ਚ ਕੀ ਗੱਲ ਹੈ? ਘਬਰਾਹਟ ਨਹੀਂ ਤੁਸੀਂ ਕਹਿ ਸਕਦੇ। ਤੁਸੀਂ, ਮੈਂ ਇਹ ਗੱਲ ਕਹਿਣਾ ਵੀ ਦਿਮਾਗ 'ਚ ਬਹੁਤ ਕੁਝ ਚੱਲਦਾ ਰਹਿੰਦਾ ਹੈ ਨਾ। ਜਦੋਂ ਥਾਟਸ ਸੀਗੇ ਬਹੁਤ ਸਾਰੇ, ਥਾਟਸ ਸੀ ਬਹੁਤ ਜ਼ਿਆਦਾ। ਜੋ ਤੁਹਾਡੇ ਨਾਲ ਇੰਨੇ ਲੋਕ ਜੁੜੇ ਹੋਣ ਨਾ, ਇੱਕ ਤੁਸੀਂ ਐਨ ਜਿਵੇਂ ਚੋਟੀ 'ਤੇ ਖੜ੍ਹੇ ਹੋਵੋ, ਉਹ ਤੁਸੀਂ ਕੋਈ ਫੈਸਲਾ ਲੈਂਦੇ ਹੋ, ਤੁਹਾਨੂੰ ਉਦੋਂ ਥਾਟਸ ਆਉਂਦੇ ਨੇ ਹੈ ਨਾ। ਉਹ ਚੀਜ਼ਾਂ ਚੱਲਦੀਆਂ ਨੇ ਹੈ ਨਾ। ਅਤੇ ਬਾਕੀ ਦੂਜੀ ਗੱਲ ਇਹ ਹੈ ਵੀ ਕੋਈ ਘਬਰਾਹਟ ਜਾਂ ਵੀ ਕੋਈ ਘਬਰਾਉਣ ਵਾਲਾ, ਡਰਨ ਵਾਲਾ ਕੋਈ ਬੰਦੇ ਆ ਯਾਰ। ਕੋਈ ਉਹ ਤਾਂ ਨਹੀਂ ਹੈਗੇ ਵੀ ਜਿਹੜੇ, ਮੈਨੂੰ ਹੁਣ ਉਹ ਸ਼ਬਦ ਨਹੀਂ ਮੈਂ ਕਹਿਣਾ ਚਾਹੁੰਦਾ। ਕੀ ਸ਼ਬਦ? ਹਾਂ ਵੀ ਕੋਈ ਅਸੀਂ ਕੋਈ ਕਮਜ਼ੋਰ ਥੋੜ੍ਹੀ ਹੈ ਕਿਸੇ ਪਾਸਿਓਂ ਕੋਈ, ਜਾਂ ਸਾਡੇ 'ਚ ਕੋਈ ਕਮੀ ਹੈ ਨਾ। ਜੇ ਅਸੀਂ ਫੈਸਲੇ ਲੈਣ ਦੀ ਹਿੰਮਤ ਰੱਖਦੇ ਹਾਂ ਤਾਂ ਉਹਨਾਂ 'ਤੇ ਅਟੱਲ ਰਹਿਣ ਦੀ ਵੀ। ਅੱਛਾ, ਪੂਰੀ ਇੰਟਰਵਿਊ ਦੌਰਾਨ ਤੁਸੀਂ ਬੜੇ ਪਿਆਰ ਨਾਲ ਆਵਾਜ਼ ਦੇ ਨਾਲ ਨਾ ਆਪਣੀ ਗੱਲਬਾਤ ਕਰ ਰਹੇ ਸੀਗੇ, ਜਿਵੇਂ ਮੈਂ ਇਹ ਸ਼ਬਦ ਵਰਤਿਆ ਇੱਕੋ ਦਮ ਅਗਰੈਸ਼ਨ ਆ ਗਿਆ। ਨਹੀਂ ਅਗਰੈਸ਼ਨ ਕਿੱਦਾਂ ਕਿੱਦਾਂ ਯਾਰ, ਘਬਰਾਵਾਂਗੇ ਥੋੜੀ ਕਿਸੇ ਦੇ ਕੋਲ। ਹਾਂ ਨਹੀਂ ਵੱਡੇ ਵੀਰ, ਮੈਂ ਉਹ ਨਹੀਂ ਕਹਿ ਰਿਹਾ। ਹਮੇਸ਼ਾ ਪੋਲਾਈਟ ਰਹੋ, ਹਮੇਸ਼ਾ ਹੰਬਲ ਰਹੋ, ਹਮੇਸ਼ਾ ਰਿਸਪੈਕਟਫੁਲ ਵੇ ਨਾਲ ਜਵਾਬ ਦਿਓ ਹਰੇਕ ਤਰੀਕੇ ਦਾ ਨਾ। ਮੈਂ ਉਹ ਕਹਿ ਰਿਹਾ ਸੀ ਵੀ ਮੈਂ ਸ਼ਾਇਦ ਮੈਂ ਹੁਣ ਹੌਲੀ ਬੋਲ ਰਿਹਾ, ਸ਼ਾਇਦ ਜੇ ਮੈਂ ਐਂ ਕਰਕੇ ਬੈਠਾ ਨਾ, ਇਹਦਾ ਮਤਲਬ ਇਹ ਨਹੀਂ ਵੀ ਯਾਰ ਮੈਂ ਕੋਈ ਘਬਰਾ ਰਿਹਾ ਜਾਂ ਕੋਈ ਕਿਸੇ ਤੋਂ ਘਬਰਾਉਣ ਨੂੰ। ਮੈਂ ਦੱਸ, ਕੋਈ ਮੇਰੇ ਸਾਹਮਣੇ ਕੋਈ ਵੀ ਆਵੇ, ਕੋਈ ਵੀ ਹੋਵੇ, ਮੈਂ ਨਹੀਂ ਘਬਰਾਉਣ ਵਾਲਾ ਬੰਦਾ ਨਾ। ਮੈਂ ਉਹਨਾਂ ਚੀਜ਼ਾਂ ਤੋਂ ਡਰਨ ਵਾਲਾ ਜਾਂ ਕੋਈ ਕੁਛ ਹੋਰ। ਮੈਂ ਯਾਰ ਜੇ ਮੈਂ ਕੋਈ ਫੈਸਲਾ ਲਿਆ ਤਾਂ ਮੈਂ ਕੋਈ ਸੋਚ ਸਮਝ ਕੇ ਫੈਸਲਾ ਲਿਆ, ਅਤੇ ਉਹਦੇ ਪਿੱਛੇ ਮੇਰੇ ਪੁਆਇੰਟਸ ਨੇ, ਮੇਰੇ ਰੀਜ਼ਨਸ ਨੇ। ਮੈਂ ਐਂ ਕੋਈ ਡਿਮੋਲਿਸ਼ ਜੇ ਡਿਮੋਲਿਸ਼ ਕਰ ਸਕਦੇ ਹੁੰਦੇ ਤਾਂ ਬੜੇ ਬੰਦੇ ਡਿਮੋਲਿਸ਼ ਹੋ ਜਾਣਾ ਸੀ ਹੁਣ ਤਾਈਂ। ਸਿੱਧੂ, ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਨੀਂਦ ਦਾ ਬਹੁਤ ਚੱਕਰ ਹੈ। ਹਾਂ, ਰਾਤੀ 2 ਵਜੇ ਸੋਣਾ, ਸਵੇਰੇ 7 ਵਜੇ ਉੱਠ ਜਾਣਾ। ਮੈਨੂੰ ਉਹੀ ਘੱਟ ਆਉਂਦੀ ਨੀਂਦ, ਵਜ੍ਹਾ ਬਹੁਤ ਉਹੀ। ਮੈਂ ਜਿੱਦਣ ਦਾ ਸੌਣਾ ਹੀ ਘੱਟ ਆ। ਮੈਂ ਇਹ ਨਹੀਂ ਹੈਗਾ ਵੀ ਜਿਵੇਂ ਹੁਣ ਤੁਰਿਆ ਫਿਰਦਾ ਵੀ ਮੈਂ ਐਂ ਬੈਠਾ ਕਾਰ 'ਚ ਬੈਠਾ ਹੀ ਅੱਧਾ ਘੰਟਾ ਸੌ ਜਾ ਤਾਂ ਮੈਂ ਪਾਵਰ ਨੈਪ ਹੀ ਹੁੰਦੀ ਹੈ ਮੇਰੀ। ਮੈਨੂੰ ਇੰਨਾ ਨੀਂਦ ਦਾ ਚਸਕਾ ਨਹੀਂ ਹੈਗਾ। ਉੱਦਾਂ ਵੀ ਰਾਤ ਨੂੰ ਸਟੂਡੀਓ ਕੰਮ ਕਰਨਾ ਸਾਰਾ ਕੁਝ, ਮੈਨੂੰ ਆਦਤ ਜੀ ਪਏ। ਘੱਟ ਸੌਂਦਾ ਮੈਂ ਬਹੁਤ। ਕੋਨਾ ਨਹੀਂ ਵੀ ਹਰੇਕ ਬੰਦੇ ਦੀ ਵਿਰਤੀ ਹੈ। ਮੈਂ ਤੁਰਿਆ ਫਿਰਦਾ ਰਹਿਣਾ, ਬੈਠਾ ਵੀ ਨਾ ਦਿਮਾਗ ਕਿਸੇ ਪਾਸੇ ਹੋਰ ਤੁਰਿਆ ਫਿਰਦਾ ਰਹਿੰਦਾ। ਇਹ ਨਹੀਂ ਬੰਦਾ ਇਹ ਤਾਂ ਝੱਲ ਲੈਂਦਾ ਕਿ ਜਦੋਂ ਉਹਦੇ 'ਤੇ ਮੁਸੀਬਤ ਪੈਂਦੀ ਹੈ, ਉੱਤੇ ਵਕਤ ਪੈਂਦਾ ਹੈਗਾ, ਉਹ ਤਾਂ ਝੱਲ ਲੈਂਦਾ। ਇਸ ਸਭ ਦੇ ਵਿੱਚ ਤੁਹਾਡੇ ਮਦਰ ਫਾਦਰ ਨੇ ਬਹੁਤ ਕੁਝ ਦੇਖਿਆ। ਉਹਨਾਂ ਨੇ ਵੀ ਤਸੀਹੇ ਝੱਲੇ, ਉਹਨਾਂ ਨੂੰ ਵੀ ਧਮਕੀਆਂ ਆਈਆਂ। ਹਾਂ ਜੀ, ਉਹਨਾਂ ਦੀਆਂ ਵੀ ਰਾਤਾਂ ਦੀਆਂ ਨੀਂਦਾਂ ਉੱਡੀਆਂ। ਇਹ ਚੀਜ਼ ਪਰੇਸ਼ਾਨ ਕਰਦੀ। ਮੈਂ ਤੁਹਾਨੂੰ ਦੱਸਦਾ, ਮੇਰੇ ਫਾਦਰ ਤਾਂ ਹਾਲੇ ਥੋੜ੍ਹਾ ਬਹੁਤ, ਕਈ ਵਾਰੀ ਮੇਰੀ ਮਾਤਾ ਜੀ ਨੇ ਇੰਨੇ ਹੌਸਲੇ ਵਾਲੇ ਨੇ, ਉਹਨੇ ਕਹਿਣਾ ਮੈਨੂੰ ਉਹ ਕੁਛ ਨਹੀਂ ਹੁੰਦਾ, ਕਿਉਂ ਘਬਰਾਈ ਜਾਂਦਾ। ਜੇ ਕਿਤੇ ਮੇਰਾ ਵੀ ਕਿਤੇ ਨਾ ਕਿਤੇ ਮਾੜਾ ਉਹਨਾਂ ਨੂੰ ਲੱਗਦਾ ਨਾ ਢਿੱਲਾ, ਕੀ ਗੱਲ ਹੋ ਗਈ ਹੈ ਨਾ। ਸੋ ਇੰਨੇ ਮੇਰੇ ਮਾਂ ਪਿਓ ਨੂੰ ਦੇਖ ਕੇ ਮੈਂ ਉਹਨਾਂ ਦੇ ਵਿੱਚੋਂ ਹੀ ਮੈਂ ਆਇਆ। ਠੀਕ ਆ, ਉਹਨਾਂ ਦੀਆਂ ਕਾਬਲੀਅਤਸ ਮੇਰੇ 'ਚ ਨੇ ਹੈ ਨਾ। ਤਾਂ ਮੈਨੂੰ ਕੋਈ ਯਾਨੀ ਕਿ ਸਾਡੇ ਭੋਲੇ ਜ਼ਰੂਰ ਨੇ ਥੋੜ੍ਹੀ ਜਿਹੀ। ਕਦੇ ਕਿਤੇ ਅਸੀਂ ਇਹ ਮਾਰ ਖਾ ਜਾਂਦੇ ਵੀ ਅਸੀਂ ਇਹਨਾਂ ਪਿੰਡਾਂ 'ਚ ਉੱਠ ਕੇ ਵੀ ਪਿੰਡਾਂ 'ਚ ਹੀ ਰਹਿ ਰਹੇ ਹਾਂ, ਅਤੇ ਸਾਨੂੰ ਲੋਕ ਕਈ ਵਾਰੀ ਸਾਨੂੰ ਗੱਲਾਂ ਦੇ ਜਾਲ 'ਚ ਬੁਣ ਜਾਂਦੇ ਨੇ ਕਈ ਵਾਰੀ। ਪਰ ਇਹਦਾ ਮਤਲਬ ਇਹ ਨਹੀਂ ਵੀ ਜਾਂ ਕੋਈ ਅਸੀਂ ਵੀਕ ਹਾਂ ਜਾਂ ਕਮਜ਼ੋਰ ਹਾਂ ਕਿਸੇ ਪਾਸੇ। ਉਹੀ ਗੱਲ ਹੈ ਨਾ ਜੀ, ਵੀ ਜੇ ਤੁਹਾਡੇ 'ਚ ਫੈਸਲੇ ਲੈਣ ਦੀ ਹਿੰਮਤ ਤਾਂ ਨਿਭਾਉਣ ਦੀ ਹਿੰਮਤ ਵੀ ਰੱਖੋ। ਠੀਕ ਹੈ, ਜੋ ਕੁਝ ਹੋਊਗਾ ਦੇਖਾਂਗੇ ਆ ਕੇ ਹੈ ਨਾ, ਗੱਲ ਮੁੱਕਦੀ ਹੈ। ਆਪਾਂ ਕਿਹੜਾ ਕੋਈ ਇਹਦਾ ਚੋਰੀ ਠੱਗੀ ਕਰਨ ਖਾਤਰ ਕੋਈ ਚੀਜ਼ ਕੀਤੀ ਉਹ ਤਾਂ ਆਪਾਂ ਨੂੰ ਉਹ ਜਿਹਾ ਰਿਜ਼ਲਟ ਮਿਲੂ। ਜਦੋਂ ਆਪਾਂ ਦਿਲੋਂ ਸਾਫ਼ ਆ, ਫਿਰ ਕਾਹਦੀ ਡਰ ਹੈ। ਲਾਸਟ ਵਾਰੀ ਇਮੋਸ਼ਨਲ ਬ੍ਰੇਕਡਾਊਨ ਕਦੋਂ ਹੋਇਆ? ਰੋਜ਼ ਹੁੰਦਾ, ਰੋਜ਼ ਹੁੰਦਾ? ਰੋਜ਼ ਹੁੰਦਾ, ਡੇਲੀ। ਕਦੇ ਦਿਨ ਇਹੋ ਜਿਹਾ ਨਹੀਂ ਵੀ ਜਦੋਂ ਇਮੋਸ਼ਨਲ ਬ੍ਰੇਕਡਾਊਨ ਹੋਵੇ ਨਾ। ਡੇਲੀ ਤੁਸੀਂ ਸਵੇਰੇ ਉੱਠਦੇ ਹੋ, ਸੋਸ਼ਲ ਮੀਡੀਆ ਦੇਖ ਰਹੇ ਹੋ ਡੇਲੀ, ਤਾਂ ਥੋੜ੍ਹੇ ਜਿਹੇ ਇਹ ਤਾਂ ਕਦੇ ਹੋਏ ਨਹੀਂ ਵੀ ਸਾਰੇ ਪੋਜ਼ੀਟਿਵ ਹੋਣ। ਕਈ ਵਾਰੀ ਨੈਗੇਟਿਵ ਵੀ ਹੁੰਦੇ ਨੇ, ਪੋਜ਼ੀਟਿਵ ਵੀ ਹੁੰਦੇ ਨੇ, ਨੈਗੇਟਿਵ ਵੀ ਹੁੰਦੇ। ਉਹ ਬ੍ਰੇਕਡਾਊਨ ਵੀ ਹੁੰਦਾ, ਪਰ ਬ੍ਰੇਕਡਾਊਨ ਕਦੇ ਮੂੰਹ 'ਤੇ ਨਹੀਂ ਆਇਆ। ਜਾਂ ਕਦੇ ਕਿਸੇ ਸਾਹਮਣੇ ਅਸੀਂ ਗਿੜਗੜਾਏ ਜੇ ਨਹੀਂ ਵੀ ਠੀਕ ਆ ਯਾਰ ਕੋਈ ਦਿੱਕਤ ਨਹੀਂ, ਦੇਖਾਂਗੇ ਤਾਂ ਟਾਈਮ ਆਊਗਾ ਜਵਾਬ ਦੇਵਾਂਗੇ ਹਰੇਕ ਚੀਜ਼ ਦਾ। ਹੁਣ ਵੀ ਸਮਾਂ ਬਹੁਤ ਬਲਵਾਨ ਹੈ। ਜਦੋਂ ਕੋਈ ਵਕਤ ਆਉਂਦਾ ਉਹ ਆਪੇ ਦੱਸਦਾ ਵੀ ਹਾਂ ਤੁਸੀਂ ਇੱਥੇ ਗਲਤ ਸੀ ਭਾਈ, ਤੁਸੀਂ ਇੱਥੇ ਸਹੀ ਸੀ। ਸੋ ਇਹ ਚੀਜ਼ ਮੈਂ ਕਦੇ ਕਿਸੇ ਨੂੰ ਫੀਲ ਨਹੀਂ ਹੋਣ ਦਿੱਤੀ ਵੀ ਜੇ ਅਸੀਂ ਕਮਜ਼ੋਰ ਹਾਂ ਜਾਂ ਕੋਈ। ਇਮੋਸ਼ਨਲ ਬ੍ਰੇਕਡਾਊਨ ਤਾਂ ਸਾਰੇ ਇਨਸਾਨ ਆਪਾਂ, ਤੁਹਾਨੂੰ ਵੀ ਕਹਿੰਦਾ ਕਦੇ ਫਰਸਟ੍ਰੇਸ਼ਨ ਜੀ ਹੋਣੀ ਹੈ ਵੀ ਯਾਰ ਕੀ ਹੈ, ਉਹੀ ਤੁਰੇ ਜੇ ਫਿਰਦੇ ਆ ਯਾਰ ਨਾ, ਕੀ ਗੱਲ, ਸਾਰਿਆਂ ਨੂੰ ਹੋ ਜਾਂਦਾ ਕਦੇ ਕਦੇ। ਆਨੰਦ ਆ ਰਿਹਾ ਲਾਈਫ 'ਚ? ਹਾਂ, ਜ਼ਿੰਦਗੀ ਵਧੀਆ ਚੱਲ ਰਹੀ ਹੈ। ਥੋੜ੍ਹੇ ਮੋਟੇ ਤਾਂ ਇਹ ਚੱਲਦਾ ਹੀ ਰਹਿੰਦਾ ਹੁੰਦਾ, ਰੌਲਾ ਕਦੌਲਾ, ਕਦੇ ਥੱਬੇ 'ਚ ਕਦੇ ਮੁੱਠੀ 'ਚ। ਆਨੰਦ ਤਾਂ ਆਨੰਦ ਹੀ ਹੈ ਯਾਰ, ਵਾਹਿਗੁਰੂ ਦੀ ਕਿਰਪਾ ਹੈ। ਸਭ ਤੋਂ ਵੱਡਾ ਮਾਂ ਪਿਓ ਨਾਲ ਨੇ ਯਾਰ ਹੈ ਨਾ। ਆਪਦਾ ਸਰੀਰ ਸਾਬਤ ਹੈ ਹੈ ਨਾ, ਸਾਹ ਆ ਰਿਹਾ, ਕੋਈ ਬਿਮਾਰੀ ਨਹੀਂ, ਬਿਮਾਰੀ ਰਹਿ ਤਾਂ ਇਸ ਤੋਂ ਬਾਅਦ ਆਨੰਦ ਕੀ ਹੋ। ਇੱਕ ਕੋਈ ਇਹੋ ਜਿਹਾ ਚੈਪਟਰ ਆਪਣੀ ਜ਼ਿੰਦਗੀ ਦਾ ਜੋ ਦੁਬਾਰਾ ਕਦੀ ਦੇਖਣਾ ਨਹੀਂ ਚਾਹੁੰਦੇ?
ਯਾਰ ਇਹ ਤਾਂ ਮੈਂ ਕਦੇ ਸੋਚੇ ਨਹੀਂ ਇੰਨੀਆਂ ਚੀਜ਼ਾਂ ਬਾਰੇ, ਇੰਨਾ ਡੂੰਘਾ ਨਹੀਂ ਮੈਂ ਜਾਂਦਾ ਬਾਈ। ਇਹ ਕਦੇ ਨਾ ਸੋਚੇ ਨਹੀਂ ਵਿਆਹ ਕਦੇ ਦੇਖਣਾ ਨਹੀਂ ਮੁੜ ਕੇ ਜਾਂ ਫਲਾਨਾ ਜੇ, ਵੀ ਊਂ ਹੀ ਐਂ ਜਿਹਾ ਲੱਗਦਾ ਵੀ ਕੁਝ ਜਾ ਕੇ ਬਦਲਣਾ ਚਾਹੋ ਪਾਸਟ ਦੇ ਵਿੱਚ? ਪੋਲੀਟੀਕਲ ਬਿਆਨ ਹੋ ਜੂ, ਮੈਂ ਦੇਣਾ ਨਹੀਂ ਚਾਹੁੰਦਾ ਉਸ ਚੀਜ਼ ਨੂੰ। ਮੈਂ ਤਾਂ ਸੁਣਨਾ ਚਾਹੁੰਦਾ। ਨਹੀਂ ਕਾਫੀ ਚੀਜ਼ਾਂ ਨੇ ਇਤਿਹਾਸ 'ਚ ਬਦਲਣ ਵਾਲੀਆਂ, ਕਾਸ਼ ਉਹਨਾਂ ਨੂੰ ਬਦਲ ਸਕਦੇ। ਜੋ ਬਦਲੀਆਂ ਹੁੰਦੀਆਂ ਨੇ ਸ਼ਾਇਦ ਇਸ ਕਗਾਰ 'ਤੇ ਨਾ ਹੁੰਦੇ ਅੱਜ ਅਸੀਂ, ਇੰਟਰਵਿਊ ਵੀ ਨਾ ਹੁੰਦੀ ਹੈ। ਤਾਂ ਬਹੁਤ ਯਾਨੀ ਕਿ ਬਹੁਤ ਕੁਛ ਬਦਲ ਸਕਦੇ ਆ, ਬਹੁਤ ਚੀਜ਼ਾਂ ਬਦਲਣ ਵਾਲੀਆਂ, ਬਹੁਤ ਚੀਜ਼ਾਂ ਬਦਲਣ ਵਾਲੀਆਂ। ਉਹ ਇੰਨੀ ਲੰਬੀ ਲਿਸਟ ਹੈ ਵੀ ਆਪਾਂ ਸੋਚ ਵੀ ਨਹੀਂ ਸਕਦੇ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਬਦਲਣ ਵਾਲਾ, ਜੇ ਬਦਲ ਸਕਦੇ ਹੁੰਦੇ ਤਾਂ ਪਰਮਾਤਮਾ ਭਲੀ ਕਰੂਗਾ। ਸਿੱਧੂ ਮੂਸੇਵਾਲਾ ਸਾਹਿਬ, ਜੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਵੈਰੀ ਮਚ।